ਸਭ ਤੋਂ ਪਹਿਲਾਂ ਸਾਡੇ ਪੰਜਾਬੀ ਪ੍ਰਸਾਰ ਮੰਚ ਵੱਲੋਂ ਇਕਬਾਲ ਸੋਮੀਆ ਜੀ, ਸੂਬਾ ਸਕੱਤਰ ਗੁਰਦੀਪ ਸਿੰਘ ਜੀ ਭੰਵਰਾ, ਜੋ ਕਿ ਬਹੁਤ ਹੀ ਪਿਆਰੀ ਵਿਦਵਤਾ ਭਰੀ ਸ਼ਖਸੀਅਤ ਨੇ, ਉਹਨਾਂ ਦੇ ਵੱਲੋਂ ਬੜਾ ਸੋਹਣਾ ਜਿਹੜਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। 15 ਅਵਾਰਡ ਜਿਹੜਾ ਹੈ 15 ਦਿਨਾਂ ਬਾਅਦ ਇੱਕ ਗੋਸ਼ਟੀ ਜਾਂ ਸੈਮੀਨਾਰ ਕਰਾਇਆ ਜਾਂਦਾ ਹੈ। ਆਵਾਜ਼ ਆ ਰਹੀ ਹੈ ਜੀ ਭਲਾ? ਹੈਲੋ, ਹਾਂਜੀ ਅੰਦਰ ਜੀ ਆਵਾਜ਼ ਆ ਰਹੀ ਹੈ। ਠੀਕ ਹੈ, ਤੁਸੀਂ ਕੰਮ ਐਡਰੈਸ ਕਰੋ। ਠੀਕ ਹੈ ਜੀ। ਤੇ ਬੜਾ ਸੋਹਣਾ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਜੀ। 15 ਦਿਨਾਂ ਬਾਅਦ ਸਾਰੇ ਹੀ ਦੇਸ਼ਾਂ ਦੇ ਵਿੱਚੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦੇਸ਼ਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੈ, ਤੇ ਇਸ ਸੰਬੰਧੀ ਇਕਬਾਲ ਸੋਮੀ ਦਾ, ਗੁਰਦੀਪ ਸਿੰਘ ਦਾ ਬੜਾ ਸੋਹਣਾ ਉਦਮ ਹੈ, ਤੇ ਮੈਂ ਇਹਨਾਂ ਦਾ ਤਹਿ ਦਿਲੋਂ ਸਵਾਗਤ ਵੀ ਕਰਦਾ, ਧੰਨਵਾਦ ਵੀ ਕਰਦਾ। ਤੇ ਜਿਨ੍ਹਾਂ ਨੇ ਅੱਜ ਸਾਡੇ ਬਹੁਤ ਹੀ ਬੜੀ ਸੋਹਣੀ ਵਿਦਵਤਾ ਭਰੀ ਜਿਹੜੀ ਇਹ ਸ਼ਖਸੀਅਤ ਹੈ ਸਾਧੂ ਬਨਿੰਗ ਜੀ ਦੇ ਨਾਲ ਸਾਨੂੰ ਅੱਜ ਰੂਬਰੂ ਕਰਨ ਦਾ ਜਿਹੜਾ ਮੌਕਾ ਇਹਨਾਂ ਨੇ ਦਿੱਤਾ ਹੈ, ਪ੍ਰਦਾਨ ਕੀਤਾ ਹੈ। ਅਮਰਜੀਤ ਸਿੰਘ ਕਸਕ ਵਰਗੀਆਂ ਖਿੱਚਮਈ ਸ਼ਖਸੀਅਤਾਂ ਜਿਹੜੀਆਂ ਨੇ ਰੂਬਰੂ ਕਰਾਇਆ, ਇਹਨਾਂ ਦੇ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਸੀਪੀ ਕੰਬੋਜ ਸਾਹਿਬ, ਜਿਹੜੇ ਕਿ ਕੰਪਿਊਟਰ ਦੇ ਬੜਾ ਸੋਹਣਾ ਪੰਜਾਬੀ ਦਾ ਕੰਮਕਾਰ ਕਰ ਰਹੇ ਨੇ ਯੂਨੀਵਰਸਿਟੀ ਦੇ ਵਿੱਚ। ਜਿੰਨਾ ਤਾਰੀਫ ਕੀਤੀ ਜਾਵੇ ਸੀਪੀ ਸਾਹਿਬ ਕੰਬੋਜ ਦੀ, ਓਨੀ ਘੱਟ ਹੈ। ਪੰਜਾਬੀ ਮਾਤ ਭਾਸ਼ਾ ਦੇ ਲਈ ਇਹਨਾਂ ਦਾ ਕੰਮ ਕਰਨਾ, ਅੱਗੇ ਵਧਾਉਣਾ। ਤੇ ਸਾਧੂ ਬਨਿੰਗ ਜੀ, ਜੋ ਆਪਾਂ ਸਭ ਨੂੰ ਪਤਾ ਹੈ ਕਿ ਇੰਨੀ ਸ਼ਖਸੀਅਤ ਨੇ ਮਹਾਨ, ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵੈਨਕੂਵਰ ਦੇ ਵਿੱਚ 3 ਦਸੰਬਰ 1947 ਇਹਨਾਂ ਦਾ ਜਨਮ, ਆਜ਼ਾਦੀ ਲੈ ਕੇ ਆਏ। ਅੱਜ ਪੰਜਾਬੀ ਭਾਸ਼ਾ ਦੇ ਲਈ ਵੀ ਮੈਨੂੰ ਲੱਗਦਾ ਵੀ ਆਜ਼ਾਦੀ ਦਾ ਰਾਹ ਇਹ ਖੋਲ ਰਹੇ ਨੇ, ਜਿਨ੍ਹਾਂ ਨੂੰ ਅੱਜ ਅਸੀਂ ਸੁਣਨਾ ਹੈ। ਇਹਨਾਂ ਦੀਆਂ ਵਿਚਾਰ ਸੁਣਨੇ ਨੇ, ਮਿੱਠੇ ਬੋਲ ਸੁਣਨੇ ਨੇ। ਇਹਨਾਂ ਦੀਆਂ 19 ਕਿਤਾਬਾਂ ਜਿਹੜੀਆਂ ਨੇ ਸਾਡੇ ਨਾਲ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ, ਕਹਿ ਲਓ, ਜਾਂ ਲੇਖਕਾਂ ਨੂੰ, ਪਾਠਕਾਂ ਨੂੰ ਦਿੱਤੀਆਂ ਨੇ। ਤੇ ਬੜਾ ਸੋਹਣੇ ਵਿਦਵਾਨ ਜਿਨ੍ਹਾਂ ਨੂੰ ਅੱਜ ਸੁਣਨਾ ਹੈ। ਵਿਚਾਰ ਮੰਚ ਨੇ, ਗੁਰਦੀਪ ਭੰਵਰਾ ਜੀ ਨੇ ਸਾਡੇ ਕੋਲ ਇੱਕ ਪਲੇਟਫਾਰਮ ਜਿਹੜਾ ਸਾਨੂੰ ਦਿੱਤਾ ਹੈ, ਜਿਹਦੇ ਰਾਹੀਂ ਅਸੀਂ ਇਹਨਾਂ ਸ਼ਖਸੀਅਤਾਂ ਨੂੰ ਜਾਣਦੇ ਹਾਂ, ਮਾਣਦੇ ਹਾਂ, ਰੂਬਰੂ ਹੁੰਦੇ ਹਾਂ। ਬੇਸ਼ੱਕ ਕੈਨੇਡਾ ਦਾ, ਪਾਕਿਸਤਾਨ ਦੇ ਵਿੱਚ ਜਾਂ ਹੋਰ ਕਿਤੇ ਨਹੀਂ ਜਾ ਸਕਦੇ, ਇੱਥੇ ਹੀ ਰੂਬਰੂ ਹੁੰਦੇ ਹਾਂ। ਸਾਡੇ ਕੋਲ ਸਤਵੰਤ ਸਮਰਾਲਾ ਮੰਚ ਸੰਚਾਲਕ ਜਿਹੜੇ ਨੇ ਉਹ ਨੇ। ਇਹਨਾਂ ਦਾ ਵੀ ਤਹਿ ਦਿਲੋਂ ਸਾਰੀਆਂ ਹੀ ਸ਼ਖਸੀਅਤਾਂ ਜੋ ਕਿ ਇਸ ਮੰਚ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਜੀਓ ਆਇਆਂ ਆਖਦਾ। ਤੇ ਵਿਚਾਰ ਮੰਚ ਦੇ ਲਈ ਅੱਗੇ, ਹਾਂਜੀ ਰਵਿੰਦਰ ਜੀ, ਮੇਰੇ ਨਾਲ ਮੈਂ ਅੱਜ ਇਸ ਮੰਚ ਵਿੱਚ ਪ੍ਰੋਫੈਸਰ ਸਰਵਨ ਸਿੰਘ ਪਰਦੇਸੀ, ਜਿਹੜੇ ਮੇਰੇ ਟੀਚਰ ਰਹੇ ਨੇ, ਜਿਨ੍ਹਾਂ ਤੋਂ ਮੈਂ ਉਂਗਲੀ ਫੜ ਕੇ ਮੈਂ ਤੁਰਨਾ ਸਿੱਖਿਆ, ਉਹ ਵੀ ਇਸ ਮੰਚ ਨਾਲ ਅਸੀਂ ਜੋੜ ਲਏ ਨੇ। ਸਾਧੂ ਸਿੰਘ ਜੀ ਜਾਣਦੇ ਹੋਣਗੇ ਪ੍ਰੋਫੈਸਰ ਸਰਵਨ ਸਿੰਘ ਪਰਦੇਸੀ, ਉਹਨਾਂ ਦਾ ਸੂਫੀ ਸਾਹਿਤ, ਸੂਫੀ ਮਤ ਉੱਤੇ ਬਹੁਤ ਜ਼ਿਆਦਾ ਕੱਪ ਹੈ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਦੀਆਂ। ਤੇ ਅੱਜ ਮੈਨੂੰ ਖੁਸ਼ੀ ਹੈ ਕਿ ਇਸ ਪ੍ਰਸਾਰ ਮੰਚ ਵਿੱਚ ਅਸੀਂ ਇੱਕ ਵਿਦਵਾਨ ਡਾਕਟਰ ਸਰਵਨ ਸਿੰਘ ਪਰਦੇਸੀ ਜੀ ਨੂੰ ਜੋੜਿਆ। ਤਾਂ ਉਮੀਦ ਕਰਦੇ ਹਾਂ ਕਿ ਉਹ ਆਉਣ ਵਾਲੇ ਟਾਈਮ ਵਿੱਚ ਵੀ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਗੇ। ਥੈਂਕ ਯੂ। ਤੇ ਬਹੁਤ ਬਹੁਤ ਧੰਨਵਾਦ ਜੀ। ਸਰਵਨ ਸਿੰਘ ਪਰਦੇਸੀ ਸਾਡੇ ਵਿਚਕਾਰ ਮੌਜੂਦ ਨੇ। ਇਹਨਾਂ ਦਾ ਇਸ ਮੰਚ ਦੇ ਉੱਤੇ ਸਵਾਗਤ ਹੈ ਜੀ। ਸਮੂਹ ਸੰਗਤਾਂ ਜਾਂ ਵਿਦਵਾਨ ਸੱਜਣ, ਵਿਦਿਆਰਥੀ ਜਨ, ਅਧਿਆਪਕ ਜਨ, ਹੋਰ ਵਿਦਵਾਨ ਕਵੀ ਜਨ ਜੋ ਇਸ ਮੰਚ ਦੇ ਨਾਲ ਜੁੜੇ ਨੇ, ਇਸ ਵਿਚਾਰ ਮੰਚ ਤੋਂ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਜੀ। ਜੀਓ ਆਇਆਂ ਨੂੰ ਸਾਰਿਆਂ ਨੂੰ। ਤੇ ਹੁਣ ਮੈਂ ਮੰਚ ਦੀ ਅਗਲੀ ਕਾਰਵਾਈ ਸਾਡੇ ਸਤਵੰਤ ਸਿੰਘ ਸਮਰਾਲਾ ਜੀ ਨੂੰ ਹੈਂਡਓਵਰ ਕਰਦਾ, ਤੇ ਚਾਹੁੰਦਾ ਕਿ ਉਹ ਸੰਚਾਲਨ ਦੀ ਅਗਲੀ ਕਾਰਵਾਈ ਸਤਵੰਤ ਸਮਰਾਲਾ ਜੀ ਉਹ ਚਲਾਉਣਗੇ। ਉਸ ਤੋਂ ਬਾਅਦ ਅਸੀਂ ਸਾਧੂ ਬਨਿੰਗ ਜੀ, ਜਿਨ੍ਹਾਂ ਦੀ ਬੇਸਬਰੀ ਦੇ ਨਾਲ ਅਸੀਂ ਉਡੀਕ ਕਰ ਰਹੇ ਹਾਂ, ਸੁਣਨਾ ਚਾਹੁੰਦੇ ਹਾਂ ਕਿ ਵੈਨਕੂਵਰ ਜਾਂ ਹੋਰ ਕੈਨੇਡਾ ਦੇ ਵਿੱਚ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੈ, ਕਿਸ ਪ੍ਰਕਾਰ ਦੀ ਹੈ, ਤੇ ਇਹਨਾਂ ਦੇ ਮਿੱਠੇ ਵਿਚਾਰ
ਉੱਘੇ ਵਿਚਾਰ ਉਹ ਅਸੀਂ ਸਰਵਣ ਕਰਨੇ ਨੇ। ਸੋ ਧੰਨਵਾਦ ਸਾਰਿਆਂ ਦਾ ਜੀ, ਜਿਉ ਆਇਆ ਸਾਰਿਆਂ ਨੂੰ। ਹੁਣ ਮੈਂ ਬੇਨਤੀ ਕਰਦਾ ਸਮਰਾਲਾ ਜੀ ਨੂੰ, ਉਹ ਮੰਚ ਦੀ ਅਗਲੀ ਕਾਰਵਾਈ ਜਿਹੜੀ ਹੈ ਚਲਾਉਣਗੇ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਰਵਿੰਦਰ ਸਿੰਘ ਜੀ। ਜਿਵੇਂ ਡਾਕਟਰ ਰਵਿੰਦਰ ਸਿੰਘ ਜੀ ਨੇ ਵੀ ਕਿਹਾ ਕਿ ਸਾਡੇ ਨਾਲ ਸਾਡੇ ਜਿਹੜੇ ਮੁੱਖ ਮਹਿਮਾਨ ਜੁੜੇ ਨੇ ਸਾਧੂ ਵਿਨਿੰਗ ਜੀ, ਬਿਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ, ਤੇ ਉਹਨਾਂ ਦੀ ਇੱਕ ਲੰਮੀ ਘਾਲਣਾ ਹੈ ਪੰਜਾਬੀ ਸਾਹਿਤ, ਸੱਭਿਆਚਾਰ ਤੇ ਖੋਜ ਦੇ ਖੇਤਰ ਦੇ ਵਿੱਚ। 1967 ਤੋਂ ਉਹ ਕੈਨੇਡਾ ਦੇ ਵਿੱਚ ਸੈਟਲ ਨੇ, ਤੇ ਉੱਥੋਂ ਸਾਹਿਤਕ ਸਰਗਰਮੀਆਂ ਸੱਭਿਆਚਾਰ ਦੇ ਖੇਤਰ ਦੇ ਵਿੱਚ ਤੇ ਖੋਜ ਅਨੁਵਾਦ ਦੇ ਖੇਤਰ ਦੇ ਵਿੱਚ ਤੇ ਹੋਰ ਵੱਖ-ਵੱਖ ਅਦਾਰਿਆਂ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਪੰਜਾਬੀ ਭਾਸ਼ਾ ਦੀ ਸਥਿਤੀ ਜਿੱਥੋਂ ਤੱਕ ਪੂਰੇ ਸੰਸਾਰ ਪੱਧਰ ਦੇ ਉੱਤੇ ਜੇਕਰ ਅਸੀਂ ਗੱਲ ਕਰੀਏ, ਅੱਜ ਅਸੀਂ ਭਾਵੇਂ 9ਵਾਂ ਸਥਾਨ ਜੋ ਸਾਡੇ ਕੋਲ ਡਾਟਾ ਉਪਲਬਧ ਹੈ ਪੂਰੇ ਸੰਸਾਰ ਦੇ ਵਿੱਚ ਪੰਜਾਬੀ ਬੋਲੀ ਜਾਣ ਵਾਲੀ ਜਿਹੜੀ ਭਾਸ਼ਾ ਬੋਲੀ ਜਾਣ ਵਾਲੀ ਹੈ, ਉਹ 9ਵਾਂ ਸਥਾਨ ਹਾਸਲ ਕਰ ਚੁੱਕੀ ਹੈ। ਪਰ ਫਿਰ ਵੀ ਅਜੇ ਬਹੁਤ ਸਾਰੀਆਂ ਚੁਣੌਤੀਆਂ ਨੇ, ਸਮੱਸਿਆਵਾਂ ਨੇ, ਜਿਹੜੀਆਂ ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ। ਭਾਵੇਂ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਰਾਜ ਭਾਸ਼ਾ ਹੈ, ਪਰ ਜ਼ਮੀਨੀ ਹਕੀਕਤ ਹੈ ਜਿਹੜੀ ਉਹ ਕਈ ਵਾਰ ਸਾਨੂੰ ਜਿਹੜੀ ਹੈ ਹੋਰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਵਾਉਂਦੀ ਹੈ। ਤਾਂ ਅੱਜ ਦਾ ਜਿਹੜਾ ਦੌਰ ਹੈ, ਜਿਹੜਾ ਵਿਸ਼ਵੀਕਰਨ ਦਾ ਦੌਰ ਹੈ, ਜਿੱਥੇ ਭਾਸ਼ਾਵਾਂ, ਸੱਭਿਆਚਾਰ ਤੇ ਧਰਮਾਂ ਨੂੰ ਅਸੀਂ ਵੇਖਦੇ ਹਾਂ, ਜਿਹੜੀਆਂ ਬਹੁਤ ਵੱਡੀਆਂ ਕਾਰਪੋਰੇਟ ਘਰਾਣੇ ਨੇ ਉਹ ਵਰਤ ਰਹੇ ਨੇ। ਅਸੀਂ ਆਮ ਅੱਜ ਕੱਲ੍ਹ ਵੇਖਦੇ ਹਾਂ ਕਿ ਵਿਗਿਆਪਨ ਆ ਰਹੇ ਨੇ, ਖਾਸ ਕਰਕੇ ਅੱਜ ਅਸੀਂ ਦੇਖਦੇ ਹਾਂ ਵੀ ਟੀਵੀ ਦੇ ਉੱਤੇ ਵੀ ਜਿਹੜੇ ਵਿਗਿਆਪਨ ਆ ਰਹੇ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਵੀ ਆਉਣੇ ਸ਼ੁਰੂ ਹੋ ਗਏ ਨੇ। ਤਾਂ ਇੱਕ ਪਾਸੇ ਸ਼ਾਇਦ ਇਹ ਲੱਗ ਸਕਦਾ ਹੋਵੇ ਕਿ ਪੰਜਾਬੀ ਭਾਸ਼ਾ ਕਿਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਵੀ ਤਰੱਕੀ ਕਰ ਰਹੀ ਹੈ, ਪਰ ਮੈਨੂੰ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਜਿਹੜੀ ਇਹ ਵਪਾਰ ਦਾ ਇੱਕ ਸਿਰਫ ਤੇ ਸਿਰਫ ਆਪਣੇ ਮੁਨਾਫੇ ਦਾ ਜਿਹੜਾ ਕੇਂਦਰ ਬਣਾ ਕੇ ਵਰਤਣ ਦੀ ਹੀ ਇੱਕ ਯੋਜਨਾ ਹੈ। ਉਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਆ ਵਿਕਾਸ ਦੀ ਮੈਨੂੰ ਲੱਗਦੀ ਨਹੀਂ ਹੈਗੀ, ਉਹ ਸੁਭਾਵਨਾ ਉਸਦੇ ਵਿੱਚ ਪਈ ਹੈ। ਤੇ ਜਿੱਥੋਂ ਤੱਕ ਗੱਲ ਕੈਨੇਡਾ ਦੀ ਹੈ, ਜਿਹਦੇ ਬਾਰੇ ਸਾਧੂ ਵਿਨਿੰਗ ਜੀ ਸਾਨੂੰ ਅੱਜ ਦੇ ਆਪਣੇ ਇਸ ਲੈਕਚਰ ਦੇ ਵਿੱਚ ਵਿਸਥਾਰਪੂਰਵਕ ਚਾਨਣਾ ਪਾਉਣਗੇ ਕਿ ਕੈਨੇਡਾ ਦੇ ਵਿੱਚ ਭਾਵੇਂ ਆਫੀਸ਼ੀਅਲੀ ਅਸੀਂ ਦੇਖਦੇ ਹਾਂ ਕਿ ਤੀਜਾ ਦਰਜਾ ਜਿਹੜਾ ਹੈ ਪੰਜਾਬੀ ਭਾਸ਼ਾ ਨੇ ਹਾਸਲ ਕਰ ਲਿਆ ਹੈ। ਲਗਭਗ 23 ਜਿਹੜੇ ਭਾਰਤੀ ਮੂਲ ਦੇ ਮੈਂਬਰ ਆਫ ਪਾਰਲੀਮੈਂਟ ਨੇ ਕੈਨੇਡਾ ਦੇ ਵਿੱਚ, ਉਹਨਾਂ ਵਿੱਚੋਂ 20 ਮੇਰੇ ਖਿਆਲ ਦੇ ਵਿੱਚ, ਜੇਕਰ ਮੈਂ ਗਲਤ ਨਹੀਂ ਹਾਂ ਤਾਂ ਪੰਜਾਬੀ ਭਾਸ਼ਾ ਬੋਲਣ ਵਾਲੇ, ਸਮਝਣ ਵਾਲੇ ਸਾਡੇ ਕੋਲ ਕੈਨੇਡਾ ਦੇ ਵਿੱਚ ਉਪਲਬਧ ਹੈਗੇ ਨੇ। ਪਰ ਕੈਨੇਡਾ ਦੇ ਵਿੱਚ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਤੋਂ ਇਲਾਵਾ ਵਪਾਰ ਜਾਂ ਆਰਥਿਕ ਜਦੋਂ ਖੇਤਰ ਦੇ ਵਿੱਚ ਅਸੀਂ ਦੇਖਦੇ ਹਾਂ ਜਾਂ ਰਾਜਨੀਤਿਕ ਖੇਤਰ ਦੇ ਵਿੱਚ ਦੇਖਦੇ ਹਾਂ, ਉਸ ਸਮੇਂ ਉਸ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਰਹਿੰਦੀ ਹੈ। ਪੰਜਾਬ ਤੋਂ ਅਸੀਂ ਵੇਖਦੇ ਹਾਂ ਕਿ 1897 ਦੇ ਵਿੱਚ ਜੋ ਸਾਡੇ ਕੋਲ ਡਾਟਾ ਉਪਲਬਧ ਹੈ, ਪਹਿਲਾ ਪੰਜਾਬੀ ਕੈਨੇਡਾ ਦੇ ਵਿੱਚ ਪਹੁੰਚਿਆ ਸੀ, ਤੇ ਉਸ ਤੋਂ ਬਾਅਦ ਲਗਾਤਾਰ ਪੰਜਾਬੀ ਆ ਜਿਹੜੇ ਉਹ ਆਪਣੀ ਕਰਮ ਭੂਮੀ ਕੈਨੇਡਾ ਸਮੇਤ ਹੋਰ ਅਨੇਕਾਂ ਪ੍ਰਵਾਸੀ ਮੁਲਕਾਂ ਨੂੰ ਬਣਾ ਚੁੱਕੇ ਨੇ, ਤੇ ਉੱਥੋਂ ਦੇ ਦੇਸ਼ਾਂ ਦੇ ਵੱਖ-ਵੱਖ ਸੰਸਥਾਵਾਂ ਦੇ ਵਿੱਚ, ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਨੇ ਬਹੁਤ ਜਿਹੜੀਆਂ ਨੇ ਆਪਣੇ ਵਿਅਕਤੀਗਤ ਪੱਧਰ ਦੇ ਉੱਤੇ ਵੀ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਵੱਡੀਆਂ ਚੁਣੌਤੀਆਂ ਹੱਲ ਕੀਤੀਆਂ ਨੇ। ਆਪਣੇ ਦੇ ਲਈ ਪੰਜਾਬੀ ਭਾਸ਼ਾ, ਸਾਹਿਤ ਤੇ ਉੱਥੋਂ ਵਸਣ ਵਾਲੇ ਵੱਖ-ਵੱਖ ਵਿਸ਼ੇਸ਼ ਧਰਮਾਂ ਨਾਲ ਸੰਬੰਧਿਤ ਲੋਕਾਂ ਨੇ ਆਪਣੀ ਇੱਕ ਜਗ੍ਹਾ ਬਣਾਈ ਹੈ, ਉੱਥੋਂ ਦੇ ਦੇਸ਼ਾਂ ਦੇ ਵਿੱਚ ਇੱਕ ਨਿੱਘਰ ਯੋਗਦਾਨ ਪਾਇਆ ਹੈ। ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਵੀ ਸਾਧੂ ਵਿਨਿੰਗ ਤੇ ਹੋਰ ਬਹੁਤ ਸਾਰੇ ਜਿਹੜੇ ਲੇਖਕ ਨੇ ਆਪਣੇ ਵਿਅਕਤੀਗਤ ਪੱਧਰ ਦੇ ਉੱਤੇ ਵੀ ਲਗਾਤਾਰ ਘਾਲਣਾ ਕਰਦੇ ਆ ਰਹੇ ਹਨ। ਤਾਂ ਇਸ ਸੰਬੰਧੀ ਸਾਧੂ ਵਿਨਿੰਗ ਜੀ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ। ਮੈਂ ਸਾਧੂ ਵਿਨਿੰਗ ਜੀ ਨੂੰ ਸੱਦਾ ਦੇਵਾਂਗਾ ਕਿ ਉਹ 40 ਤੋਂ 45 ਮਿੰਟ ਸਾਡੇ ਨਾਲ ਗੁਜ਼ਾਰਨ, ਸਾਨੂੰ ਸੇਧ ਦੇਣ ਤੇ ਪੰਜਾਬੀ ਭਾਸ਼ਾ ਦੀ ਕੈਨੇਡਾ ਦੇ ਵਿੱਚ ਜੋ ਸਥਿਤੀ ਹੈ, ਜੋ ਜ਼ਮੀਨੀ ਸਥਿਤੀ ਹੈ ਖਾਸ ਕਰ, ਉਹਦੇ ਨਾਲ ਸਾਨੂੰ ਜ਼ਰੂਰ ਜਾਣ ਪਛਾਣ ਕਰਾਉਣ, ਰੂਬਰੂ ਕਰਾਉਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਨੂੰ ਚੁਣੌਤੀਆਂ ਨੇ, ਭਾਵੇਂ ਪੰਜਾਬ ਦੇ ਵਿੱਚ ਚੁਣੌਤੀਆਂ ਨੇ, ਭਾਵੇਂ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਚੁਣੌਤੀਆਂ ਨੇ,
ਤਾਂ ਉਹਨਾਂ ਨੂੰ ਅਸੀਂ ਜ਼ਰੂਰ ਉਹਨਾਂ ਦੀ ਨਿਸ਼ਾਨਦੇਹੀ ਕਰ ਪਾਈਏ ਤੇ ਜ਼ਰੂਰ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਦੇ ਲਈ ਅਸੀਂ ਕੋਈ ਜੋ ਤੇ ਨਿੱਘਰ ਜਿਹੜਾ ਕਦਮ ਉਠਾ ਸਕੀਏ। ਤੇ ਮੈਂ ਸੱਦਾ ਦਿੰਦਾ ਬਹੁਤ ਹੀ ਸਾਡੇ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਸਾਧੂ ਬਨਿੰਗ ਜੀ। ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਤਵੰਤ ਸਿੰਘ ਜੀ ਤੇ ਡਾਕਟਰ ਇਕਬਾਲ ਸੋਮੀਆ ਜੀ, ਜਿਨ੍ਹਾਂ ਨੇ ਮੈਨੂੰ ਇਸ ਬਹੁਤ ਹੀ ਇੱਕ ਵਧੀਆ ਕੰਮ ਦੇ ਲਈ ਸੱਦਾ ਦਿੱਤਾ। ਤੇ ਮੈਂ ਪੰਜਾਬੀ ਪ੍ਰਸਾਰ ਮੰਚ ਦਾ ਧੰਨਵਾਦੀ ਹਾਂ, ਸਾਰੇ ਦੋਸਤਾਂ ਦਾ ਜਿਹੜੇ ਜੁੜੇ ਨੇ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਨਵੇਂ ਚਿਹਰੇ ਵੀ ਉਹਨਾਂ ਦੇ ਨਾਲ ਵੀ ਜਾਣ ਪਛਾਣ, ਤੇ ਪੁਰਾਣੇ ਜਿਹੜੇ ਨਾਮ ਤੋਂ ਮੈਂ ਵਾਕਫ ਵੀ ਹਾਂ ਉਹਨਾਂ ਨੂੰ ਵੀ ਮਿਲਣ ਦਾ, ਦੇਖਣ ਦਾ ਇਸ ਤਰੀਕੇ ਨਾਲ ਮੌਕਾ ਮਿਲ ਰਿਹਾ। ਸੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਨੂੰ ਇਹ ਤੁਸੀਂ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ। ਤੇ ਜਿਹੜਾ ਇਹ ਵਿਸ਼ਾ ਆ ਕੈਨੇਡਾ ਵਿੱਚ ਪੰਜਾਬੀ ਬੋਲੀ ਦਾ, ਇਹ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਕਾਫੀ ਮਨ ਭਾਉਂਦਾ ਵਿਸ਼ਾ ਆ। ਮੈਂ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਦੇ ਨਾਲ ਜਿਹੜੀਆਂ ਇੱਥੇ ਸਰਗਰਮੀਆਂ ਹੋਈਆਂ ਉਹਨਾਂ ਨਾਲ ਜੁੜਿਆ ਰਿਹਾ। ਤੇ ਪਰ ਮੇਰੀ ਜਿਹੜੀ, ਮੈਂ ਵੈਨਕੂਵਰ ਰਿਹਾ ਜਦੋਂ ਦਾ ਕੈਨੇਡਾ ਵਿੱਚ ਆਇਆ 1967 ਤੋਂ। ਕਾਫੀ ਮੈਂ ਘੁੰਮਿਆ ਫਿਰਿਆ ਸਾਰੇ ਕੈਨੇਡਾ, 2-3 ਵਾਰ ਡਰਾਈਵ ਕੀਤੀ ਅਕ੍ਰੋਸ ਕੈਨੇਡਾ। ਬਹੁਤ ਬੜਾ ਮੁਲਕ ਹੈ ਸਾਡਾ ਕੈਨੇਡਾ। ਤੇ ਪਰ ਰਿਹਾ ਮੈਂ ਵੈਨਕੂਵਰ ਦੇ ਵਿੱਚ ਹੀ ਹਾਂ ਤੇ ਮੇਰੀਆਂ ਸਰਗਰਮੀਆਂ ਦਾ ਵੀ ਕੇਂਦਰ ਵੈਨਕੂਵਰ ਹੀ ਆ। ਸੋ ਮੈਂ ਜਿਹੜੀ ਗੱਲਬਾਤ ਕਰੂੰਗਾ ਉਹਦਾ ਜ਼ਿਆਦਾ ਜਿਹੜਾ ਮੇਰੀ ਜਾਣਕਾਰੀ ਉਹ ਵੈਨਕੂਵਰ ਜਾਂ BC ਜਿਹੜਾ ਸਾਡਾ ਇਹ ਸੂਬਾ ਹੈਗਾ ਬ੍ਰਿਟਿਸ਼ ਕੋਲੰਬੀਆ, ਉਹਦੇ ਬਾਰੇ ਹੈਗੀ ਆ। ਮੈਂ ਇੱਕ ਕਿਤਾਬ ਲਿਖੀ ਸੀ ਕੋਈ 5-6 ਸਾਲ ਪਹਿਲਾਂ, ਕੈਨੇਡਾ ਵਿੱਚ ਪੰਜਾਬੀ ਬੋਲੀ। ਉਹਦੇ ਵਿੱਚ ਵੀ ਮੁੱਖ ਤੌਰ ਤੇ ਜਿਹੜੀ ਇੱਥੋਂ ਦੀਆਂ ਜਿਹੜੀਆਂ ਸਰਗਰਮੀਆਂ ਸਾਡੀਆਂ BC ਦੀਆਂ ਜਾਂ ਵੈਨਕੂਵਰ ਕੇਂਦਰਿਤ ਆ, ਮੈਂ ਉਹਨਾਂ ਬਾਰੇ ਮੁੱਖ ਤੌਰ ਤੇ ਗੱਲ ਕੀਤੀ ਆ। ਭਾਵੇਂ ਕੁਛ ਜਿਹੜੀਆਂ ਆਮ ਕੈਨੇਡਾ ਦੇ ਵਿੱਚ ਪੰਜਾਬੀ ਸਥਿਤੀ ਬਾਰੇ ਵੀ ਗੱਲਾਂ ਕੀਤੀਆਂ ਜਾਂ ਕੁਛ ਇਤਿਹਾਸ ਬਾਰੇ। ਇਸੇ ਤਰ੍ਹਾਂ ਮੈਂ ਅੱਜ ਆਪਣੀ ਗੱਲ ਜਿਹੜੀ ਆ ਉਹਦੇ ਵਿੱਚ ਥੋੜਾ ਜਿਹਾ ਪਹਿਲਾਂ ਪਿਛੋਕੜ ਬਾਰੇ ਕੈਨੇਡਾ ਦੇ ਵਿੱਚ, ਭਾਵੇਂ ਤੁਸੀਂ ਸਾਰੇ ਉਹਦੇ ਬਾਰੇ ਜਾਣਦੇ ਹੋਵੋ, ਪਰ ਉਹਦੇ ਨਾਲ ਮੈਨੂੰ ਥੋੜੀ ਜਿਹੀ ਸੌਖ ਹੋ ਜਾਂਦੀ ਆ ਗੱਲ ਕਰਨੇ ਨੂੰ। ਅਸੀਂ ਇੱਥੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਤਰੀਕ ਆਮ ਵਰਤਦੇ ਆ ਸਾਡੇ ਇੱਥੇ ਆਉਣ ਦੀ, ਉਹ 1897 ਹੈਗੀ ਆ। ਤੇ ਪਰ ਜਿਹੜੀ ਡਾਕੂਮੈਂਟਡ ਜਿਹੜੀ ਸਾਡੀ ਇੱਥੋਂ ਦੀ ਆਵਾਸ ਦੀ ਤਰੀਕਾਂ ਹੈਗੀਆਂ 1903 ਤੋਂ ਸ਼ੁਰੂ ਹੋਈਆਂ। ਸੋ 1903 ਤੋਂ ਲੈ ਕੇ ਤਕਰੀਬਨ 1908 ਤੱਕ ਸ਼ੁਰੂ ਦੇ ਵਿੱਚ ਸਾਡੇ ਕਾਫੀ ਉਸ ਵੇਲੇ ਵੱਡੀ ਗਿਣਤੀ ਵਿੱਚ 5-6 ਹਜ਼ਾਰ ਤੱਕ ਮਤਲਬ ਲੋਕ ਸਾਡੇ ਪੰਜਾਬੀ ਇੱਥੇ ਆਏ, ਜਿਹੜੇ ਕੁਛ ਉਹਨਾਂ ਚੋਂ ਪਹਿਲਾਂ ਹੀ ਹੋਰਨਾਂ ਮੁਲਕਾਂ ਦੇ ਵਿੱਚ ਰਹਿੰਦੇ ਸੀ, ਫੌਜ 'ਚ ਰਹਿ ਚੁੱਕੇ ਸੀ, ਬਰਤਾਨਵੀ ਫੌਜ ਦਾ ਹਿੱਸਾ ਸੀ ਉਹ। ਕੁਛ ਸਿੱਧੇ ਪੰਜਾਬ ਤੋਂ ਵੀ ਆਏ, ਪਰ ਉਹ ਪਹਿਲੇ 4-5 ਸਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਏ। ਪਰ ਫਿਰ ਜਿਹੜਾ ਸਾਡੇ ਲੋਕਾਂ ਦਾ ਵਿਚਾਰ ਸੀ ਕਿ ਉਹ ਵੀ ਬਰਤਾਨਵੀ ਜਿਹੜਾ ਸੀਗਾ ਇੰਪਾਇਰ, ਉਹਦਾ ਹਿੱਸਾ ਸੀਗੇ, ਬ੍ਰਿਟਿਸ਼ ਦੇ ਉਹ ਵੀ ਸਬਜੈਕਟ ਸੀਗੇ। ਜਿਸ ਤਰ੍ਹਾਂ ਕੈਨੇਡਾ ਵੀ ਉਦੋਂ ਇੱਕ ਕਾਲੋਨੀ ਸੀ, ਇੰਡੀਆ ਵੀ ਕਾਲੋਨੀ ਸੀ ਬਰਤਾਨੀਆ ਦੀ। ਪਰ ਜਿਹੜੇ ਇੱਥੇ ਲੋਕ ਵਸਦੇ ਸੀ ਉਸ ਵੇਲੇ ਯੂਰਪੀਅਨ ਪਿਛੋਕੜ ਦੇ ਗੋਰੇ, ਉਹ ਬਿਲਕੁਲ ਇੱਕ ਵੱਖਰੇ ਤਰੀਕੇ ਨਾਲ ਮਹਿਸੂਸ ਕਰਦੇ ਕਿ ਇੰਡੀਆ ਇੱਕ ਗੁਲਾਮ ਮੁਲਕ ਹੈ, ਉਹ ਆਪਣੇ ਨੂੰ ਕੈਨੇਡਾ ਨੂੰ ਉਸ ਪੱਧਰ ਤੇ ਨਹੀਂ ਸੀ ਰੱਖਦੇ। ਸੋ ਉਹਨਾਂ ਦੇ ਮਨ ਦੇ ਵਿੱਚ ਉਸ ਕਿਸਮ ਦਾ ਜਿਹੜਾ ਥਾਂ ਨਹੀਂ ਸੀ ਭਾਰਤੀਆਂ ਦੇ ਲਈ, ਪੰਜਾਬੀਆਂ ਦੇ ਲਈ। ਤਾਂ ਉਹ ਜਿਹੜੀ ਨਸਲਵਾਦ ਜਿਹੜਾ ਉਹ ਬੜੀ ਇੱਥੇ ਉੱਭਰ ਕੇ ਸਾਹਮਣੇ ਆਇਆ ਉਹਨਾਂ ਸਾਲਾਂ ਦੇ ਵਿੱਚ। ਆਪਣੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਵੀ ਜਿਹੜੀਆਂ ਉਹ ਸਹਿਣੀਆਂ ਪਈਆਂ। ਤੇ ਉਹਦੇ ਕਰਕੇ ਉਹਨਾਂ ਨੇ ਜਿਹੜੀ ਪਹਿਲਾਂ ਤਾਂ 1907 ਦੇ ਵਿੱਚ ਸਾਡੇ ਕੋਲੋਂ ਵੋਟ ਦਾ ਹੱਕ ਖੋਲਿਆ, ਜਿਹੜਾ ਕਿ ਸਾਨੂੰ ਸੀ ਪਹਿਲਾਂ, ਕਿਉਂਕਿ ਅਸੀਂ ਬ੍ਰਿਟਿਸ਼ ਸਬਜੈਕਟ ਸੀਗੇ। ਤੇ ਉਹ ਸਾਨੂੰ 40 ਸਾਲ ਲੱਗੇ ਉਹ ਵੋਟ ਦਾ ਹੱਕ ਵਾਪਸ ਲੈਣ ਲਈ। 1907 ਦਾ ਉਹਨਾਂ ਨੇ ਸਾਤੋਂ ਖੋਇਆ ਇੱਥੇ ਵਿਕਟੋਰੀਆ, ਕਿਉਂਕਿ ਜ਼ਿਆਦਾ ਲੋਕ ਇੱਥੇ BC ਦੇ ਵਿੱਚ ਸੀਗੇ, ਵੈਨਕੂਵਰ ਦੇ ਦੁਆਲੇ ਸੀਗੇ ਜਿਹੜੇ ਪਹਿਲਾਂ ਸ਼ੁਰੂ ਦੇ ਵਿੱਚ ਆਏ। ਤੇ ਉਹਦੇ ਨਾਲ ਜਿਹੜਾ ਸਾਡਾ, ਅਸੀਂ ਇੱਕ ਬਿਲਕੁਲ ਹਾਸ਼ੀਏ ਤੇ ਚੱਲ ਗਿਆ ਕਮਿਊਨਿਟੀ ਦੇ ਤੌਰ ਤੇ। ਸਾਨੂੰ ਕੋਈ ਇੱਥੋਂ ਦੇ ਹੱਕ ਨਹੀਂ, ਅਸੀਂ ਕੋਈ ਸਰਕਾਰੀ ਨੌਕਰੀਆਂ ਨਹੀਂ ਸੀ ਕਰ ਸਕਦੇ ਜਿੰਨਾ ਚਿਰ ਸਾਨੂੰ ਉਹ ਜਿਹੜਾ ਵੋਟ ਦਾ ਹੱਕ ਨਹੀਂ ਮਿਲਿਆ 1947 ਵਿੱਚ ਜਾ ਕੇ। ਤੇ ਸੋ ਜਿਹੜੀ ਸਾਡੀ ਸਥਿਤੀ ਸੀ ਇੱਥੇ, ਉਹ ਪਹਿਲਾਂ ਤਾਂ 1907 ਦੇ ਵਿੱਚ ਉਹਨਾਂ ਨੇ ਵੋਟ ਦਾ ਹੱਕ ਲੈ ਲਿਆ। 1908 ਦੇ ਵਿੱਚ ਉਹਨਾਂ ਨੇ ਕਾਨੂੰਨ ਬਣਾ ਕੇ ਸਾਡਾ ਇੱਥੋਂ ਆਉਣਾ ਵੀ ਬੰਦ ਕਰ ਦਿੱਤਾ। ਉਹਨੂੰ ਕੰਟੀਨਿਊਸ ਜਰਨੀ ਕਹਿੰਦੇ ਹੈਗੇ ਆ। ਵੀ
ਜਿਸ ਮੁਲਕ ਤੋਂ ਵੀ ਕਿਸੇ ਨੇ ਆਉਣਾ ਆ ਉਸ ਮੁਲਕ ਤੋਂ ਸਿੱਧਾ ਉਹ ਉਸ ਮਤਲਬ ਜਿਹੜੀ ਹੈ ਤੇ ਉਦੋਂ ਹੀ ਸਮੁੰਦਰੀ ਜਹਾਜ਼ ਹੁੰਦੇ ਸੀ ਤੇ ਉਹਨਾਂ ਨੂੰ ਪਤਾ ਵੀ ਸੀ ਇਸ ਗੱਲ ਦਾ ਬੜੀ ਉਹਨਾਂ ਨੇ ਇਹ ਚਲਾਕੀ ਦੇ ਨਾਲ ਇਹ ਜਿਹੜੀ ਕਾਨੂੰਨ ਲਿਆਂਦਾ ਸੀ ਸਿਰਫ ਭਾਰਤੀਆਂ ਦਾ ਜਿਹੜਾ ਬੰਦ ਕਰਨੇ ਨੂੰ, ਕਿਉਂਕਿ ਜਿਹੜੇ ਚਾਈਨੀਜ਼ ਜਾਂ ਜੈਪਨੀਜ਼ ਉਹਨਾਂ ਦੇ ਨਾਲ ਇਹਨਾਂ ਦਾ ਸਿੱਧਾ ਕੋਸ ਕਿਸਮ ਦਾ ਸੰਬੰਧ ਨਹੀਂ ਸੀ। ਉਹਨਾਂ ਦੇ ਲਈ ਇਹ ਜਿਹੜਾ ਮਰਜ਼ੀ ਕਾਨੂੰਨ ਬਣਾ ਦਿੰਦੇ ਸੀ, ਇਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਪਰ ਭਾਰਤੀਆਂ ਲਈ ਪੈਂਦਾ ਸੀ ਕਿਉਂਕਿ ਜਿਹੜੇ ਇੱਥੇ ਮਤਲਬ ਭਾਰਤੀ ਆਏ ਹੋ ਸੀ ਉਹਨਾਂ ਚੋਂ ਬਹੁਤ ਸਾਰੇ ਜਿਹੜੇ ਆ ਉਹ ਜਿਵੇਂ ਮੈਂ ਕਿਹਾ ਫੌਜੀ ਪਿਛੋਕੜ ਸੀਗੇ। ਸੋ ਸਾਡੇ ਕੋਲੋਂ ਮੈਨੂੰ 1960 ਦੇ ਵਿੱਚ ਇੱਥੋਂ ਆਉਣ ਦਾ ਹੱਕ ਵੀ ਖੋਲਿਆ, ਜਿਹਨੂੰ ਸਾਡੇ ਲੋਕਾਂ ਨੇ ਕਾਮਾਗਾਟਾ ਮਾਰੂ ਲਿਆ ਕੇ 1914 ਦੇ ਵਿੱਚ ਚੈਲੰਜ ਵੀ ਕੀਤਾ, ਪਰ ਇਹ ਜਿਹੜੇ ਕਾਨੂੰਨ ਉਹ ਬਹੁਤ ਘੱਟ ਉਹਨਾਂ 'ਚ ਤਬਦੀਲੀ ਹੋਈ। ਤਕਰੀਬਨ 1950 ਤੱਕ ਜਿਹੜੇ ਮਤਲਬ ਸਾਡੇ ਇੱਥੇ ਇੱਕ ਟਾਈਮ ਸ਼ੁਰੂ ਦੇ ਵਿੱਚ ਜਿਵੇਂ ਕਿਹਾ ਵੀ ਮੰਨ ਲਓ 5,000-6,000 ਤੱਕ ਲੋਕ ਸਾਡੇ ਸੀਗੇ ਤੇ 1940 ਦੇ ਦੁਆਲੇ ਲੜਾਈ ਤੋਂ ਬਾਅਦ ਸਾਡੀ ਗਿਣਤੀ ਤਕਰੀਬਨ 11-1200 ਰਹਿ ਗਈ ਭਾਰਤੀਆਂ ਦੀ ਇੱਥੇ। ਤੇ ਪਰ ਉਹਨਾਂ ਨੇ ਜਿਹੜੀ ਆਪਣੇ ਹੱਕਾਂ ਦੇ ਲਈ ਜਿਹੜੀ ਸੰਘਰਸ਼ ਕਰਨਾ ਮਤਲਬ ਕਦੇ ਨਾ ਛੱਡਿਆ। ਸੋ ਬਹੁਤ ਸਾਰੇ ਕੈਨੇਡਾ ਦੇ ਕਾਨੂੰਨਾਂ ਦੇ ਵਿੱਚ ਸਾਡੇ ਲੋਕਾਂ ਨੇ ਜਿਹੜਾ ਉਹ ਤਬਦੀਲੀਆਂ ਕਰਾਈਆਂ, ਜਿਹੜੀਆਂ ਜੇ ਕੈਨੇਡਾ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਮੁਲਕ ਹੈਗਾ ਆਪਣੇ ਮਤਲਬ ਕਾਨੂੰਨਾਂ ਦੇ ਕਰਕੇ ਜਾਂ ਆਪਣੇ ਉਹਦੇ ਵਿੱਚ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਡਾ ਵੀ ਉਹਦੇ ਵਿੱਚ ਯੋਗਦਾਨ ਹੈ ਭਾਰਤੀਆਂ ਦਾ, ਪੰਜਾਬੀਆਂ ਦਾ, ਜਿਸ ਤਰੀਕੇ ਨਾਲ ਅਸੀਂ ਲੰਮਾ ਸਮਾਂ ਜਿਹੜੀ ਉਹ ਇੱਥੇ ਸਟਰਗਲ ਕੀਤੀ। ਤੇ ਜਿਹੜੀ ਸਾਡੀ ਅਸਲੀ ਮਤਲਬ ਭਾਈਚਾਰੇ ਦੀ ਜਿਹੜੀ ਪਛਾਣ ਆ ਜਾਂ ਜਿਹੜੀ ਅਸੀਂ ਇਸ ਵੇਲੇ ਅਸਲੀ ਨਹੀਂ ਮਤਲਬ ਅਸਲੀ ਤਾਂ ਪਹਿਲਾਂ ਤੋਂ ਹੀ ਤਕਰੀਬਨ 1903 ਤੋਂ ਹੀ ਅਸੀਂ ਮਤਲਬ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ, ਪਰ ਤਕਰੀਬਨ 1968 ਤੋਂ ਬਾਅਦ 68 ਦੇ ਵਿੱਚ ਇੱਥੇ ਕਾਨੂੰਨ ਇਹਨਾਂ ਨੇ ਬਦਲੇ, ਜਿਹੜੇ ਪਹਿਲਾਂ ਨਸਲਵਾਦ ਦੇ ਉੱਤੇ ਜਾਂ ਇਲਾਕੇ ਦੇ ਉੱਤੇ ਉਹ ਆਧਾਰਿਤ ਹੁੰਦੇ ਸੀ। 1968 ਦੇ ਵਿੱਚ ਇਹਨਾਂ ਨੇ ਮਤਲਬ ਉਹ ਮੈਰਿਟ ਦੇ ਉੱਤੇ ਕਰ ਦਿੱਤੇ ਵੀ ਕੋਈ ਵੀ ਬੰਦਾ ਜਿਹੜਾ ਕਿਤੋਂ ਵੀ ਰਿਗਾਰਡਲੈਸ ਵੀ ਉਹਨਾਂ ਦਾ ਕੀ ਜਿਹੜੀ ਨਸਲ ਆ ਜਾਂ ਕੀ ਜਿਹੜਾ ਮੁਲਕ ਆ ਉਹ ਮੈਰਿਟ ਦੇ ਆਧਾਰ ਦੇ ਉੱਤੇ ਕੈਨੇਡਾ ਆ ਸਕਦਾ ਹੈ ਤੇ ਇੱਥੇ ਆ ਕੇ ਉਹ ਰਹਿਣ ਦੇ ਲਈ ਆਪਣੀ ਉਹ ਅਰਜ਼ੀ ਦੇ ਸਕਦਾ। ਸੋ ਉਹਨੂੰ ਬਹੁਤ ਸਾਰੇ ਲੋਕ ਉਦੋਂ ਸਾਡੇ ਨੌਜਵਾਨ ਜਿਹੜੇ ਪੰਜਾਬੀ 1900 ਤਕਰੀਬਨ 69, 70 ਤੇ 72 ਤੱਕ 72 ਦੇ ਵਿੱਚ ਉਹਨਾਂ ਨੇ ਫਿਰ ਕੁਝ ਕਾਨੂੰਨਾਂ 'ਚ ਤਬਦੀਲੀ ਕਰ ਦਿੱਤੀ। 2-3 ਸਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੀ ਇੱਥੇ ਨੌਜਵਾਨ ਜਿਹੜੇ ਉਦੋਂ ਅਜੇ ਪੜ੍ਹ ਰਹੇ ਸੀ ਜਾਂ ਪੜ੍ਹ ਚੁੱਕੇ ਸੀ, ਸੋ ਬਹੁਤੇ ਉਹਨਾਂ ਦੇ ਵਿੱਚੋਂ ਜੰਮੇ ਵੀ ਆਜ਼ਾਦ ਮੁਲਕ ਦੇ ਸੀਗੇ। ਆਪਾਂ ਦੇਖ ਸਕਦੇ ਹਾਂ ਕਿ 60 ਦੇ ਅਖੀਰ ਦੇ ਉੱਤੇ ਜਾਂ 70ਵੇਂ ਦੇ ਸ਼ੁਰੂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਾਂ ਦੁਨੀਆ ਦੇ ਵਿੱਚ ਵੀ ਇੱਕ ਵੱਖਰੀ ਕਿਸਮ ਦਾ ਮਾਹੌਲ ਸੀ, ਇਨਕਲਾਬ ਦਾ ਸਮਾਂ ਸੀ। ਖਾਸ ਤੌਰ ਤੇ ਵਿਦਿਆਰਥੀ ਜਿਹੜੇ ਆ ਉਹ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਵਿੱਚ ਖਾਸ ਉਭਾਰ ਸੀਗਾ। ਸੋ ਸਾਡੇ ਵੀ ਜਿਹੜੇ ਨੌਜਵਾਨ ਇੱਥੇ ਉਦੋਂ ਆਏ 70-72 ਦੇ ਦੁਆਲੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪੋਲੀਟੀਕਲੀ ਕੌਨਸ਼ੀਅਸ ਲੋਕ ਸੀਗੇ, ਪਰ ਉਹ ਵੱਡੀ ਗਿਣਤੀ 'ਚ ਆਏ ਹੋਣ ਕਰਕੇ ਇੱਥੋਂ ਦੀ ਜਿਹੜੀ ਕਮਿਊਨਿਟੀ ਸੀ ਉਹਦੇ ਤੋਂ ਉਹਨਾਂ ਨੂੰ ਕਾਫੀ ਜਿਹੜਾ ਉਹ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਜਿਹੜੇ ਪੁਰਾਣੇ ਲੋਕ ਸੀ ਇੱਥੇ ਸੀਗੇ ਪਹਿਲਾਂ ਆਏ ਹੋਏ ਪਹਿਲੇ ਜਾਂ 1950 ਦੇ 60 ਦੇ ਵਿੱਚ ਵੀ ਫੈਮਲੀਆਂ ਆ ਸਕਦੀਆਂ ਸੀਗੀਆਂ। ਮੈਂ ਵੀ ਜਿਵੇਂ ਪਹਿਲਾਂ ਦੱਸਿਆ ਗਿਆ 1967 ਦੇ ਵਿੱਚ ਆਪਣੇ ਪਰਿਵਾਰ ਨਾਲ ਇੱਥੇ ਆਇਆ ਸੀ। ਸੋ ਪਰਿਵਾਰ ਉਦੋਂ ਆ ਰਿਹਾ ਸੀਗੇ, ਉਹਦੇ ਨਾਲ ਥੋੜੀ ਜਿਹੜੀ ਗਿਣਤੀ ਵੱਧ ਰਹੀ ਸੀ, ਪਰ ਉਹਨਾਂ ਦੇ ਵਿੱਚ ਜ਼ਿਆਦਾ ਇੱਥੋਂ ਦਾ ਜਿਹੜਾ ਅਸਰ ਸੀ ਉਹ ਪੁਰਾਣੇ ਜਿਹੜੇ ਲੋਕ ਇੱਥੇ ਐਸਟੈਬਲਿਸ਼ ਸੀਗੇ, ਭਾਵੇਂ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਫਿਰ ਵੀ ਉਹ ਇੱਥੋਂ ਦੇ ਸਮਾਜ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਐਡਜਸਟ ਕੀਤਾ ਸੀਗਾ। ਮਤਲਬ ਜਦੋਂ ਇਹ ਨਵੇਂ ਨੌਜਵਾਨ ਆਏ ਤੇ ਉਹ ਕਮਿਊਨਿਟੀ ਦੇ ਲੋਕਾਂ ਵੱਲੋਂ ਵੀ ਉਹਨਾਂ ਦਾ ਕਈ ਵਾਰੀ ਮਤਲਬ ਵਿਰੋਧ ਹੋਇਆ ਕਿ ਇਹਨਾਂ ਨੂੰ ਇੱਥੇ ਆ ਕੇ ਬਿਹੇਵ ਨਹੀਂ ਕਰਨਾ ਆਉਂਦਾ, ਜਾਂ ਇਹਨਾਂ ਨੂੰ ਪਤਾ ਨਹੀਂ ਵੀ ਕੈਨੇਡੀਅਨ ਮਤਲਬ ਕੈਨੇਡਾ ਦੇ ਲੋਕ ਕਿੱਦਾਂ ਵਸਦੇ ਆ, ਕੀ ਕਰਦੇ ਆ। ਪਰ ਅਸਲ ਦੇ ਵਿੱਚ ਗੱਲ ਜਿਹੜੀ ਉਹ ਨਸਲਵਾਦ ਦੀ ਸੀਗੀ ਤੇ ਉਹਦੇ ਰਿਐਕਸ਼ਨ ਵਜੋਂ ਪ੍ਰਤੀਕਰਮ ਵਜੋਂ ਸਾਡੇ ਜਿਹੜੇ ਨੌਜਵਾਨਾਂ ਨੇ ਤਕਰੀਬਨ ਦੂਜੀ ਗੱਲ ਇਹ ਕਿ ਜਦੋਂ ਮਤਲਬ 1970 ਦੇ ਵਿੱਚ ਲੋਕ ਆਉਣੇ ਸ਼ੁਰੂ ਹੋਏ, ਪਹਿਲਾਂ ਤਕਰੀਬਨ ਉਦੋਂ ਤੱਕ ਵੱਡੀ ਗਿਣਤੀ ਜਿਹੜੀ ਆ ਉਹ ਵੈਨਕੂਵਰ ਜਾਂ BC ਦੇ ਵਿੱਚ ਹੀ ਆਉਂਦੀ ਸੀਗੀ ਇਸ ਦੀ, ਤੇ ਇੱਥੋਂ ਫਿਰ ਬਾਹਰ ਜਾਂਦੇ, ਪਰ ਉਦੋਂ ਲੋਕ ਜਿਹੜੇ ਵਿਜ਼ਟਰ ਜਿਹੜੇ ਆ ਉਹ ਦੂਜਿਆਂ ਸ਼ਹਿਰਾਂ ਦੇ ਵਿੱਚ ਵੀ ਆਉਣੇ ਸ਼ੁਰੂ ਹੋ ਗਏ, ਖਾਸ ਤੌਰ ਤੇ ਟੋਰਾਂਟੋ, ਮੌਂਟਰੀਅਲ, ਆਪਣੀ ਕੈਲਗਰੀ, ਐਡਮੰਟਨ, ਵਿਨੀਪੈਗ, ਇਹਨਾਂ ਕੁਝ ਸ਼ਹਿਰਾਂ ਦੇ ਵਿੱਚ। ਸੋ ਸਾਡਾ ਜਿਹੜਾ ਭਾਈਚਾਰਾ ਹੈ ਉਹ ਪਹਿਲਾਂ ਵੈਨਕੂਵਰ ਤੱਕ ਜਾਂ BC ਤੱਕ ਹੀ ਉਹਦੀ ਸਗਾ ਸੀਮਾ ਇੱਕ ਤਰ੍ਹਾਂ, ਪਰ ਉਹ 70 ਤੋਂ ਬਾਅਦ ਫਿਰ ਸਾਰੇ ਕੈਨੇਡਾ ਦੇ ਵਿੱਚ ਜਿਹੜੀ ਉਹ ਕਰਨੀ ਸ਼ੁਰੂ ਹੋ ਗਿਆ। ਤੇ ਜਿਹੜੀ ਮੈਂ ਨੌਜਵਾਨਾਂ ਦੀ ਗੱਲ ਕਰਦਾ, ਉਹਨਾਂ ਨੇ
ਉਸ ਵੇਲੇ ਆਉਂਦਿਆਂ ਨੇ, ਕਿਉਂਕਿ ਉਹ ਪੋਲੀਟੀਕਲੀ ਕੌਨਸ਼ੀਅਸ ਸੀ ਤੇ ਪੜ੍ਹੇ ਲਿਖੇ ਸੀ ਸਾਰੇ, ਉਹਨਾਂ ਨੂੰ ਮਤਲਬ ਇਸ ਕਿਸਮ ਦੀ ਜਿਹੜੀ ਕੋਈ ਹੀਨਤਾ ਭਾਵਨਾ ਉਹਨਾਂ ਦੇ ਮਨ ਵਿੱਚ ਨਹੀਂ ਸੀਗੀ, ਆਪਣੇ ਆਪ ਨੂੰ ਪੂਰੀ ਤਰ੍ਹਾਂ ਉਹ ਇਹਨਾਂ ਦੇ ਬਰਾਬਰ ਸਮਝਦੇ ਸੀਗੇ। ਬਹੁਤ ਸਾਰੇ ਉਹਨਾਂ 'ਚੋਂ ਅੰਗਰੇਜ਼ੀ ਬੋਲ ਵੀ ਸਕਦੇ ਸੀ। ਸੋ ਉਹਨਾਂ ਨੇ ਹਰ ਜਗ੍ਹਾ ਤਕਰੀਬਨ ਹਰ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਜਥੇਬੰਦ ਕੀਤਾ ਆਉਂਦਿਆਂ ਨੇ। ਉਹ ਜਥੇਬੰਦ ਜਿਹੜੀ ਆ ਉਹਦੇ ਦੋ ਤਕਰੀਬਨ ਨਿਸ਼ਾਨੇ ਸੀਗੇ ਉਦੋਂ ਸ਼ੁਰੂ ਦੇ ਵਿੱਚ। ਇੱਕ ਤਾਂ ਕੈਨੇਡਾ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਜਿਹੜਾ ਸਹੀ ਤਰੀਕੇ ਨਾਲ ਉਹਨਾਂ ਦਾ ਸਾਹਮਣਾ ਕਰਨਾ। ਦੂਜਾ, ਜਿਵੇਂ ਪਹਿਲਾਂ ਸਾਡੀ ਗਦਰ ਮੂਵਮੈਂਟ ਸੀ ਕੈਨੇਡਾ ਤੋਂ ਜਾਂ ਅਮਰੀਕਾ ਤੋਂ, ਮਤਲਬ ਪਈ ਭਾਰਤ ਦੀ ਜਿਹੜੀ ਮਤਲਬ ਉੱਥੋਂ ਦੀ ਵੀ ਜਿਹੜੀ ਹਾਲਤ ਦੀ ਗੱਲ ਕਰਨੀ, ਕਿਉਂਕਿ ਮੈਂ ਜਿਵੇਂ ਦੱਸਿਆ ਕਿ ਪੋਲੀਟੀਕਲੀ ਕੌਨਸ਼ੀਅਸ ਲੋਕ ਸੀ, ਨਕਸਲਬਾੜੀ ਦਾ ਸਮਾਂ ਸੀ 60s ਦੇ ਐਂਡ ਦੇ ਉੱਤੇ। ਬਹੁਤ ਸਾਰੇ ਲੋਕ ਜਿਹੜੇ ਸੀ ਉਹਨਾਂ ਨੇ ਇਹ ਦੋਏ ਗੱਲਾਂ ਤਕਰੀਬਨ ਸ਼ੁਰੂ ਦੇ ਵਿੱਚ ਕਰਨੀਆਂ ਸ਼ੁਰੂ ਕੀਤੀਆਂ ਕਿ ਅਸੀਂ ਇੱਥੇ ਵੀ ਆਪਣੇ ਆਪ ਨੂੰ ਸਥਾਪਿਤ ਕਰਨਾ ਆ ਤੇ ਮਤਲਬ ਜਿਹੜਾ ਸਾਡੇ ਨਾਲ ਕੋਈ ਵਧੀਕੀ ਹੋ ਰਹੀ ਆ ਤਾਂ ਉਹਨੂੰ ਪੂਰੀ ਤਰ੍ਹਾਂ ਉਹਦਾ ਸਾਹਮਣਾ ਕਰਨਾ ਆ ਜਥੇਬੰਦ ਹੋ ਕੇ। ਤੇ ਦੂਜਾ ਇਹ ਹੈ ਕਿ ਅਸੀਂ ਜਿਹੜੀ ਭਾਰਤ ਦੇ ਵਿੱਚ ਤਬਦੀਲੀ ਹੋਣ ਦੀ ਉਦੋਂ ਆਸ ਲੱਗਦੀ ਸੀਗੀ ਉਹਦਾ ਵੀ ਅਸੀਂ ਸਮਰਥਨ ਕਰਨਾ ਆ। ਸੋ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਦੇ ਉੱਤੇ ਲੈਫਟ ਦਾ ਪ੍ਰਭਾਵ ਸੀ ਉਦੋਂ। ਮਤਲਬ 70 ਸਾਰਾ ਤਕਰੀਬਨ ਕੈਨੇਡਾ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤੇ ਉਦੋਂ ਤਕਰੀਬਨ 78 ਜਾਂ 80 ਦੇ ਸ਼ੁਰੂ ਤੱਕ ਸਾਡੇ ਭਾਈਚਾਰੇ ਦੇ ਵਿੱਚ ਜਿਹੜਾ ਉਹ ਲੈਫਟ ਦਾ ਲੋਕਾਂ ਦਾ ਪ੍ਰਭਾਵ ਸੀਗਾ। ਤੇ ਸੋ ਉਹਦੇ ਨਾਲ ਸਾਡੀਆਂ ਜਿਹੜੀਆਂ ਨੰਬਰ ਵਧਣ ਦੇ ਨਾਲ ਦੂਜੀਆਂ ਸਰਗਰਮੀਆਂ ਸ਼ੁਰੂ ਹੁੰਦੀਆਂ। ਜਿਹੜੀ ਆਪਣੀ ਅੱਜ ਦੀ ਜਿਹੜੀ ਗੱਲਬਾਤ ਦਾ ਮੇਨ ਵਿਸ਼ਾ ਹੈਗਾ ਪੰਜਾਬੀ ਭਾਸ਼ਾ ਬਾਰੇ, ਉਹਦੇ ਬਾਰੇ 1900 ਤਕਰੀਬਨ 72-73 ਤੋਂ ਇੱਥੇ ਵੈਨਕੂਵਰ ਦੇ ਵਿੱਚ ਪਹਿਲਾਂ ਅਖਬਾਰਾਂ ਇੱਕ ਦੋ ਨਿਕਲਦੀਆਂ ਸੀ, ਮੈਗਜ਼ੀਨ ਸ਼ੁਰੂ ਹੋਏ। 1973 ਦੇ ਵਿੱਚ ਵਤਨੋਂ ਦੂਰ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਇੱਕ ਨਵੀਂ ਧਰਤੀ, ਜੀਵਨ ਸਾਂਝਾ ਨਾਂ ਦਾ ਗੁਰਦਿਆਲ ਸਿੰਘ ਕਮਲ ਇੱਕ ਨੌਜਵਾਨ ਸੀ, ਇੱਕ ਉਹਨਾਂ ਨੇ 2 ਮੈਗਜ਼ੀਨ ਇੱਥੋਂ ਸ਼ੁਰੂ ਕੀਤੇ। ਤੇ ਉਹਦੇ ਨਾਲ ਹੀ 1973 ਦੇ ਵਿੱਚ ਸਾਡੇ ਇੱਥੇ ਵੈਨਕੂਵਰ ਦੇ ਵਿੱਚ ਪਹਿਲੀ ਸਾਹਿਤਕ ਜਥੇਬੰਦੀ ਜਿਹੜੀ ਉਹ ਹੋਂਦ ਵਿੱਚ ਆਈ ਤੇ ਉਹ ਹਜੇ ਪੂਰੀ ਤਰ੍ਹਾਂ ਸਰਗਰਮ ਹੈਗੀ ਉਹ ਜਥੇਬੰਦੀ। ਤੇ ਸੋ ਜਿਹੜਾ ਸ਼ੁਰੂ ਦੇ ਵਿੱਚ ਵੀ ਜਦੋਂ ਸਾਡੇ ਲੋਕ ਇੱਥੇ ਆਏ, ਉਹਨਾਂ ਨੇ 1907-08 ਦੇ ਵਿੱਚ ਵੈਨਕੂਵਰ ਦੇ ਵਿੱਚ ਜਿਹੜਾ ਨਾਰਥ ਅਮਰੀਕਾ ਦਾ ਪਹਿਲਾ ਗੁਰਦੁਆਰਾ ਜਿਹੜਾ ਸਥਾਪਿਤ ਕੀਤਾ। ਸੋ ਇਹਨਾਂ ਸਾਰੀਆਂ ਸਰਗਰਮੀਆਂ ਦੇ ਵਿੱਚ ਜਿਹੜੀ ਇੱਕ ਚੀਜ਼ ਸਾਡੇ ਲਈ ਮਹੱਤਵ ਰੱਖਦੀ ਹੈਗੀ ਆ ਅੱਜ ਦੀ ਗੱਲਬਾਤ ਲਈ, ਉਹ ਹੈ ਕਿ ਪੰਜਾਬੀ ਭਾਸ਼ਾ ਦਾ ਪ੍ਰਯੋਗ ਹੈ ਜਿਹੜਾ ਭਾਵੇਂ ਉਦੋਂ ਬਹੁਤੇ ਜਿਹੜੇ ਲੋਕ ਪੜ੍ਹੇ ਲਿਖੇ ਨਹੀਂ ਸੀ, ਜਿਹੜੇ ਪੜ੍ਹੇ ਲਿਖੇ ਸੀਗੇ ਉਹ ਵੀ ਉਹਨਾਂ ਨੂੰ ਉਰਦੂ ਆਉਣਾ ਸੀ ਜਾਂ ਕੁਛ ਉਹਨਾਂ ਨੇ ਅੰਗਰੇਜ਼ੀ ਸਿੱਖੀ ਸੀ। ਉਹਨਾਂ ਚੋਂ ਗੁਰਮੁਖੀ ਬਹੁਤ ਘੱਟ ਪੜ੍ਹਨ ਵਾਲੇ ਸੀ ਕਿਉਂਕਿ ਗੁਰਮੁਖੀ ਪੜ੍ਹਾਈ ਨਹੀਂ ਸੀ ਜਾਂਦੀ ਗੁਰਦੁਆਰਿਆਂ ਤੋਂ ਬਾਹਰ ਕਿਸੇ ਪਾਸੇ ਉਹਨਾਂ ਉਸ ਵੇਲੇ। ਸੋ ਜਿਹੜੀ ਬਹੁਤ ਸਾਰੀ ਸਰਗਰਮੀ ਹੋਈ, ਚਾਹੇ ਉਹ ਗਦਰ ਮੂਵਮੈਂਟ ਦੇ ਦੌਰਾਨ ਆਪਾਂ ਕਹਿ ਸਕਦੇ ਹਾਂ ਜਾਂ ਸਾਡੇ ਇੱਥੇ ਜਿਹੜੇ ਲੋਕਾਂ ਦੀਆਂ ਸਰਗਰਮੀਆਂ, ਗੁਰਦੁਆਰਾ ਜੋ ਕੁਛ ਕਰਦੇ ਸੀ ਉਹ ਬਹੁਤਾ ਕੁਛ ਪੰਜਾਬੀ 'ਚ ਕਰਦੇ ਸੀ ਔਰ ਗੁਰਮੁਖੀ ਲਿਪੀ 'ਚ ਕਰਦੇ ਸੀਗੇ। ਸੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਮਹੱਤਵਪੂਰਨ ਸਾਡੇ ਲਈ ਗੱਲ ਹੈਗੀ ਆ ਕਿ ਸਾਡੇ ਇੱਥੇ ਇਤਿਹਾਸਕਾਰ ਹੈਗੇ ਸੋਹਣ ਸਿੰਘ ਪੂਨੀ ਹੋਰੀ, ਉਹਨਾਂ ਦੀ ਕਿਤਾਬ ਜਿਹੜੀ ਕੈਨੇਡਾ ਦੇ ਗਦਰੀ ਯੋਧੇ, ਉਹਨਾਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦੀ ਕਾਫੀ ਜਾਣਕਾਰੀ ਜਿਹੜੀ ਇਕੱਠੀ ਕੀਤੀ ਆ। ਤੇ 1912-13 ਦੇ ਵਿੱਚ ਸਾਡੇ ਇੱਥੇ ਵੈਨਕੂਵਰ ਤੋਂ ਪੰਜਾਬੀ ਦੇ ਵਿੱਚ ਕਿਤਾਬਾਂ ਛਪੀਆਂ ਗੁਰਮੁਖੀ ਲਿਪੀ ਦੇ ਵਿੱਚ। ਸੋ ਇਸ ਕਿਸਮ ਦੀ ਜਿਹੜੀ ਸਰਗਰਮੀਆਂ ਉਦੋਂ ਤੋਂ ਲੈ ਕੇ ਜਿਹੜੀ ਪੰਜਾਬੀ ਦੇ ਸੰਬੰਧ ਦੇ ਵਿੱਚ ਇੱਥੇ ਹੁੰਦੀ ਰਹੀ ਆ। ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 1973 ਤੋਂ ਜਾਂ 72 ਤੋਂ ਬਾਅਦ ਜਿਹੜੀਆਂ ਉਹ ਵੱਖਰੀ ਕਿਸਮ ਦੀਆਂ ਸਰਗਰਮੀਆਂ ਜਿਨ੍ਹਾਂ ਸਾਹਿਤਕ ਵੀ ਸੀ, ਸੱਭਿਆਚਾਰਕ ਵੀ ਸੀ, ਸਾਡੇ ਇੱਥੇ ਨਾਟਕ ਵੀ ਹੋਣੇ ਸ਼ੁਰੂ ਹੋਏ। ਸੋ ਇਸ ਕਿਸਮ ਦੀਆਂ ਸਰਗਰਮੀਆਂ। ਦੂਜੀ ਗੱਲ ਹੈ ਕਿ ਇਕੱਲਾ ਵੈਨਕੂਵਰ ਦੇ ਵਿੱਚ ਨਹੀਂ, ਕੈਨੇਡਾ ਦੇ ਦੂਜੇ ਹਿੱਸਿਆਂ ਦੇ ਵਿੱਚ, ਦੂਜੇ ਸ਼ਹਿਰਾਂ ਦੇ ਵਿੱਚ ਵੀ। ਸੋ ਅਸਲੀ ਜਿਹੜੀ ਸਾਡੇ ਭਾਈਚਾਰੇ ਦੀ ਜਿਹੜੀ ਇਸ ਵੇਲੇ ਅਸੀਂ ਅਜੋਕਾ ਜਿਹਨੂੰ ਭਾਈਚਾਰਾ ਕਹਿੰਦੇ ਆ, ਉਹਦੀ ਜਿਹੜੀ ਸ਼ੁਰੂਆਤ ਉਹ 1970 ਤੋਂ ਸ਼ੁਰੂ ਤੋਂ ਹੋਈ। ਤੇ ਪਹਿਲਾ ਜਿਹੜਾ ਦਹਾਕਾ ਆ ਤਕਰੀਬਨ 70s ਦਾ, ਉਹ ਜਿਵੇਂ ਜ਼ਿਕਰ ਕੀਤਾ ਕਿ ਜ਼ਿਆਦਾ ਉਹਦੇ ਤੇ ਲੈਫਟ ਦੇ ਲੋਕਾਂ ਦਾ ਪ੍ਰਭਾਵ ਸੀਗਾ। ਪਰ 1980 ਦੇ ਸ਼ੁਰੂ ਦੇ ਵਿੱਚ ਜਿਹੜੀ ਪੰਜਾਬ ਦੀ ਜਿਹੜੀ ਉੱਥੇ ਗੱਲਬਾਤ ਸ਼ੁਰੂ ਹੋਈ, ਉਹਦੇ ਨਾਲ ਇੱਥੇ ਵੀ ਉਹੀ ਪ੍ਰਭਾਵ ਪਿਆ। ਤੇ ਤਕਰੀਬਨ ਮਿਡ 80 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਉਹ ਕਮਿਊਨਿਟੀ ਦੇ ਉੱਤੇ ਧਾਰਮਿਕ ਜਿਹੜਾ ਆ ਉਹ ਅਸਰ ਹੈਗਾ। ਇਸ ਵੇਲੇ ਸਾਡੇ ਕੈਨੇਡਾ ਦੇ ਵਿੱਚ ਕੋਈ ਇਸ ਕਿਸਮ ਦੀ ਜਥੇਬੰਦੀ ਜਿਹੜੀ ਗੈਰ ਧਾਰਮਿਕ ਹੋਵੇ ਔਰ ਕੈਨੇਡਾ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੀ ਹੋਵੇ। ਮੁੱਖ ਤੌਰ ਤੇ ਜਿਹੜੇ ਹਰ ਸ਼ਹਿਰ ਦੇ ਗੁਰਦੁਆਰੇ ਹੈਗੇ ਆ ਜਾਂ ਮਤਲਬ ਧਾਰਮਿਕ ਸੰਸਥਾਵਾਂ ਹੈਗੀਆਂ, ਉਹਨਾਂ ਦੇ ਕੋਲ ਹੀ ਤਕਰੀਬਨ ਕਮਿਊਨਿਟੀ ਦੀ ਤਾਕਤ ਹੈਗੀ ਆ। ਸੋ ਜਿਹੜੀ ਇਹ ਸਥਿਤੀ ਹੈਗੀ ਆ। ਤੇ ਜਿਹੜੀ ਜਿੱਥੇ ਤੱਕ ਪੰਜਾਬੀ ਬੋਲੀ ਦਾ ਸੰਬੰਧ ਹੈਗਾ ਆ,
ਸਾਹਿਤ ਸਭਾਵਾਂ ਸ਼ੁਰੂ ਹੋ ਗਈਆਂ, ਲੇਖਕਾਂ ਨੇ ਮਤਲਬ ਲਿਖਣਾ ਸ਼ੁਰੂ ਕਰ ਦਿੱਤਾ, ਸਾਡੀ ਕਿਤਾਬਾਂ ਵੀ ਛਪਣ ਲੱਗ ਪਈਆਂ ਕਿਤੇ ਕਿਤੇ। ਸੋ ਇਸ ਕਿਸਮ ਦੀਆਂ ਸਰਗਰਮੀਆਂ ਦੇ ਨਾਲ ਜਿਹੜੀ ਪੰਜਾਬੀ ਦਾ ਉਹ ਇੱਥੇ ਜਿਹੜਾ ਅਮਲ ਸ਼ੁਰੂ ਹੋਇਆ। ਤੇ ਜਿਹੜੀ ਮੁੱਖ ਤੌਰ ਤੇ ਪੰਜਾਬੀ ਨੂੰ ਜੇ ਪੜ੍ਹਾਉਣ ਦਾ ਕੋਈ ਕੰਮ ਚੱਲਦਾ ਰਿਹਾ ਤਾਂ ਉਹ ਗੁਰਦੁਆਰਿਆਂ ਦੇ ਵਿੱਚ ਸੀਗਾ। ਸ਼ੁਰੂ ਤੋਂ ਲੈ ਕੇ ਮਤਲਬ ਕੋਸ਼ਿਸ਼ਾਂ ਇਹ ਹੁੰਦੀਆਂ ਰਹੀਆਂ ਵੈਨਕੂਵਰ ਦੇ ਵਿੱਚ ਵੀ ਜਾਂ ਦੂਜੇ ਥਾਂ ਵੀ ਜਿਹੜੇ ਫਿਰ ਗੁਰਦੁਆਰੇ ਸਥਾਪਿਤ ਹੋਏ, ਉਹਨਾਂ ਦੇ ਵਿੱਚ ਨਾਲ ਨਾਲ ਪੰਜਾਬੀ ਪੜ੍ਹਾਉਣ ਦੀ ਵੀ ਕੋਸ਼ਿਸ਼ ਇੱਥੇ ਹੁੰਦੀ। ਇੱਥੇ ਵੈਨਕੂਵਰ ਦੇ ਸਾਡੇ ਪੁਰਾਣੇ ਲੋਕਾਂ ਦੇ ਵਿੱਚੋਂ ਕੁਝ ਇਸ ਕਿਸਮ ਦੇ ਲੋਕ ਸਾਨੂੰ ਮਿਲਦੇ ਰਹੇ ਆ ਜਿਨ੍ਹਾਂ ਨੇ ਗੁਰਦੁਆਰੇ ਦੇ ਵਿੱਚ ਪੰਜਾਬੀ ਪੜ੍ਹਨੀ ਲਿਖੀ ਸਿੱਖੀ ਸੀਗੀ। ਪਰ ਜਿਹੜੀ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੀ ਪਹੁੰਚ ਸੀਗੀ ਉਹਨਾਂ ਦੀ ਬੇਸਿਕਲੀ ਧਾਰਮਿਕ ਪਹੁੰਚ ਸੀ ਕਿ ਸਾਡੇ ਬੱਚਿਆਂ ਨੂੰ ਕੀਰਤਨ ਕਰਨ ਤੱਕ ਜਿਹੜੀ ਪੰਜਾਬੀ ਆ ਜਾਵੇ। ਉਹ ਇੱਕ ਭਾਸ਼ਾ ਦੇ ਨਜ਼ਰੀਏ ਤੋਂ ਪੰਜਾਬੀ ਨੂੰ ਨਹੀਂ ਸੀ ਉਹ ਦੇਖਦੇ ਜਾਂ ਪੜ੍ਹਾਉਂਦੇ। ਸੋ ਜਿਹੜੀ ਉਹ ਮਤਲਬ ਇੱਕ ਉਹਦੀ ਸੀਮਤਾ ਸੀ, ਪਰ ਉਹ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਗੱਲ ਸੀ ਕਿ ਪੰਜਾਬੀ ਦੇ ਨਾਲ ਜੁੜੇ ਵੀ ਰਹੇ ਲੋਕ ਔਰ ਉਹਨਾਂ ਨੇ ਗਾਹਾਂ ਦੀ ਜਨਰੇਸ਼ਨ ਨੂੰ ਜੋੜਨ ਦਾ ਵੀ ਮਤਲਬ ਕੋਸ਼ਿਸ਼ ਕੀਤੀ। 40s 50s ਦੇ ਵਿੱਚ ਜਦੋਂ ਮਤਲਬ ਜਿਹੜੇ ਇੱਥੇ ਥੋੜੇ ਲੋਕ ਸੀਗੇ ਉਹ ਰਹਿੰਦੇ ਵੀ ਦੂਰ ਸੀਗੇ, ਉਹਨਾਂ ਦੇ ਜਿਹੜੇ ਗਾਹਾਂ ਬੱਚੇ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪੰਜਾਬੀ ਨਹੀਂ ਸੀ ਬੋਲ ਸਕਦੇ, ਭੁੱਲ ਗਏ ਸੀ, ਅੰਗਰੇਜ਼ੀ ਬੋਲਦੇ ਸੀਗੇ। ਤੇ ਪਰ ਜਦੋਂ ਸਾਡੇ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਆਏ 70s ਦੇ ਵਿੱਚ, ਜਿਹੜੇ ਪੁਰਾਣੇ ਲੋਕ ਆ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੰਜਾਬੀ ਬੋਲਣੀ ਸਿੱਖ ਗਏ ਦੁਬਾਰਾ। ਕਿਉਂਕਿ ਜਿਹੜੀ ਇੱਕ ਗੱਲ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਮਾਂ ਬੋਲੀ ਆ ਉਹ ਤੁਸੀਂ ਜੰਮਣ ਤੋਂ ਪਹਿਲਾਂ ਵੀ ਆਪਣੇ ਮਤਲਬ ਜਿਹੜੇ ਪਹਿਲੇ ਵੀ ਕੁਝ ਮਹੀਨੇ ਤੁਸੀਂ ਆਪਣੇ ਮਾਂ ਦੇ ਗਰਭ ਸੁਣਨੇ ਆ ਉਦੋਂ ਵੀ ਤੁਹਾਡੇ ਕੰਨਾਂ ਚੋਂ ਪੈਂਦੀ ਆ। ਤੇ ਜਦੋਂ ਤੁਸੀਂ ਮਤਲਬ ਜਿਹੜੀ ਮਾਂ ਬੋਲੀ ਆ ਉਹਦੇ ਨਾਲ ਜਿਹੜਾ ਸੰਬੰਧ ਆ ਉਹ ਜੰਮਣ ਤੋਂ ਪਹਿਲਾਂ ਹੀ ਬੱਚੇ ਦਾ ਜੁੜ ਜਾਂਦਾ ਹੈਗਾ ਆ। ਉਹ ਆਵਾਜ਼ਾਂ ਦੇ ਨਾਲ ਉਹਦੀ ਮਤਲਬ ਜਿਹੜੀ ਜਾਣ ਪਛਾਣ ਹੁੰਦੀ ਆ, ਜਿਹੜੀ ਉਹ ਇੱਕ ਮਤਲਬ ਨਾ ਉਹ ਇੱਕ ਖਾਸ ਕਿਸਮ ਦੀ ਜਿਹੜੀ ਸਾਂਝ ਹੁੰਦੀ ਆ। ਤੇ ਜੇ ਮਤਲਬ ਉਹ ਬਾਅਦ ਦੇ ਵਿੱਚ ਹੁਣ ਉਹ ਜਿਹੜੇ ਬੱਚੇ ਸੀਗੇ ਜਿਹੜੇ ਇੱਥੇ ਪੰਜਾਬੀ ਉਹਨਾਂ ਨੇ ਕਿਉਂਕਿ ਬਾਹਰ ਨਹੀਂ ਸੀ ਪੰਜਾਬੀ ਬੋਲੀ ਜਾਂਦੀ ਜਾਂ ਮਤਲਬ ਘੱਟੋ ਘੱਟ ਘਰ ਤੋਂ ਬਾਹਰ ਉਹਨਾਂ ਦੇ ਜਾਂ ਗੁਰਦੁਆਰੇ ਤੋਂ ਬਾਹਰ ਕੋਈ ਇੱਦਾਂ ਦਾ ਥਾਂ ਨਹੀਂ ਸੀਗਾ। ਸੋ ਬਾਹਰ ਉਹ ਅੰਗਰੇਜ਼ੀ ਬੋਲਦੇ ਸੀਗੇ, ਅੰਗਰੇਜ਼ੀ ਸਾਰੀ ਗੱਲਬਾਤ ਕਰਦੇ ਸੀਗੇ। ਪਰ ਜਦੋਂ ਉਹਨਾਂ ਨੂੰ ਲੋੜ ਪਈ ਜਿਹੜੇ ਉਹਨਾਂ ਦੇ ਕਿਉਂਕਿ ਅੰਦਰ ਆਵਾਜ਼ਾਂ ਸੀਗੀਆਂ ਉਹਨਾਂ ਨੇ ਦੂਜਿਆਂ ਲੋਕਾਂ ਨਾਲ ਛੇਤੀ ਪੰਜਾਬੀ ਬੋਲਣੀ ਸਿੱਖ ਲਈ। ਸੋ ਮਾਂ ਬੋਲੀ ਦਾ ਜਿਹੜਾ ਇਹ ਖਾਸ ਜਿਹੜਾ ਹੈ ਮਤਲਬ ਕਿ ਮੈਂ ਜਿਹੜੀ ਇਹ ਕਿਤਾਬ ਲਿਖੀ ਦੇ ਵਿੱਚ ਪਹਿਲਾਂ ਜਿਹੜੇ ਆਰਟੀਕਲ ਲਿਖੇ ਤਾਂ ਮੈਂ ਇੱਕ ਉਦਾਹਰਨ ਦਿੱਤੀ ਸੀਗੀ ਕਿ ਸਾਡੇ ਇੱਥੇ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਇੱਕ ਫੈਮਿਲੀ ਦੇ ਵਿੱਚ ਇੱਕ ਨੌਜਵਾਨ ਸੀ, ਉਦੋਂ ਟੀਨੇਜ ਮੁੰਡਾ, ਤੇ ਉਹ ਥੋੜਾ ਜਿਹਾ ਗਲਤ ਕੰਮਾਂ ਦੇ ਵਿੱਚ ਪੈ ਗਿਆ। ਇਹ ਗੱਲ 60s ਦੀ ਹੈਗੀ ਆ, ਮਿਡ 60 ਜਾਂ ਲੇਟ 60 ਦੀ। ਤੇ ਉਹਨਾਂ ਨੇ ਉਹਨੂੰ ਉਹ ਬਿਲਕੁਲ ਅੰਗਰੇਜ਼ੀ ਬੋਲਦਾ ਸੀ, ਆਪਣੇ ਯਾਰਾਂ ਦੋਸਤਾਂ ਦੇ ਨਾਲ ਪੰਜਾਬੀ ਦਾ ਕੋਈ ਸ਼ਬਦ ਹੀ ਬੋਲਦਾ ਸੀ। ਉਹਨਾਂ ਨੇ ਉਹਨੂੰ ਪਿੰਡ ਭੇਜ ਦਿੱਤਾ ਵੀ ਇਹ ਉੱਥੇ ਜਾ ਕੇ ਮਤਲਬ ਭਾਜੀ ਉਹਨਾਂ ਦਾ ਸਾਰਾ ਪਰਿਵਾਰ ਪਿੱਛੇ ਸੀਗਾ ਤੇ ਉਹਨਾਂ ਨੂੰ ਉਹ ਪਿੰਡ ਲੈ ਗਿਆ। ਉੱਥੇ ਮਤਲਬ ਵੀ ਉਹਨਾਂ ਦਾ ਖੂਹ ਸੀ ਬਾਹਰ ਘਰ ਤੋਂ ਪਿੰਡ ਤੋਂ, ਤੇ ਉਹਨਾਂ ਨੇ ਕਿਹਾ ਵੀ ਇਹਨੂੰ ਇੱਥੇ ਖੂਹ ਤੇ ਰੱਖਣਾ, ਇਹਨੂੰ ਸਿੱਧਾ ਕਰਨਾ ਆ। ਤੇ ਉਹ ਸੱਚੀ ਸਿੱਧਾ ਹੋਇਆ। 5-6 ਮਹੀਨਿਆਂ ਦੇ ਵਿੱਚ ਉਹ ਠੇਠ ਪੰਜਾਬੀ ਬੋਲਣ ਲੱਗ ਪਿਆ, ਮਤਲਬ ਜਿਹੜੀ ਕਿਉਂਕਿ ਉਹਦੇ ਅੰਦਰ ਸੀਗੀ ਪੰਜਾਬੀ, ਭਾਵੇਂ ਉਹ ਬੋਲਦਾ ਨਹੀਂ ਸੀਗਾ। ਸੋ ਇਸੇ ਤਰ੍ਹਾਂ ਜੇ ਕੋਈ ਹੋਰ, ਮੇਰਾ ਇਹ ਆਪਣਾ ਅੰਦਾਜ਼ਾ ਹੈ ਵੀ ਜੇ ਕਿਸੇ ਹੋਰ ਕਮਿਊਨਿਟੀ ਦੇ ਬੱਚੇ ਨੂੰ ਉੱਥੇ ਲੈ ਕੇ ਜਾਂਦਾ, ਬੋਲਣੀ ਉਹਨੇ ਵੀ ਸਿੱਖ ਲੈਣੀ ਸੀਗੀ, ਪਰ ਉਹ ਇੰਨੀ ਸਿਖਾਲੀ ਜਾਂ ਇੰਨੀ ਛੇਤੀ ਨਾ ਸਕਦਾ ਜਿੰਨੀ ਛੇਤੀ ਉਹ ਬੱਚਾ ਸਿੱਖੇ ਕਿਉਂਕਿ ਉਹਦੇ ਅੰਦਰ ਸੀ ਪੰਜਾਬੀ। ਸੋ ਜਿਹੜੀ ਇਹ ਤੋਂ ਅੱਗੇ ਦੀ ਗੱਲ ਹੈਗੀ ਆ ਕਿ ਸਾਡੀ ਜਿਹੜੀ ਇੱਥੇ ਪੜ੍ਹਾਈ ਦਾ, ਕਿਉਂਕਿ ਮੇਰਾ ਜ਼ਿਆਦਾ ਸੰਬੰਧ ਰਿਹਾ ਪੰਜਾਬੀ ਪੜ੍ਹਾਉਣ ਦੇ ਨਾਲ। ਮੈਂ ਇੱਥੇ ਜਦੋਂ ਆਇਆ ਤੇ ਮੈਂ ਉਦੋਂ ਜਦੋਂ ਪੰਜਾਬ ਤੋਂ ਆਇਆ ਤਾਂ ਮੈਂ ਹਾਇਰ ਸੈਕੰਡਰੀ ਫੇਲ ਹੋ ਗਿਆ ਸੀ, ਪਾਸ ਹੋ ਕੇ ਨਹੀਂ ਸੀ ਆਇਆ। ਤੇ ਇੱਧਰ ਆ ਕੇ ਮੈਂ ਆਪਣੀ ਕੰਮ ਕਰਦੇ ਨਹੀਂ ਮਤਲਬ ਮਿਲਾਂ 'ਚ ਜਾਂ ਫਾਰਮਾਂ ਦੇ ਵਿੱਚ ਸ਼ੁਰੂ ਦੇ ਵਿੱਚ ਮਤਲਬ ਆਪਣੀ ਪੜ੍ਹਾਈ ਚਾਲੂ ਰੱਖੀ। ਤੇ ਫਿਰ ਮੈਨੂੰ ਪੋਸਟ ਆਫਿਸ ਕੰਮ ਮਿਲ ਗਿਆ ਜਿਹੜਾ ਥੋੜਾ ਜਿਹਾ ਮੁਕਾਬਲਤਨ ਸਖਾਲਾ ਸੀ, ਤੇ ਉਹਦੇ ਨਾਲ ਮੈਂ ਉਹ ਕੰਮ ਕਰਦੇ ਨੇ ਵੀ ਮਤਲਬ ਆਪਣੀ ਜਿਹੜੀ ਉਹ ਪੜ੍ਹਾਈ ਜਾਰੀ ਰੱਖੀ। ਤੇ ਮੈਂ ਇੱਥੇ 86 ਦੇ ਵਿੱਚ MA ਕੀਤੀ ਤੇ ਉਦੋਂ ਹੀ ਸਾਡੇ ਇੱਥੇ UBC ਦੇ ਵਿੱਚ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੇ ਨਾਲ ਜਿਹੜੀ ਇੱਕ ਚੇਅਰ ਐਸਟੈਬਲਿਸ਼ ਹੋਈ, ਪੰਜਾਬੀ ਸਿੱਖ ਚੇਅਰ। 1987 ਦੇ ਵਿੱਚ ਉਹ ਚੱਲਣੀ ਤਾਂ 1983 ਚਾਹੀਦੀ ਸੀ, ਪਰ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਸੀ ਉਹਦੇ ਕਰਕੇ ਜਿਹੜੀ ਇੰਡੀਅਨ ਗਵਰਨਮੈਂਟ, ਕਿਉਂਕਿ ਸਿੱਧਾ ਤਾਂ ਲਿੰਕ ਕੈਨੇਡਾ ਦਾ ਇੰਡੀਅਨ ਗਵਰਨਮੈਂਟ ਦੇ ਨਾਲ ਹੀ ਸੀ ਨਾ, ਉਹਨਾਂ ਨੇ ਤਕਰੀਬਨ 3-4 ਸਾਲ ਜਿਹੜੀ ਉਹ ਚੇਅਰ ਐਸਟੈਬਲਿਸ਼ ਨੇ ਹੋਣ ਦਿੱਤੀ। ਇਸ ਕਿਸਮ ਦੀਆਂ ਬਾਅਦ ਦੇ ਵਿੱਚ ਸਾਨੂੰ ਇਹ ਜਾਣਕਾਰੀ ਮਿਲੀ। ਤੇ ਸੋ 1987 ਦੇ ਵਿੱਚ ਉਹ ਚੇਅਰ ਜਿਹੜੀ UBC ਸ਼ੁਰੂ ਹੋਈ ਤੇ ਉਹਦੇ ਵਿੱਚ ਉਹਨਾਂ ਨੇ ਡਾਕਟਰ ਹਰਜੋਤ ਉਬਰਾਏ ਜਿਹੜੇ ਨੌਜਵਾਨ ਉਦੋਂ
ਉਹਨਾਂ ਨੇ PhD ਕੀਤੀ ਸੀ ਆਸਟ੍ਰੇਲੀਆ ਤੋਂ, ਰਾਜੀਤਾ ਜੀ, ਤੇ ਉਹਨਾਂ ਨੂੰ ਇੱਥੇ ਉਹਨਾਂ ਨੇ ਚੇਅਰ ਦੇ ਲਈ ਜਿਹੜਾ ਲਿਆਂਦਾ, ਤੇ ਉਹਨਾਂ ਨੂੰ ਮਤਲਬ ਪੰਜਾਬੀ ਪੜ੍ਹਾਉਣ ਦੇ ਲਈ ਥੋੜ੍ਹੀ ਜਿਹੀ ਮਦਦ ਦੀ ਲੋੜ ਸੀ, ਤੇ ਉਹਨਾਂ ਨੇ ਸਾਡੀ ਇੱਥੇ 1987 ਦੇ ਵਿੱਚ ਕਾਨਫਰੰਸ ਸੀ, ਉਹਦੇ 'ਚ ਉਹ ਆਏ ਤੇ ਲਿਟਰੇਰੀ ਕਾਨਫਰੰਸ ਸੀ ਸਾਡੀ ਜਥੇਬੰਦੀ ਵੱਲੋਂ ਕੀਤੀ ਗਈ, ਤੇ ਉੱਥੋਂ ਉਹਨਾਂ ਨੇ ਮੇਰੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ, ਤੇ ਮੈਨੂੰ ਮਤਲਬ ਭਾਵੇਂ ਮੈਂ ਇੱਥੇ ਸੋਸ਼ੀਓਲੋਜੀ ਦੀ MA ਕੀਤੀ ਸੀਗੀ ਤੇ ਮੈਨੂੰ ਉਸ ਵੇਲੇ ਕੋਈ ਨਾ ਕੋਈ ਵਧੀਆ ਨੌਕਰੀ ਮਿਲ ਸਕਦੀ ਸੀਗੀ, ਤੇ ਪਰ ਮੇਰੇ ਮਨ ਦੇ ਵਿੱਚ ਕੋਈ ਇਸ ਕਿਸਮ ਦਾ ਖਿਆਲ ਨਹੀਂ ਸੀ। ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਤੇ ਮੈਂ ਉਹਨਾਂ ਦੇ ਨਾਲ ਉੱਥੇ ਜਾ ਕੇ, ਤੁਸੀਂ ਕਹਿ ਸਕਦੇ ਹੋ ਆਲਮੋਸਟ ਵੋਲੰਟੀਅਰ ਤੌਰ ਤੇ ਹੀ ਮਤਲਬ ਉਹ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ 1988 ਦੇ ਸ਼ੁਰੂ ਤੋਂ, ਤੇ ਉਹ ਫਿਰ ਮੈਂ ਉੱਥੇ ਤਕਰੀਬਨ 20 ਸਾਲ 2008 ਤੱਕ ਪੰਜਾਬੀ ਪੜ੍ਹਾਈ, ਤੇ ਮੇਰਾ ਜਿਹੜਾ ਉੱਥੇ ਕੋਈ ਉਸ ਕਿਸਮ ਦੀ ਸਟੇਟਸ ਨਹੀਂ ਸੀਗਾ, ਮਤਲਬ ਜਿਵੇਂ ਤੁਸੀਂ ਹੁੰਦੇ ਯੂਨੀਵਰਸਿਟੀਆਂ ਦੇ ਵਿੱਚ। ਪਹਿਲਾਂ ਤਾਂ ਮੈਂ ਆਲਮੋਸਟ ਵੋਲੰਟੀਅਰ ਹੀ ਸੀਗਾ, ਮੈਨੂੰ ਉਹ ਤਕਰੀਬਨ 8 ਮਹੀਨਿਆਂ ਦਾ $5000 ਦਿੰਦੇ ਸੀਗੇ, ਜਿਹੜੀ TA-ਸ਼ਿਪ ਕਹਿ ਸਕਦੇ ਹਾਂ, ਤੇ ਬਾਅਦ ਦੇ ਵਿੱਚ ਵੀ ਮੈਨੂੰ ਉਹ ਮਤਲਬ ਇੱਕ ਟੈਂਪਰੇਰੀ ਲੈਕਚਰਰ ਦੇ ਤੌਰ ਤੇ ਮੈਂ ਰਿਹਾ ਉੱਥੇ 20 ਸਾਲ, ਤੇ ਉਹਦੇ ਨਾਲ ਉਹ ਮੈਨੂੰ ਸਤੰਬਰ ਦੇ ਵਿੱਚ ਕੰਮ ਤੇ ਰੱਖ ਲੈਂਦੇ ਸੀ, ਅਪ੍ਰੈਲ ਦੇ ਵਿੱਚ ਫਾਇਰ ਕਰ ਦਿੰਦੇ ਸੀ, ਤੇ ਮੈਂ ਵਿਹਲਾ ਹੁੰਦਾ ਸੀ। ਸੋ ਮੇਰਾ ਉੱਥੇ ਕੋਈ ਇਸ ਕਿਸਮ ਦਾ ਸਥਾਨ ਨਹੀਂ ਸੀਗਾ, ਪਰ ਮੇਰਾ ਕਿਉਂਕਿ ਮੈਨੂੰ ਉਸ ਗੱਲ ਦੇ ਵਿੱਚੋਂ ਖੁਸ਼ੀ ਬਹੁਤ ਮਿਲਦੀ ਸੀਗੀ, ਮੈਨੂੰ ਮਤਲਬ ਪੈਸੇ ਨਾਲ ਵੀ ਇੰਨਾ ਕੋਈ ਮੈਨੂੰ ਪਹਿਲਾਂ ਤੋਂ ਨਹੀਂ ਰਿਹਾ, ਤੇ ਮੈਂ ਮਤਲਬ ਇਸ ਗੱਲੋਂ ਸੰਤੁਸ਼ਟ ਬਹੁਤ ਸੀਗਾ। ਸੋ ਮੈਂ 20 ਸਾਲ ਉੱਥੇ ਬਹੁਤ ਵਧੀਆ ਗੁਜ਼ਾਰੇ, ਉਹਦੇ ਨਾਲ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਪੜ੍ਹਾਉਣ ਦੇ ਨਾਲ ਨਾਲ। ਜਿਹੜਾ ਮੈਂ ਉੱਥੇ ਜਿਹੜੀ ਮਤਲਬ ਉੱਥੋਂ ਨੌਜਵਾਨ ਹੁੰਦੇ ਸੀ, ਬੱਚੇ ਤਾਂ ਨਹੀਂ ਸੀ ਯੂਨੀਵਰਸਿਟੀ ਵਿੱਚ ਪੜ੍ਹਦੇ, ਉਹਨਾਂ ਦੇ ਲਈ ਜਿਹੜੀਆਂ ਮੈਂ ਕਿਤਾਬਾਂ 2-3 ਤਿਆਰ ਕੀਤੀਆਂ ਪੜ੍ਹਾਉਣ ਦੇ ਲਈ, ਤੇ ਜਿਹੜੇ ਮਤਲਬ ਸਾਰੇ ਕੰਮਾਂ ਦੇ ਵਿੱਚ ਮੈਨੂੰ ਆਪ ਬਹੁਤ ਕੁਝ ਉਹਦੇ 'ਚੋਂ ਸਿੱਖਣ ਨੂੰ ਮਿਲਿਆ, ਤੇ ਨਾਲ ਹੀ ਮਤਲਬ ਇਸ ਗੱਲ ਦੀ ਤਸੱਲੀ ਕਿ ਪੰਜਾਬੀ ਦੇ ਲਈ ਕੰਮ ਹੋ ਰਿਹਾ। ਸੋ ਸਾਡੀ 1987 ਦੇ ਵਿੱਚ ਇੱਥੇ ਉਹ ਚੇਅਰ ਜਿਹੜੀ ਹੁੰਦੀ ਹੈ ਸਥਾਪਿਤ, ਉਹਦੇ ਨਾਲ ਜਿਹੜਾ ਮਤਲਬ ਪੰਜਾਬੀ ਪੜ੍ਹਾਉਣ ਦਾ ਇੱਕ ਅਮਲ ਸ਼ੁਰੂ ਹੁੰਦਾ ਆ, ਤੇ ਉਹਦੇ ਨਾਲ ਇੱਕ ਕਮਿਊਨਿਟੀ ਦੇ ਵਿੱਚ ਵੀ ਇਸ ਕਿਸਮ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਕਿ ਮਤਲਬ ਜਿਹੜੀ ਪੰਜਾਬੀ ਆ ਉਹ ਮਤਲਬ ਜਿਹੜੀ ਪੜ੍ਹਾਈ ਜਾਵੇ ਵੱਡੀ ਪੱਧਰ ਦੇ ਉੱਤੇ। ਤੇ ਸਾਡੇ ਇੱਥੇ 1992 ਦੇ ਵਿੱਚ ਸਰਕਾਰ ਬਣੀ, ਜਿਹਨੂੰ NDP ਅਸੀਂ ਕਹਿੰਦੇ ਹਾਂ, ਇਸ ਵੇਲੇ ਵੀ ਉਹਨਾਂ ਦੀ ਸਰਕਾਰ ਹੈਗੀ ਆ, ਨਿਊ ਡੈਮੋਕ੍ਰੈਟਿਕ ਪਾਰਟੀ, ਉਹ ਪ੍ਰੋਗਰੈਸਿਵ ਪਾਰਟੀ ਹੈਗੀ ਕਾਫੀ ਦੂਜਿਆਂ ਦੇ ਮੁਕਾਬਲੇ ਦੇ ਉੱਤੇ, ਉਹਨਾਂ ਦੀ ਸਰਕਾਰ ਸੀਗੀ, ਤੇ ਉਹਨਾਂ ਨੇ ਜਿਹੜੀ ਕੈਨੇਡਾ ਦੀ ਜਾਂ BC ਦੀ ਵੀ ਇਹਨਾਂ ਦੀ ਐਜੂਕੇਸ਼ਨ ਮਿਨਿਸਟਰੀ ਦੀ ਜਿਹੜੀ ਐਜੂਕੇਸ਼ਨ ਦੀ ਪਾਲਿਸੀ ਸੀਗੀ 1949 ਤੋਂ ਉਹਨਾਂ ਨੇ ਉਹਨੂੰ ਰਿਨਿਊ ਨਹੀਂ ਸੀ ਕੀਤਾ, ਤੇ ਉਹਨੂੰ ਉਹ ਦੁਬਾਰਾ ਉਹਨਾਂ ਨੇ ਤਿਆਰ ਕਰ ਰਹੇ ਸੀਗੇ। ਤੇ ਸਾਡੇ ਭਾਈਚਾਰੇ 'ਚ ਇੱਕ ਨੌਜਵਾਨ ਅਧਿਆਪਕ ਇੰਦਰ ਮੇਟ ਉਹਨਾਂ ਦਾ ਨਾਂ ਸੀ, ਤੇ ਉਹ ਉਹਨਾਂ ਨੇ 2 ਸਾਲ ਲਈ ਉਹਨੂੰ ਹੋਰ ਵੀ 1-2 ਅਧਿਆਪਕਾਂ ਨੂੰ ਵਿਕਟੋਰੀਆ ਲੈ ਗਿਆ ਕਿ ਤੁਸੀਂ ਇਹ ਪਾਲਿਸੀ ਤਿਆਰ ਕਰੋ। ਉਹਦੇ ਵਿੱਚੋਂ ਮਤਲਬ ਉਹਨਾਂ ਨੇ ਕਮਿਊਨਿਟੀ 'ਚ ਗੱਲਬਾਤ ਕੀਤੀ ਕਿ ਜਿਹੜੀ ਪੰਜਾਬੀ ਵੀ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਈ ਜਾ ਸਕਦੀ ਹੈ ਇੱਥੋਂ ਦੇ ਸਕੂਲਾਂ ਦੇ ਵਿੱਚ। ਸੋ ਉਹ ਇੱਕ ਬਹੁਤ ਵਧੀਆ ਜਾਣਕਾਰੀ ਸੀਗੀ, ਤੇ ਮੈਂ ਵੀ ਉਹਨਾਂ ਦੇ ਨਾਲ ਜੁੜ ਗਿਆ। ਅਸੀਂ 3-4 ਅਧਿਆਪਕਾਂ ਨੇ ਰਲ ਕੇ ਇੱਕ ਜਥੇਬੰਦੀ ਬਣਾਈ 1993 ਦੇ ਵਿੱਚ, ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਕੀਤੀ ਭਾਈਚਾਰੇ ਨੂੰ ਵੀ ਜਾਗਰਤ ਕੀਤਾ। ਉਹਦੇ ਨਾਲ ਉਹਨਾਂ ਨੇ 1994 ਦੇ ਵਿੱਚ ਸਾਡੇ ਇੱਥੇ ਉਦੋਂ ਮਿਨਿਸਟਰ ਸੀਗੇ, ਪਹਿਲਾ ਜਿਹੜਾ MLA ਕੈਨੇਡਾ ਦੇ ਵਿੱਚ ਚੁਣਿਆ ਗਿਆ ਮੋਹ ਸਹੋਤਾ ਸੀਗੇ ਉਹ, ਤੇ ਉਦੋਂ ਉਹ ਮਿਨਿਸਟਰ ਸੀ, ਤੇ ਉਹਨਾਂ ਨੇ ਜਿਹੜੀ ਉਹ 1994 ਦੇ ਵਿੱਚ ਨਵੀਂ ਪਾਲਿਸੀ ਜਿਹੜੀ ਐਜੂਕੇਸ਼ਨ ਦੀ BC 'ਚ ਲਿਆਂਦੀ, ਉਹਦੇ ਵਿੱਚ ਉਹਨਾਂ ਨੇ ਪੰਜਾਬੀ ਵੀ ਸ਼ਾਮਿਲ ਕਰ ਦਿੱਤੀ ਕਿ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਈ ਜਾ ਸਕਦੀ ਹੈ। ਪਾਲਿਸੀ ਇਹ ਸੀ ਜਾਂ ਹੈ ਕਿ ਇੰਗਲਿਸ਼ ਜਿਹੜੀ ਉਹ ਪਹਿਲੀ ਜ਼ਬਾਨ ਹੈਗੀ ਆ, ਸਾਰਿਆਂ ਨੂੰ ਸਿੱਖਣੀ ਪਊਗੀ ਇੱਥੇ BC ਦੇ ਵਿੱਚ। ਜੇ ਤੁਸੀਂ ਕੁਬੇਕ 'ਚ ਰਹਿੰਦੇ ਆ ਤੇ ਫ੍ਰੈਂਚ ਆ ਉਹ ਫਰਾਂਸੀਸੀ। ਸੋ ਸਾਡੀ ਇੱਥੇ ਉਹ ਇੰਗਲਿਸ਼ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ 6 ਜ਼ਬਾਨਾਂ ਜਿਹੜੀਆਂ ਹੋਰ ਉਹ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾ ਸਕਦੇ ਹੈਗੇ ਆ। ਉਹਨਾਂ ਦੇ ਵਿੱਚ ਜਿਹੜੀਆਂ 5 ਦੂਜੀਆਂ, ਇੱਕ ਤਾਂ ਫਰਾਂਸੀਸੀ ਹੋ ਗਈ ਜਿਹੜੀ ਕੈਨੇਡਾ ਦੀ ਦੂਜੀ ਅਫੀਸ਼ੀਅਲ ਭਾਸ਼ਾ ਹੈਗੀ ਆ, ਤੇ ਦੂਜੀਆਂ 5 ਸੀਗੀਆਂ, ਉਹਨਾਂ ਦੇ ਵਿੱਚ ਪੰਜਾਬੀ ਵੀ ਇੱਕ ਸੀਗੀ, ਜਿਵੇਂ ਚਾਈਨੀਜ਼, ਜੈਪਨੀਜ਼, ਸਪੈਨਿਸ਼, ਜਰਮਨ ਤੇ ਪੰਜਾਬੀ। ਸੋ ਪਾਲਿਸੀ ਇਹ ਸੀਗੀ, ਤੇ ਪਾਲਿਸੀ ਅਜੇ ਵੀ ਇਹੀ ਆ ਕਿ ਜੇ ਕਿਸੇ ਥਾਂ ਕਿਸੇ ਸਕੂਲ ਦੇ ਵਿੱਚ ਕਿਸੇ ਦੂਜੀ ਭਾਸ਼ਾ ਪੜ੍ਹਾਉਣ ਦੇ ਲਈ ਕੋਈ ਬੇਨਤੀ ਨਹੀਂ ਆਉਂਦੀ ਮਾਪਿਆਂ ਵੱਲੋਂ ਜਾਂ ਕਮਿਊਨਿਟੀ ਵੱਲੋਂ, ਤਾਂ ਉੱਥੇ ਫ੍ਰੈਂਚ ਪੜ੍ਹਾਈ ਜਾਊਗੀ ਦੂਜੀ ਭਾਸ਼ਾ ਦੇ ਤੌਰ ਤੇ, ਬਾਈ ਡਿਫਾਲਟ ਇਟ ਵਿਲ ਬੀ ਫ੍ਰੈਂਚ। ਸੋ ਇਸੇ ਤਰ੍ਹਾਂ ਹੁਣ ਚੱਲ ਰਿਹਾ ਹੈਗਾ। ਸੋ ਜਿਹੜੀ
1994 ਦੇ ਵਿੱਚ ਪਾਲਿਸੀ ਆਈ, ਉਹਦੇ ਵਿੱਚ ਮਤਲਬ ਬਹੁਤ ਜ਼ਿਆਦਾ ਸੰਭਾਵਨਾਵਾਂ ਸੀਗੀਆਂ ਪੰਜਾਬੀ ਬੋਲੀ ਦੇ ਲਈ। ਤੇ ਉਹਨਾਂ ਦੇ ਮਤਲਬ ਅਸੀਂ ਉਦੋਂ ਜਿਹੜੀ ਇਹ ਜਥੇਬੰਦੀ ਤਕਰੀਬਨ 1995 ਦੇ ਵਿੱਚ ਅਸੀਂ ਖੜੀ ਕੀਤੀ, ਜਿਹੜੀ ਨਾਲ ਮੈਂ ਅਜੇ ਵੀ ਜੁੜਿਆ ਹਾਂ, ਪਲੀਜ਼ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ। ਤੇ ਉਸ ਜਥੇਬੰਦੀ ਦੇ ਰਾਹੀਂ ਅਸੀਂ ਇੱਥੇ ਵੈਨਕੂਵਰ ਦੇ ਵਿੱਚ ਜਾਂ ਵੈਨਕੂਵਰ ਦੇ ਆਲੇ ਦੁਆਲੇ, ਕਿਉਂਕਿ ਬਹੁਤ ਆਪਣੀ ਵੱਡੀ ਗਿਣਤੀ ਜਿਹੜੀ ਉਹ ਉਦੋਂ ਤਕਰੀਬਨ ਸਰੀ ਜਿਹੜਾ ਸਾਡੇ ਨਾਲ ਹੀ ਲੱਗਦਾ ਸ਼ਹਿਰ ਹੈ ਇੱਥੇ, ਉਹਦੇ 'ਚ ਰਹਿਣਾ ਸ਼ੁਰੂ ਕਰ ਦਿੱਤਾ ਸੀਗਾ। ਸੋ ਸਰੀ ਜਿਹੜਾ ਸਾਡਾ ਉਹ ਮੇਨ ਸੈਂਟਰ ਹੈਗਾ ਪੰਜਾਬੀਆਂ ਦਾ। ਤੇ ਸੋ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀ ਪੰਜਾਬੀ ਆ ਉਹ ਇਹਨਾਂ ਸਕੂਲਾਂ ਦੇ ਵਿੱਚ ਲਵਾਈ ਜਾਵੇ। ਸਭ ਤੋਂ ਪਹਿਲਾਂ ਇੱਥੇ ਮੈਂ ਗੱਲਬਾਤ ਇਸ ਵੇਲੇ ਕਰ ਰਿਹਾ ਹੈਗਾ, ਇਸ ਇਲਾਕੇ ਨੂੰ ਕਹਿੰਦੇ ਬਰਨਵੀ, ਇਹ ਬਿਲਕੁਲ ਵੈਨਕੂਵਰ ਦੇ ਨਾਲ ਲੱਗਦਾ ਇਲਾਕਾ ਆ। ਤੇ ਅਸੀਂ ਪਹਿਲਾਂ 1996 ਦੇ ਵਿੱਚ ਸਾਡੇ ਇੱਥੇ ਲਾਗੇ ਸਕੂਲ ਹੈਗਾ ਇੱਕ ਸੈਕੰਡਰੀ ਸਕੂਲ ਬਰਨਵੀ ਸਾਊਥ, ਉਹਦੇ ਵਿੱਚ ਪੰਜਾਬੀ ਜਿਹੜੀ ਅਸੀਂ ਚਾਲੂ ਕਰਵਾਈ। ਪਰ ਉਹਦੇ ਵਿੱਚ ਕਿਉਂਕਿ ਸਾਡੇ ਕੋਲ ਕੋਈ ਯੋਗ ਅਧਿਆਪਕ ਨਹੀਂ ਸੀਗਾ, ਉਹ ਜਿਹੜੀ ਅਧਿਆਪਕਾ ਸੀਗੀ ਉਹ ਪੰਜਾਬੀ ਪਿਛੋਕੜ ਦੀ ਸੀ, ਪਰ ਉਹਨੂੰ ਪੰਜਾਬੀ ਇੰਨੀ ਆਉਂਦੀ ਨਹੀਂ ਸੀ ਤੇ ਨਾ ਹੀ ਪੜ੍ਹਾਉਣ ਦਾ ਉਹਨੂੰ ਕੋਈ ਵੱਲ ਸੀਗਾ ਪੰਜਾਬੀ। ਸੋ ਉਹ 1 ਸਾਲ ਦੇ ਵਿੱਚ ਜਿਹੜੇ ਵਿਦਿਆਰਥੀ ਸੀ ਉਹ ਕਾਫੀ ਹੀ ਨਿਰਾਸ਼ ਹੋ ਕੇ ਮਤਲਬ ਉਹਨਾਂ ਨੇ ਦੁਬਾਰਾ ਉਹ ਪੰਜਾਬੀ ਲਈ ਸਾਈਨ ਨਾ ਕੀਤਾ। ਸੋ ਇੱਥੇ ਤਾਂ 1 ਸਾਲ ਹੀ ਚੱਲੀ, ਬਾਅਦ ਦੇ ਵਿੱਚ ਦੁਬਾਰਾ ਅਸੀਂ ਸ਼ੁਰੂ ਕਰਾਈ ਤੇ ਚੱਲਦੀ ਰਹੀ, ਹੁਣ ਵੀ ਚੱਲਦੀ ਆ। ਤੇ ਪਰ ਜਿਹੜੀ ਜ਼ਿਆਦਾ ਸਾਨੂੰ ਉਹਨਾਂ ਨੇ ਮਤਲਬ ਇੱਕ ਮੌਕਾ ਦੇ ਦਿੱਤਾ ਕਿ ਅਸੀਂ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾ ਸਕਦੀ ਆ। ਪਰ ਮਤਲਬ ਜਿਵੇਂ ਤੁਸੀਂ ਕਹਿ ਸਕਦੇ ਹੋ ਸਾਨੂੰ ਕੋਈ ਕਹਿੰਦੇ ਤੁਸੀਂ ਇਸ ਗਰਾਊਂਡ ਦੇ ਵਿੱਚ ਖੇਲ ਸਕਦੇ ਆ, ਹੁਣ ਨਾ ਸਾਡੇ ਕੋਲ ਟੀਮ ਆ, ਨਾ ਸਾਡੇ ਕੋਲ ਖੇਲਣ ਦੀ ਜਾਚ ਆ, ਨਾ ਕੋਈ ਸਾਡੇ ਕੋਲ ਉਸ ਕਿਸਮ ਦਾ ਸਾਜੋ ਸਮਾਨ ਆ। ਸੋ ਸਾਡੇ ਕੋਲ ਗਰਾਊਂਡ ਦੇ ਵਿੱਚ ਉਹਨਾਂ ਨੇ ਹੱਕ ਦੇ ਦਿੱਤਾ ਤੁਸੀਂ ਇੱਥੇ ਖੇਲ ਲਓ, ਸਾਡੇ ਕੋਲ ਕੁਛ ਨਹੀਂ ਹੈ, ਸਾਨੂੰ ਆਈਡੀਆ ਵੀ ਨਹੀਂ ਹੈ ਕਿ ਕੀ ਅਸੀਂ ਕਰਨਾ ਹੈਗਾ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਹੌਲੀ ਹੌਲੀ ਚੱਲਦੀਆਂ ਰਹੀਆਂ। ਤੇ ਜਿਹੜੀ ਕਿਉਂਕਿ ਜਿਹੜੀ ਭਾਸ਼ਾ ਹੈ ਨਾ ਉਹ ਆਪਣੇ ਆਪ ਵਿੱਚ ਬਹੁਤ ਇੱਕ ਮਹੱਤਵਪੂਰਨ ਗੱਲ ਹੈਗੀ ਹੈ। ਇਹ ਕਿਸੇ ਬਿਨਾਂ ਕਾਰਨ ਜਾਂ ਆਪਣੇ ਆਪ ਹੋਈ ਗੱਲ ਨਹੀਂ ਕਿ ਸਾਰੀ ਦੁਨੀਆ ਵਿੱਚ ਅੰਗਰੇਜ਼ੀ ਜਿਹੜੀ ਆ ਉਹ ਛਾਯੂ ਆ। ਬਹੁਤ ਵੱਡਾ ਬਿਜ਼ਨਸ ਹੈ ਇਹਦੇ ਪਿੱਛੇ, ਬਹੁਤ ਵੱਡੀ ਤਾਕਤ ਹੈ ਇਹਦੇ ਪਿੱਛੇ ਜਿਹੜੀ ਭਾਸ਼ਾ ਹੁੰਦੀ ਆ। ਸੋ ਕਿਸੇ ਦੂਜੀ ਭਾਸ਼ਾ ਨੂੰ ਪਰੇ ਕਰਕੇ ਆਪਣੇ ਆਪ ਨੂੰ ਸਥਾਪਿਤ ਕਰਨਾ ਕਿਤੇ ਵੀ ਇਹ ਸੰਭਵ ਗੱਲ ਨਹੀਂ ਹੁੰਦੀ ਜਾਂ ਸਖਾਲੀ ਨਹੀਂ ਹੁੰਦੀ ਹੈ। ਸੋ ਸਾਨੂੰ ਇੱਥੇ ਜਿਹੜੀ ਇੱਥੋਂ ਦੀ ਫ੍ਰੈਂਚ ਲੌਬੀ ਸੀ ਟੀਚਰਸ ਦੇ ਵਿੱਚ, ਉਹਨਾਂ ਨੇ ਮਤਲਬ ਬੜਾ ਅੰਦਰੋਂ ਅਪੋਜ਼ ਕੀਤਾ ਤੇ ਅਸੀਂ ਵੀ ਉਹਨਾਂ ਨੂੰ ਮਤਲਬ ਉਹਦੇ ਖਿਲਾਫ ਓਪਨਲੀ ਕੋਈ ਗੱਲਬਾਤ ਨਹੀਂ ਸੀ ਕਰ ਸਕਦੇ ਕਿਉਂਕਿ ਫ੍ਰੈਂਚ ਜਿਹੜੀ ਕੈਨੇਡਾ ਦੀ ਹੋਏਗੀ ਆ, ਪਰ ਇਹ ਰੀਅਲ ਸਮੱਸਿਆ ਸੀਗੀ। ਸੋ ਸਾਨੂੰ ਬੜੀ ਲੰਮੀ ਘਾਲਣਾ ਕਰਨੀ ਪਈ, ਜਿਹੜਾ ਹੱਕ ਮਿਲ ਚੁੱਕਾ ਉਹ ਵੀ ਲਾਗੂ ਕਰਾਉਣ ਲਈ। ਮਤਲਬ ਜਿਹੜੇ ਸਕੂਲ ਬੋਰਡ ਸੀਗੇ ਪਹਿਲਾਂ ਸਰੀ ਦੇ ਵਿੱਚ ਜਿਹੜੀ ਮਤਲਬ ਕਿਉਂਕਿ ਸਾਨੂੰ ਉੱਥੇ ਹੀ ਉਮੀਦ ਸੀ ਜ਼ਿਆਦਾ ਸਾਡੇ ਉੱਥੇ ਬੱਚੇ ਜਿਹੜੇ ਉਹ ਪੜ੍ਹ ਰਹੇ ਸੀਗੇ। ਮੈਂ 1996-97 ਦੇ ਦੁਆਲੇ ਦੀ ਗੱਲ ਕਰ ਰਿਹਾ ਜਾਂ 2000 ਦੇ ਦੁਆਲੇ ਦੀ। ਸਰੀ ਸਕੂਲ ਬੋਰਡ ਜਿਹੜਾ ਆ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜੇ ਪੰਜਾਬੀ ਪੜ੍ਹਾਉਣੀ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਪੈਸੇ ਦਿਓ ਆਪਣੀ ਬੋਲੀ ਪੜ੍ਹਾਉਣ ਲਈ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਸਾਡੇ ਬੱਚੇ ਜਿਹਦੇ ਵਿੱਚ ਆ ਕੇ ਹਿਸਾਬ ਪੜ੍ਹਦੇ ਆ, ਅੰਗਰੇਜ਼ੀ ਪੜ੍ਹਦੇ ਆ ਜਾਂ ਮਤਲਬ ਦੂਜੇ ਜਿਹੜੇ ਉਹ ਵਿਸ਼ੇ ਪੜ੍ਹਦੇ ਆ ਉਹਦੇ ਲਈ ਤਾਂ ਅਸੀਂ ਪੈਸੇ ਨਹੀਂ ਦੇ ਰਹੇ। ਪੰਜਾਬੀ ਵੀ ਜਿਹੜੀ ਆ ਉਹ ਤੁਹਾਡੀ ਪਾਲਿਸੀ ਦੇ ਵਿੱਚ ਹੈਗੀ ਆ ਕਿ ਪੜ੍ਹਾਈ ਜਾ ਸਕਦੀ ਆ ਤੇ ਇਹਦੇ ਕਿਉਂ ਸਾਨੂੰ ਸਾਲ ਕੁ ਲੱਗਾ ਉਹਦੇ ਨਾਲ ਇਹ ਬੈਕਵਰਡ ਕਰਨੀ। ਜਦੋਂ ਅਸੀਂ ਉਹਨਾਂ ਨੂੰ ਐਂਡ ਦੇ ਉੱਤੇ ਆ ਕੇ ਸਕੂਲ ਬੋਰਡ ਨੂੰ ਇਹ ਥ੍ਰੈਟ ਕੀਤਾ ਵੀ ਅਸੀਂ ਹੁਣ ਇਸ ਗੱਲ ਨੂੰ ਪੋਲੀਟੀਕਲ ਬਣਾ ਦਿਆਂਗੇ ਤੇ ਨਾਲੇ ਸਾਰੇ BC ਦੇ ਵਿੱਚ ਇਹ ਗੱਲਬਾਤ ਪੋਲੀਟੀਕਲ ਪੱਧਰ ਦੇ ਉੱਤੇ ਚੱਲੂਗੀ ਤੇ ਫਿਰ ਉਹਨਾਂ ਨੇ ਮਤਲਬ ਆਪਣਾ ਮੰਨਣਾ ਪੈਣਾ ਸੀ ਉਹਨਾਂ ਨੂੰ ਕਿਉਂਕਿ ਸਾਡਾ ਹੱਕ ਸੀਗਾ ਉਹ। ਸੋ ਤਕਰੀਬਨ 1997-98 ਤੋਂ ਮਤਲਬ ਗੱਲਬਾਤ ਸ਼ੁਰੂ ਹੋਈ ਤੇ 2000 ਤੋਂ ਜਿਹੜੀ ਸਰੀ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਣੀ ਸ਼ੁਰੂ ਹੋ ਗਈ। ਸੋ ਜੇ ਸਾਡੇ ਕੋਲ ਤਕਰੀਬਨ 8 ਤੋਂ ਲੈ ਕੇ 10 ਤੱਕ ਸੈਕੰਡਰੀ ਸਕੂਲ ਆ ਜਿਹੜੇ ਉਦੋਂ ਤੋਂ ਪੜ੍ਹਾ ਰਹੇ ਆ। ਤਕਰੀਬਨ ਲਗਾਤਾਰ ਤਾਂ ਕਿਤੇ ਇੱਕ ਦੀ ਵਾਰੀ ਕੋਈ ਬੰਦ ਹੋ ਜਾਂਦੀ ਦੁਬਾਰਾ ਸ਼ੁਰੂ ਹੋ ਜਾਂਦੀ ਆ। ਇਸੇ ਤਰ੍ਹਾਂ ਹੀ 6 ਜਾਂ 7 ਐਲੀਮੈਂਟਰੀ ਸਕੂਲ ਹੈਗੇ ਆ। ਜਿਹੜੀ ਪਾਲਿਸੀ ਸੀਗੀ ਉਹ ਸੀਗੀ ਕਿ ਹਰ ਵਿਦਿਆਰਥੀ ਆ ਜਿਹੜਾ ਉਹ ਗ੍ਰੇਡ 5 ਤੋਂ ਲੈ ਕੇ ਗ੍ਰੇਡ 8 ਤੱਕ ਇੱਕ ਦੂਜੀ ਭਾਸ਼ਾ ਸਿੱਖੂਗਾ ਅੰਗਰੇਜ਼ੀ ਤੋਂ ਬਾਅਦ। ਜੇ ਕੋਈ ਹੋਰ ਭਾਸ਼ਾ ਦਾ ਨਹੀਂ ਜਿਹੜੀ ਬੇਨਤੀ ਆਉਂਦੀ ਤਾਂ ਫਿਰ ਉਹ ਬਾਈ ਡਿਫਾਲਟ ਫ੍ਰੈਂਚ ਹੈ। ਸੋ ਉਹਦੇ ਨਾਲ ਜਿਹੜੀ ਮਤਲਬ ਕੁਝ ਸਕੂਲਾਂ ਚੱਲਦੀ ਰਹੀ ਆ। ਪਰ ਜਿਹੜੀ ਸਮੱਸਿਆ ਸਾਨੂੰ ਸ਼ੁਰੂ ਤੋਂ ਆਈ ਆ ਦੋ ਪਾਸੇ ਦੀ ਸਮੱਸਿਆ ਔਰ ਹਜੇ ਵੀ ਉਹ ਐਨ ਤਕਰੀਬਨ ਉਸੇ ਤਰ੍ਹਾਂ ਦੀ ਆ। ਇੱਕ ਤਾਂ ਜਿਹੜੇ ਇੱਥੋਂ ਦੀ ਐਸਟੈਬਲਿਸ਼ਮੈਂਟ ਹੈਗੀ ਆ ਜਿਹੜੇ ਸਕੂਲ ਬੋਰਡ ਆ ਜਾਂ ਜਿਹੜੀ ਮਤਲਬ ਲੋਕ ਪਾਵਰ ਦੇ ਵਿੱਚ ਆ ਮੈਜੋਰਟੀ ਜੇ ਉਹ ਯੂਰਪੀਅਨ ਪਿਛੋਕੜ ਦੇ ਹੀ ਆ।
ਉਹ ਨਹੀਂ ਚਾਹੁੰਦੇ ਕਿਸੇ ਵੀ ਹੋਰ ਭਾਸ਼ਾ ਨੂੰ ਇੱਥੇ ਮਤਲਬ ਉਹਦੇ ਪੈਰ ਲੱਗਣ, ਜਿਸ ਤਰੀਕੇ ਨਾਲ ਅੰਗਰੇਜ਼ੀ ਜਾਂ ਫਰਾਂਸੀਸੀ ਦੇ ਆ। ਉਹਨਾਂ ਦੇ ਵਿੱਚ ਮਤਲਬ ਇਸ ਕਿਸਮ ਦੇ ਵੀ ਲੋਕ ਹੈਗੇ ਆ ਜਿਹੜੇ ਪੂਰੀ ਤੁਹਾਡੀ ਮਦਦ ਕਰਦੇ ਔਰ ਬਹੁਤ ਵਧੀਆ ਲੋਕ ਆ, ਓਪਨ ਮਾਈਂਡਡ ਆ। ਕੈਨੇਡਾ ਅਕਸਰ ਨੂੰ ਜੇ ਇਸ ਕਿਸਮ ਦਾ ਹੈਗਾ ਤਾਂ ਉਹਨਾਂ ਲੋਕਾਂ ਕਰਕੇ ਆ, ਮਤਲਬ ਬਹੁਤ ਵਧੀਆ ਲੋਕ ਇੱਥੇ ਵਸਦੇ ਹੈਗੇ ਆ। ਪਰ ਫਿਰ ਵੀ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਆ ਉਹ ਇਨੀਸ਼ੀਏਟਿਵ ਛੱਡਣੀ ਨਹੀਂ ਚਾਹੁੰਦੇ ਆ। ਲੈਂਗੁਏਜ ਵੀ ਇੱਕ ਤਾਕਤ ਹੈਗੀ ਆ। ਸੋ ਜਿਹੜੀ ਉਹ ਸਟਰਗਲ ਅਜੇ ਵੀ ਕੰਟੀਨਿਊ, ਪਰ ਜਿਹੜੀ ਸਾਨੂੰ ਵੱਡੀ ਸਮੱਸਿਆ ਹੈ ਜਿਹੜੀ ਇਸ ਵੇਲੇ ਵੱਧ ਰਹੀ ਆ ਘਟਣ ਦੀ ਬਜਾਏ, ਉਹ ਸਾਡੇ ਆਪਣੇ ਭਾਈਚਾਰੇ ਤੋਂ। ਸਾਡੇ ਜਿਹੜੇ ਮਾਪੇ ਆ ਉਹ ਇਸ ਗੱਲ ਨੂੰ ਸਮਝਣ ਨੂੰ ਬਹੁਤ ਉਹਨਾਂ ਨੂੰ ਲੰਮਾ ਸਮਾਂ ਲੱਗਾ। ਹੁਣ ਪੁਰਾਣੇ ਆਏ ਮਾਪੇ ਇਹ ਗੱਲ ਸਮਝਦੇ ਆ, ਨਵੇਂ ਜਿਹੜੇ ਆ ਰਹੇ ਆ ਉਹਨਾਂ ਦੇ ਫਿਰ ਉਹੀ ਸਮੱਸਿਆ ਹੈਗੀ। ਜਿਹੜੇ ਪੰਜਾਬ ਤੋਂ ਨਵੇਂ ਲੋਕ ਆਉਂਦੇ ਆ ਨਾ, ਉਹ ਬਿਲਕੁਲ ਪੰਜਾਬੀ ਦੇ ਲਈ ਉਹਨਾਂ ਦੀ ਕੋਈ ਮਹੱਤਤਾ ਨਹੀਂ ਹੈ, ਪੰਜਾਬੀ ਉਹਨਾਂ ਦੇ ਲਈ ਕੋਈ ਮਹੱਤਤਾ ਨਹੀਂ ਰੱਖਦੀ ਹੈ। ਮਤਲਬ ਇਹ ਸਾਡੀ ਇੱਥੋਂ ਦੀ ਜਿਹੜੀ ਇਸ ਵੇਲੇ ਜਿਸ ਕਿਸਮ ਦੀ ਸਿਚੁਏਸ਼ਨ ਹੈਗੀ ਆ ਉਹਦੇ ਮੁਤਾਬਕ ਮੈਂ ਕਹਿ ਰਿਹਾ ਇਹ। ਸੋ ਜਦੋਂ ਮਾਪਿਆਂ ਨੂੰ ਇਹ ਕਨਵਿੰਸ ਕਰਨ ਲਈ ਕਿ ਤੁਹਾਡਾ ਬੱਚਾ ਜੇ ਤਾਂ ਉਹ ਰਹਿੰਦਾ ਆਪਣੇ ਕੁਬੈਕ ਪ੍ਰੋਵਿੰਸ ਦੇ ਵਿੱਚ ਨਾ, ਮੌਂਟਰੀਅਲ ਰਹਿੰਦਾ ਉਹ, ਫਿਰ ਉਹਦੇ ਲਈ ਫ੍ਰੈਂਚ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਉੱਥੇ ਉਹ ਬੋਲੀ ਜਾਂਦੀ ਹੈ। ਪਰ ਜੇ ਉਹ ਇੱਥੇ BC 'ਚ ਰਹਿੰਦਾ ਜਾਂ ਮਤਲਬ ਅਲਬਰਟਾ 'ਚ ਰਹਿੰਦਾ ਜਾਂ ਕਿਸੇ ਹੋਰ ਸੂਬੇ 'ਚ ਰਹਿੰਦਾ ਤਾਂ ਉਹਨੂੰ ਅੰਗਰੇਜ਼ੀ ਤੋਂ ਬਾਅਦ ਫ੍ਰੈਂਚ ਦੀ ਉਨੀ ਲੋੜ ਨਹੀਂ। ਜੇ ਉਹਨੇ ਕੋਈ ਸੈਂਟਰ ਦੀ ਫੈਡਰਲ ਸਰਕਾਰ ਦੀ ਨੌਕਰੀ ਕਰਨੀ ਹੈ ਤਾਂ ਉਹ ਫ੍ਰੈਂਚ ਸਿੱਖ ਲਊਗਾ ਜਿੱਦਾਂ ਹੋਰ ਚੀਜ਼ਾਂ ਸਿੱਖੂਗਾ। ਜੇ ਤੁਸੀਂ ਇੱਥੇ ਰਹਿੰਦੇ ਆ ਤੇ ਇੱਥੇ ਜਿਹੜੀ ਆ ਉਹ ਲੋੜ ਤੁਹਾਡੇ, ਕਿਉਂਕਿ ਫਰਕ ਤੁਸੀਂ ਇੱਥੇ ਮਤਲਬ ਹੁਣ ਸਾਡੇ BC ਦੇ ਵਿੱਚ ਸਾਰੇ ਪ੍ਰਾਈਵੇਟ ਅਦਾਰੇ ਆ ਜਿਹੜੇ ਬੈਂਕਾਂ ਵਗੈਰਾ ਜਾਂ ਹੋਰ ਵੀ ਸਾਰੇ ਸਰਕਾਰੀ ਅਦਾਰੇ ਆ ਜਿਹੜੇ ਲੋਕ ਉਹਨਾਂ ਦੇ ਕਲਾਇੰਟ ਆ ਜਾਂ ਉਹਨਾਂ ਦੇ ਗਾਹਕ ਆ, ਉਹਨਾਂ ਦੇ ਨਾਲ ਉਹ ਉਹਨਾਂ ਦੀ ਬੋਲੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਸਾਡੇ ਬਹੁਤ ਲੋਕਾਂ ਨੂੰ ਇੱਥੇ ਇਸ ਵੇਲੇ ਪੰਜਾਬੀ ਦੇ ਵਿੱਚ ਨੌਕਰੀਆਂ ਮਿਲੀਆਂ ਆ। ਇਹ ਗੱਲ ਜਿਹੜੀ ਆ ਉਹ ਪਹਿਲਾਂ ਅਸੀਂ ਸਾਨੂੰ ਚਿਰ ਲੱਗਾ ਆਪਣੇ ਮਾਪਿਆਂ ਨੂੰ ਕਿ ਤੁਸੀਂ ਜੇ ਸਰੀ 'ਚ ਰਹਿੰਦੇ ਆ ਜਾਂ BC 'ਚ ਰਹਿੰਦੇ ਆ ਤਾਂ ਪੰਜਾਬੀ ਤੁਹਾਡੇ ਲਈ ਲਾਹੇਵੰਦ ਹੋਊਗੀ, ਇਹ ਤੁਹਾਡੇ ਬੱਚਿਆਂ ਨੂੰ ਨੌਕਰੀ ਦਵਾਊਗੀ, ਫ੍ਰੈਂਚ ਨਹੀਂ। ਫ੍ਰੈਂਚ ਮਤਲਬ ਬਾਹਰ ਜਾ ਕੇ ਦੂਜੇ ਥਾਂ ਦਵਾਊਗੀ, ਇੱਥੇ ਨਹੀਂ ਫ੍ਰੈਂਚ ਦੀ ਕੋਈ ਨੌਕਰੀ। ਪਰ ਸਾਡੇ ਮਾਪੇ ਇਹ ਨਹੀਂ ਜੀ, ਨਹੀਂ ਪੰਜਾਬੀ ਤੋਂ ਅਸੀਂ ਕੀ ਲੈਣਾ, ਕਿਉਂਕਿ ਪੰਜਾਬੀ 'ਚ ਫਿਊਚਰ ਨਹੀਂ ਕਿਸੇ ਪਾਸੇ, ਪੰਜਾਬ 'ਚ ਨਹੀਂ ਦੇਖਿਆ ਜਾਂਦਾ, ਉਹ ਇੱਥੇ ਵੀ ਨਹੀਂ ਦੇਖਦੇ। ਉਹਨਾਂ ਨੂੰ ਇਹ ਗੱਲ ਉਹਨਾਂ ਦੇ ਖਾਨੇ ਨਹੀਂ ਪੈਂਦੀ ਆ। ਮੈਂ ਓਨੈਸਟਲੀ ਮਤਲਬ ਗੱਲ ਕਰ ਰਿਹਾ, ਮੈਂ ਆਪਣੇ ਲੋਕਾਂ ਦੇ ਖਿਲਾਫ ਕਦੀ ਇੱਦਾਂ ਦੀ ਗੱਲ ਨਹੀਂ ਕਰਦਾ। ਅਜੇ ਵੀ ਸਾਨੂੰ ਸਮੱਸਿਆ ਆ ਰਹੀ ਆ ਕਿ ਉਹ ਫ੍ਰੈਂਚ ਨੂੰ ਪ੍ਰੈਫਰ ਕਰਦੇ ਆ ਕਿ ਸਾਡੇ ਬੱਚੇ ਫ੍ਰੈਂਚ ਪੜ੍ਹਨ ਜੀ, ਮਤਲਬ ਅੰਗਰੇਜ਼ੀ ਦੇ ਨਾਲ। ਪੰਜਾਬੀ ਦਾ ਕੀ ਆ, ਪੰਜਾਬੀ ਤਾਂ ਮਤਲਬ ਸਿੱਖੀ ਲੈਣੀ ਉਹਨਾਂ ਨੇ ਜਿੰਨੀ ਕੀ ਲੋੜ ਹੈਗੀ ਆ। ਇਹ ਗੱਲ ਜਿਹੜੀ ਆ ਅਜੇ ਤੱਕ ਵੀ ਸਾਡੇ ਮਨਾਂ 'ਚੋਂ ਨਹੀਂ ਗਈ ਕਿ ਪੰਜਾਬੀ ਜਿਹੜੀ ਆ ਉਹ ਸਾਡੀ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ, ਉਹ ਸਾਡੀ ਬੋਲਚਾਲ ਦੀ ਸੱਭਿਆਚਾਰਕ ਭਾਸ਼ਾ ਹੈਗੀ ਆ। ਸੋ ਉਹਦੇ ਕਰਕੇ ਮਤਲਬ ਇੱਥੇ ਤੱਕ ਇਹਨੂੰ ਦੇਖਦੇ ਆ ਵੀ ਜੇ ਹਾਂ ਬੋਲਚਾਲ ਆ ਗਈ ਇਹਨਾਂ ਨੂੰ ਇੰਨੀ ਮਤਲਬ ਗੱਲਬਾਤ ਬਹੁਤ ਵਧੀਆ, ਉਤੋਂ ਅੱਗੇ ਇਹਦੀ ਲੋੜ ਨਹੀਂ ਹੈ। ਪਰ ਜਿਹੜੇ ਪੁਰਾਣੇ ਮਾਪੇ ਆ, ਪਿਛਲੇ ਮੈਂ ਪੁਰਾਣੇ ਦੀ ਗੱਲ ਕਰਦਾ, ਪਿਛਲੇ 15-20 ਸਾਲ ਤੋਂ ਜਿਹੜੇ ਲੋਕ ਆਏ ਹੋ ਆ ਜਾਂ ਉਸ ਤੋਂ ਪਹਿਲਾਂ ਦੇ ਆਏ ਹੋ ਆ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਹੁਣ ਇਸ ਗੱਲੋਂ ਪੂਰੀ ਤਰ੍ਹਾਂ ਕਨਵਿੰਸਡ ਆ ਕਿ ਹਾਂ ਪੰਜਾਬੀ ਜਿਹੜੀ ਆ ਉਹ ਵੀ ਮਤਲਬ ਰੁਜ਼ਗਾਰ ਦੀ ਭਾਸ਼ਾ। ਔਰ ਇਹ ਇੱਕ ਰਿਐਲਿਟੀ ਆ ਸਾਡੇ ਇੱਥੇ। ਸਾਡੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਮਤਲਬ ਜਿਹੜੇ ਜਾਣਦੇ ਆ, ਉਹ ਇੱਥੇ ਦੁਪਾਸ਼ੀਏ ਦਾ ਕੰਮ ਕਰ ਰਹੇ ਆ, ਚਾਹੇ ਉਹ ਹਸਪਤਾਲ ਹੋਵੇ, ਏਅਰਪੋਰਟ ਹੋਵੇ, ਕਚਹਿਰੀਆਂ ਹੋਣ, ਹਰ ਜਗ੍ਹਾ ਤੁਸੀਂ ਕਿਤੇ ਵੀ ਜਾ ਕੇ ਜੇ ਹੁਣ ਤੁਸੀਂ ਅੰਗਰੇਜ਼ੀ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਗੱਲਬਾਤ ਕਰ ਸਕਦੇ ਤਾਂ ਤੁਸੀਂ ਦੁਪਾਸ਼ੀ ਦੀ ਮੰਗ ਕਰ ਸਕਦੇ ਹੋ। ਔਰ ਬਹੁਤ ਸਾਰੇ ਲੋਕ ਜਿਹੜੇ ਆ ਸਾਡੇ ਪੜ੍ਹੇ ਲਿਖੇ ਉਹ ਦੁਪਾਸ਼ੀ ਦੇ ਤੌਰ ਤੇ ਬਹੁਤ ਵਧੀਆ ਨੌਕਰੀਆਂ ਕਰ ਰਹੇ ਆ। ਇਸ ਤਰ੍ਹਾਂ ਬਹੁਤ ਵੱਡੀ ਪੱਧਰ ਦੇ ਉੱਤੇ ਅਨੁਵਾਦ ਦਾ ਕੰਮ ਜਿਹੜਾ ਲਗਾਤਾਰ ਹੋ ਰਿਹਾ, ਉਹ ਹਰ ਸਰਕਾਰੀ ਜਿਹੜੀ ਸਰਕਾਰ ਦੀ ਏਜੰਸੀ ਆ, ਉਹ ਜਿਹੜੀ ਵੀ ਕੋਈ ਨਵੀਂ ਗੱਲ ਉਹ ਕਰਾਉਣੀ ਚਾਹੁੰਦੀ ਆ, ਉਹ ਮਤਲਬ ਉਹਦਾ ਉਹ ਇੱਥੋਂ ਘੱਟੋ ਘੱਟ 5-6 ਜ਼ਬਾਨਾਂ ਦੇ ਵਿੱਚੋਂ ਜ਼ਰੂਰ ਅਨੁਵਾਦ ਕਰਾਉਂਦੇ ਹੈ, ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਇੱਕ ਆ। ਸੋ ਸਾਡੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਲਗਾਤਾਰ ਅਨੁਵਾਦ ਦਾ ਕੰਮ ਕਰ ਰਹੇ ਆ, ਉਹਦੇ ਚੋਂ ਬਹੁਤ ਸੋਹਣੇ ਪੈਸੇ ਕਮਾ ਰਹੇ ਆ, ਬੜੀ ਵਧੀਆ ਉਹਦੇ ਚੋਂ ਰੋਟੀ ਖਾ ਰਹੇ ਆ। ਤੇ ਇਸੇ ਤਰ੍ਹਾਂ ਹੀ ਜੇ ਹੁਣ ਫਰਕ ਲਾ ਤੁਸੀਂ ਕਿਸੇ ਵੀ ਅਦਾਰੇ 'ਚ ਜਾਂਦੇ, ਚਾਹੇ ਉਹ ਡਾਕਟਰ ਦੇ ਆਫਿਸ ਜਾਂਦੇ ਆ, ਚਾਹੇ ਉਹ ਤੁਸੀਂ ਕਿਸੇ ਪਾਸੇ ਵੀ ਜਾਂਦੇ ਆ, ਤੇ ਉੱਥੇ ਜਿਹੜੇ ਆ ਉਹ ਪੰਜਾਬੀ ਬੋਲਣ ਵਾਲੇ ਲੋਕ ਸਾਨੂੰ ਮੋਹਰੇ ਮਿਲ ਜਾਂਦੇ ਆ, ਭਾਵੇਂ ਉਹ ਪੰਜਾਬੀ ਬੋਲਦੇ ਨਹੀਂ ਆ ਉਹਨਾਂ ਦੇ ਵਿੱਚੋਂ ਬਹੁਤੇ। ਇਹ ਵੀ ਇੱਕ ਰਿਐਲਿਟੀ ਆ ਕਿ ਪਰ ਉਹਨਾਂ ਨੂੰ ਨੌਕਰੀ ਮਿਲੀ ਹੁੰਦੀ ਆ ਪੰਜਾਬੀ ਬੋਲਣ ਦੇ ਕਰਕੇ, ਹੈ ਨਾ। ਸੋ ਪੰਜਾਬੀ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਇਸ ਵੇਲੇ ਇੱਥੇ ਉਹ ਰੋਟੀ ਕਮਾ ਰਹੇ ਆ। ਪਰ ਜਿਹੜੀ ਸਾਡੀ ਹੁਣ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਅਜੇ ਕੱਲ੍ਹ ਪਰਸੋਂ ਹੀ ਇੱਕ ਲੈਟਰ ਜਿਹੜਾ ਉਹ ਸਕੂਲ ਬੋਰਡ ਵੱਲੋਂ ਆਇਆ, ਜਿਹੜਾ ਉਹ ਕਮਿਊਨਿਟੀ 'ਚ ਅਸੀਂ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਾਪੇ ਅਜੇ ਵੀ ਆਪਣੇ ਬੱਚਿਆਂ ਦੇ ਲਈ ਜਿਹੜੀ ਕਿ ਉਹ ਪੰਜਾਬੀ ਦੀ ਚੋਣ ਨਹੀਂ ਕਰ ਰਹੇ। ਇਸ ਕਿਸਮ ਦੇ ਸਕੂਲ ਹੈਗੇ ਆ ਸਰੀ ਦੇ ਵਿੱਚ, ਇੱਥੇ 80% 85% ਜਿਹੜੇ ਬੱਚੇ ਆ ਉਹ ਪੰਜਾਬੀ ਪਿਛੋਕੜ ਦੇ ਆ, ਪੰਜਾਬੀ ਬੱਚੇ ਆ। ਔਰ ਉੱਥੇ ਮਾਪੇ ਉਹ ਫ੍ਰੈਂਚ ਲਵਾਉਂਦੇ ਆ ਆਪਣੇ ਬੱਚਿਆਂ ਨੂੰ, ਮਤਲਬ ਪੰਜਾਬੀ ਦੀ ਜਿਹੜੀ ਕਿ ਮਤਲਬ ਉਹਨਾਂ ਦੇ ਬੱਚਿਆਂ ਨੇ ਮੁਫਤ ਪੰਜਾਬੀ ਪੜ੍ਹਨੀ ਆ, ਉਹ ਉਹਨਾਂ ਦੇ ਮਨਾਂ ਦੇ ਵਿੱਚ ਹੈ। ਨਵਿਆਂ ਦੇ ਵਿੱਚ ਖਾਸ ਤੌਰ ਤੇ ਹੁਣ ਸਾਡੀ
ਪਿਛਲੇ 3-4 ਸਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਵਿਦਿਆਰਥੀ ਆਏ ਇੱਥੇ ਤੁਹਾਡੇ ਪੰਜਾਬ ਤੋਂ, ਸਾਨੂੰ ਇਹਨਾਂ ਗੱਲਾਂ ਦਾ ਪਤਾ ਆ। ਉਹ ਵਿਦਿਆਰਥੀ ਜਿਹੜੇ ਆ ਉਹਨਾਂ ਦਾ ਪਿਛੋਕੜ ਵੀ ਇਸ ਕਿਸਮ ਦਾ ਹੈ ਕਿ ਪੰਜਾਬੀ ਦੇ ਨਾਲ ਉਹਨਾਂ ਦਾ ਕੋਈ ਇਹ ਮੋਹ ਨਹੀਂ ਹੈ, ਮਤਲਬ ਦੇਖਣ ਨੂੰ ਇਹ ਮਿਲਦਾ ਹੈ। ਉਹਨਾਂ ਨੂੰ ਪੰਜਾਬੀ ਦੇ ਕਰਕੇ ਇੱਥੇ ਨੌਕਰੀਆਂ ਮਿਲਦੀਆਂ ਆ ਜਿਹੜੀ ਸਰਵਿਸ ਇੰਡਸਟਰੀ ਦੇ ਵਿੱਚ, ਔਰ ਬੋਲਦੇ ਹਿੰਦੀ ਆ। ਉਹ ਇੱਕ ਦੂਜੇ ਨਾਲ ਵੀ ਤੇ ਤੁਹਾਡੇ ਨਾਲ ਵੀ ਕੋਸ਼ਿਸ਼ ਕਰਦੇ ਹਿੰਦੀ ਜਾਂ ਅੰਗਰੇਜ਼ੀ ਬੋਲਣ ਦੀ, ਯਾਨੀ ਕਿ ਉਹਨਾਂ 'ਚ ਬੋਲਦੇ ਆ ਪੰਜਾਬੀ, ਇੱਦਾਂ ਦੀ ਗੱਲ ਨਹੀਂ ਹੈ ਮਤਲਬ, ਪਰ ਬਹੁਤ ਵੱਡੀ ਗਿਣਤੀ ਉਹਨਾਂ ਦੀ ਜਿਹੜੀ ਉਹਨਾਂ ਦਾ ਪੰਜਾਬੀ ਦੇ ਨਾਲ ਉਸ ਕਿਸਮ ਦਾ ਕਨੈਕਸ਼ਨ ਹੈ ਕਿਉਂਕਿ ਜਿਹੜੇ ਸਕੂਲਾਂ 'ਚੋਂ ਪੜ੍ਹੇ ਆ ਉਹਨਾਂ ਦੇ ਵਿੱਚ ਸ਼ਾਇਦ ਉਹਨਾਂ ਨੂੰ ਉੱਥੇ ਮਤਲਬ ਪੰਜਾਬੀ ਬੋਲਣ ਦੇ ਲਈ ਨੁਕਸਾਨ ਹੁੰਦਾ ਰਿਹਾ ਜਾਂ ਜੁਰਮਾਨੇ ਹੁੰਦੇ ਰਹੇ ਜਾਂ ਉਹਨਾਂ ਨੂੰ ਪਨਿਸ਼ਮੈਂਟ ਮਿਲਦੀ ਰਹੀ ਆ 21ਵੀਂ ਸਦੀ ਦੇ ਵਿੱਚ। ਪੰਜਾਬ ਦੇ ਵਿੱਚ ਪੰਜਾਬੀ ਬੋਲਣ ਦੇ ਲਈ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਆ, ਮੈਂ ਇਹ ਦੇਖਣ ਸੁਣਨ ਨੂੰ ਮਿਲਦਾ ਸਾਨੂੰ। ਸੋ ਇਹ ਇਸ ਕਿਸਮ ਦੀਆਂ ਗੱਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਪਰ ਉਹਦੇ ਬਾਵਜੂਦ BC ਦੇ ਵਿੱਚ ਮਤਲਬ ਮੈਂ ਇੱਥੇ ਬਾਰੇ ਪੂਰੀ ਗੱਲ ਕਰ ਸਕਦਾ ਕਿ ਪੰਜਾਬੀ ਦੀ ਪੜ੍ਹਾਈ ਦੀ ਵੀ ਪੂਰੀ ਕੋਸ਼ਿਸ਼ ਜਾਰੀ ਆ, ਔਰ ਮਤਲਬ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹ ਰਹੇ ਆ, ਪੰਜਾਬੀ ਦੇ ਨਾਲ ਜੁੜ ਰਹੇ ਆ। ਅਸੀਂ ਮਤਲਬ 1-2 ਫੰਕਸ਼ਨ ਕਰੀਦੇ ਆ ਹਰ ਸਾਲ, ਉਹਨਾਂ ਦੇ ਵਿੱਚ ਬੱਚੇ ਜਿਹੜੇ ਆ ਉਹ ਵੱਡੀ ਗਿਣਤੀ 'ਚ ਆ ਕੇ ਪਾਰਟਿਸਿਪੇਟ ਕਰਦੇ ਹੈਗੇ ਆ। ਪਿੱਛੇ ਫਰਵਰੀ ਦੇ ਕੀਤਾ ਸੀਗਾ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਦੇ ਉੱਤੇ। ਸੋ ਜਿਹੜੀਆਂ ਇਸ ਕਿਸਮ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਪੜ੍ਹਾਈ ਦੇ ਸੰਬੰਧ ਦੇ ਵਿੱਚ ਹੋ ਰਹੀਆਂ ਆ, ਦੂਜੇ ਥਾਈਂ ਵੀ ਹੋ ਰਹੀਆਂ। ਜਿਹੜਾ ਐਤਕੀ ਅਸੀਂ ਜਿਵੇਂ ਤੁਸੀਂ ਆਹ ਜਿਹੜਾ ਕੰਮ ਕਰ ਰਹੇ ਹੋ ਬਹੁਤ ਵਧੀਆ ਹੈਗਾ ਕਿ ਤੁਸੀਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਕਿ ਦੁਨੀਆ ਦੇ ਬਾਕੀ ਹਿੱਸੇ ਜਿੱਥੇ ਪੰਜਾਬੀ ਵਸਦੇ ਆ ਉਹ ਪੰਜਾਬੀ ਦੇ ਲਈ ਕੀ ਉੱਥੇ ਹੋ ਰਿਹਾ ਜਾਂ ਕੀ ਨਹੀਂ। ਇਸੇ ਤਰ੍ਹਾਂ ਪਿਛਲੀ ਵਾਰੀ 80 ਫਰਵਰੀ ਦੇ ਵਿੱਚ ਜਿਹੜਾ ਫੰਕਸ਼ਨ ਕੀਤਾ ਸੀ ਇਸ ਸਾਲ, ਉਹਦੇ ਵਿੱਚ ਅਸੀਂ ਕੈਨੇਡਾ ਦੇ ਦੂਜੇ ਸ਼ਹਿਰਾਂ ਤੋਂ, ਐਡਮੰਟਨ ਤੋਂ, ਕੈਲਗਰੀ ਤੋਂ, ਵਿਨੀਪੈਗ ਤੋਂ ਸਾਨੂੰ ਕੋਈ ਨਹੀਂ ਮਿਲ ਸਕਿਆ। ਬਮੀਤ ਖੁਰਾਂ ਦੇ ਨਾਲ ਸਾਡਾ ਸੰਪਰਕ ਨਾ ਬਣਿਆ ਉਦੋਂ, ਤੇ ਇਸੇ ਤਰ੍ਹਾਂ ਹੀ ਟੋਰਾਂਟੋ ਤੋਂ ਅਸੀਂ ਕੁਝ ਲੋਕਾਂ ਨੂੰ ਇਨਵਾਈਟ ਕੀਤਾ ਕਿ ਤੁਸੀਂ ਸਾਨੂੰ ਦੱਸੋ ਤੁਹਾਡੇ ਜਿਹੜੇ ਸ਼ਹਿਰਾਂ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਦੇ ਸੰਬੰਧ ਦੇ ਵਿੱਚ ਕੀ ਹੋ ਰਿਹਾ। ਸੋ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਇੱਕ ਕੈਨੇਡਾ ਦਾ ਜਿਹੜਾ ਫੈਡਰਲ ਸਰਕਾਰ ਦਾ ਕਾਨੂੰਨ ਪਹਿਲਾਂ ਦਾ ਹੈਗਾ ਆ, ਉਹ ਹੈ ਕਿ ਜੇ ਤੁਸੀਂ 20 ਵਿਦਿਆਰਥੀ ਇਕੱਠੇ ਕਰ ਲਵੋ ਕੋਈ ਜ਼ਬਾਨ ਸਿੱਖਣ ਵਾਲੇ, ਤੇ ਉਹ ਜਿਹੜੀ ਉਹ ਸਿੱਖਣ ਦੇ ਲਈ ਤੁਹਾਨੂੰ ਸਰਕਾਰ ਵੱਲੋਂ ਥਾਂ ਦਾ ਤੇ ਥੋੜਾ ਬੜਾ ਹੋਰ ਉਹ ਮਦਦ ਮਿਲ ਸਕਦੀ ਆ, ਤੇ ਤੁਸੀਂ ਮਤਲਬ ਆਪਣੀ ਉਹ ਬੋਲੀ ਪੜ੍ਹਾ ਸਕਦੇ ਆ। ਉਹਦੇ ਨਾਲ ਜਾਂ ਇਸ ਕਿਸਮ ਦੇ ਹੋਰ ਕੁਝ ਸੂਬਿਆਂ ਦੇ ਵੀ ਕਾਨੂੰਨ ਹੈਗੇ। ਅਲਬਰਟਾ ਦੇ ਵਿੱਚ ਵੀ ਪੰਜਾਬੀ ਜਿਹੜੀ ਆ ਉਹ BC ਵਾਂਗ ਹੀ ਉਹਨਾਂ ਨੇ ਤਕਰੀਬਨ ਲਾ ਦਿੱਤੀ ਸੀਗੀ ਕਾਫੀ ਸਾਲ ਪਹਿਲਾਂ, ਪਰ ਉੱਥੇ ਉਸ ਪੱਧਰ ਦੇ ਉੱਤੇ ਕੰਮ ਨਹੀਂ ਕਮਿਊਨਿਟੀ ਵੱਲੋਂ ਹੋਇਆ। ਸੋ ਬਹੁਤ ਘੱਟ ਸਕੂਲਾਂ ਦੇ ਵਿੱਚ, ਕਿਤੇ 1-2 ਦੇ ਵਿੱਚ ਕੈਲਗਰੀ ਜਾਂ ਐਡਮਿੰਟਨ ਦੇ ਵਿੱਚ ਸ਼ਾਇਦ ਹੋਵੇ, ਪਰ ਉਸ ਪੱਧਰ ਤੇ ਨਹੀਂ ਜਿਸ ਪੱਧਰ ਤੇ ਸਾਡੇ ਇੱਥੇ BC ਦੇ ਵਿੱਚ ਆ। BC 'ਚ ਸਰੀ ਦੀ ਮੈਂ ਗੱਲ ਕੀਤੀ ਆ, ਸਰੀ ਵੀ ਆ, ਤੇ ਸਾਡੇ ਪਹਿਲਾਂ ਰਿਚਮੰਡ ਦੇ ਵਿੱਚ ਵੀ, ਇੱਥੇ ਬਰਨਮੀ ਦੇ ਵਿੱਚ ਵੀ ਚੱਲਦੀ ਰਹੀ ਹੈ। ਇਸੇ ਤਰ੍ਹਾਂ ਹੀ ਬਾਹਰ ਛੋਟੇ ਸਾਡੇ ਟਾਊਨ ਹੈਗੇ ਆ, ਵਿਲੀਅਮ ਲੇਕ ਵਗੈਰਾ, ਉੱਥੇ ਵੀ ਕੁਝ ਸਾਲ ਚੱਲੀ, ਕੈਮਲੂਪਸ, ਪਰ ਜ਼ਿਆਦਾ ਜਿਹੜੀ ਸਰਗਰਮੀ ਆ ਉਹ ਐਬਟਸਫੋਰਡ ਤੇ ਸਰੀ ਦੇ ਵਿੱਚ ਆ, ਜਾਂ ਮਤਲਬ ਸਰੀ ਦੇ ਨਾਲ ਵੈਨਕੂਵਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆ। ਸੋ ਜਿੱਥੇ ਤੱਕ ਪੜ੍ਹਾਉਣ ਦਾ ਸੰਬੰਧ ਹੈ ਉਹ ਇਸ ਤਰੀਕੇ ਦੇ ਨਾਲ ਜਿਹੜਾ ਮਤਲਬ ਉਹ ਇਹ ਗੱਲਬਾਤ ਤੁਰ ਰਹੀ ਆ। ਸਾਨੂੰ ਸੰਭਾਵਨਾਵਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਸੀ, ਸਾਡੇ ਕੋਲ ਹਜੇ ਵੀ ਆ, ਪੋਸੀਬਿਲਿਟੀਜ਼ ਬਹੁਤ ਜ਼ਿਆਦਾ ਆ। ਅਸੀਂ ਉਹਨਾਂ ਤੋਂ ਪੂਰਾ ਜਿਹੜਾ ਉਹ ਹੱਕ ਉਹਨਾਂ ਨੂੰ ਨਹੀਂ ਅਸੀਂ ਲੈ ਸਕੇ ਉਹਨਾਂ ਤੋਂ। ਉਹ ਸਾਡੀ ਆਪਣੀ ਕਮੀਆਂ, ਸਾਡੇ ਭਾਈਚਾਰੇ ਦੀ ਆਪਣੀ ਕਮੀਆਂ, ਸਾਡੀ ਮਤਲਬ ਬੋਲੀ ਦੇ ਨਾਲ, ਮਾਂ ਬੋਲੀ ਦੇ ਨਾਲ ਸਾਡੇ ਰਿਸ਼ਤੇ ਜਿਹੜੀਆਂ ਪਿਓ ਨੁਕਸਿਆ, ਉਹਨਾਂ ਦੇ ਕਰਕੇ ਅਸੀਂ ਉਸ ਤਰੀਕੇ ਦੇ ਨਾਲ ਮਤਲਬ ਜਿਹੜੀ ਇੱਥੋਂ ਸਾਨੂੰ ਸੰਭਾਵਨਾਵਾਂ ਆ ਉਹਨਾਂ ਦਾ ਅਸੀਂ ਪੂਰਾ ਮਤਲਬ ਮੁੱਲ ਨਹੀਂ ਲੈ ਰਹੇ, ਪਰ ਹੈ ਬਹੁਤ। ਇਸੇ ਤਰ੍ਹਾਂ ਹੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਮਤਲਬ ਗੱਲ ਸ਼ੁਰੂ ਹੋਈ ਸੀ, ਉਹ ਵੀ ਆਪਣੇ ਵਿੱਚ ਇੱਕ ਮਹੱਤਵਪੂਰਨ ਹੈ ਕਿ BC ਦੇ ਵਿੱਚ, ਕੈਨੇਡਾ ਦੇ ਵਿੱਚ ਮੇਨਲੀ UBC ਹੈ ਜਿਹੜੀ ਇੱਥੇ ਵੈਨਕੂਵਰ ਯੂਨੀਵਰਸਿਟੀ ਆ, ਉਹਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਆ। ਕੈਲਗਰੀ ਵੀ ਹੁਣ ਤਾਂ ਪੜ੍ਹਾਈ ਜਾਂਦੀ ਆ, ਪਰ ਸ਼ਾਇਦ ਹੋਰ ਨਹੀਂ ਥਾਂ ਵੀ ਹੋਵੇ, ਪਰ ਉਸ ਪੱਧਰ ਤੇ ਨਹੀਂ। ਪਰ ਸਮੱਸਿਆ ਇਹ ਹੈ ਕਿ ਭਾਈਚਾਰੇ ਵੱਲੋਂ ਉਸ ਕਿਸਮ ਦਾ ਕਨੈਕਸ਼ਨ ਨਹੀਂ ਰਿਹਾ। ਜਦੋਂ 1987 ਦੇ ਵਿੱਚ UBC ਚੇਅਰ ਸਟੈਬਲਿਸ਼ ਹੋਈ ਸੀ, ਤੇ ਉਹਦੇ 'ਚ ਇੱਕ ਅਸੀਂ ਉਹਨੂੰ ਮਿਸਅੰਡਰਸਟੈਂਡਿੰਗ ਕਹਿ ਸਕਦੇ ਹਾਂ ਭਾਈਚਾਰੇ ਵਿੱਚ ਤੇ ਯੂਨੀਵਰਸਿਟੀ ਦੇ ਵਿੱਚ। ਉਦੋਂ ਲੋਕਾਂ ਨੇ ਸਿੱਖ ਭਾਈਚਾਰੇ ਨੇ ਪੈਸੇ ਇਕੱਠੇ ਕੀਤੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦੇ ਮਨ ਦੇ ਵਿੱਚ ਇਹ ਸੀਗੀ ਕਿ ਜਿਹੜਾ ਇਹ ਚੇਅਰ ਹੋਊਗੀ ਇਹ ਸਿੱਖੀ ਦੇ ਪ੍ਰਚਾਰ ਲਈ ਹੋਊਗੀ। ਸੋ ਉਹਨਾਂ ਨੇ ਮਤਲਬ ਜਿਹੜਾ ਚੇਅਰ ਦਾ ਨਾਮ ਹੀ ਸੀ ਉਹਦੇ ਵਿੱਚ ਵੀ ਸਿੱਖ ਚੇਅਰ ਸੀ। ਜਿਹੜੀ ਯੂਨੀਵਰਸਿਟੀ ਆ ਉਹਨਾਂ ਨੇ ਜਦੋਂ ਚੇਅਰ ਐਸਟੈਬਲਿਸ਼ ਹੋ ਗਈ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਮਤਲਬ ਇੱਥੇ ਮਤਲਬ ਕੋਰਸ ਜਿਹੜੇ ਉਸ ਕਿਸਮ ਦੇ ਸ਼ੁਰੂ ਕਰੋ ਜਿਹਦੇ ਵਿੱਚ ਸਿੱਖੀ ਦੀ ਗੱਲਬਾਤ ਹੋਵੇ, ਮਤਲਬ ਇਕੱਲੀ ਪੜ੍ਹਾਉਣ ਦੀ ਨਹੀਂ, ਪ੍ਰਚਾਰ ਦੀ ਵੀ। ਤੇ ਯੂਨੀਵਰਸਿਟੀ ਨੇ ਕਿਹਾ ਵੀ ਅਸੀਂ ਟੀਚ ਕਰਦੇ ਹਾਂ, ਪ੍ਰੀਚ ਨਹੀਂ ਕਰਦੇ ਹੁੰਦੇ। ਸੋ ਜਿਹੜੀ ਉਹ ਇੱਕ ਗੱਲ ਸਾਹਮਣੇ ਆਈ, ਉਹਦੇ ਨਾਲ ਜਿਹੜੀ ਲੋਕਾਂ ਨੇ ਪੈਸੇ ਇਕੱਠੇ ਕੀਤੇ ਸੀਗੇ ਉਸ ਮਤਲਬ ਚੇਅਰ ਦੇ ਲਈ, ਉਹ ਯੂਨੀਵਰਸਿਟੀ ਨਾਲੋਂ ਟੁੱਟ ਗਏ।
ਉਹ ਜਿਹੜਾ ਤੋੜ ਵਿਛੋੜਾ ਹੋਇਆ ਉਹ ਅਜੇ ਤੱਕ ਵੀ ਉਸੇ ਤਰ੍ਹਾਂ ਨਾਲ ਕਾਇਮ ਆ। ਸੋ ਜਿਹੜੀ ਯੂਨੀਵਰਸਿਟੀ ਦੇ ਵਿੱਚ ਉਦੋਂ 1987 ਦੇ ਵਿੱਚ ਗੱਲ ਸ਼ੁਰੂ ਹੋਈ ਸੀ, ਜਿਹੜੀ ਬਹੁਤ ਸੰਭਾਵਨਾਵਾਂ ਸੀਗੀਆਂ, ਉਹ ਉੱਥੇ ਹੀ ਖੜੀ ਆ। ਸਿਰਫ ਪੰਜਾਬੀ ਦੇ 2-3 ਕੋਰਸ ਉੱਥੇ ਅਜੇ ਤੱਕ ਵੀ ਚੱਲ ਰਹੇ ਆ। ਹੁਣ ਫੁੱਲ ਟਾਈਮ ਉੱਥੇ ਮਤਲਬ ਸਾਡਾ ਪ੍ਰੋਫੈਸਰ ਹੈ, ਨੌਜਵਾਨ ਇੱਧਰ ਦਾ ਬਾਹਰ ਦਾ ਜੰਮਿਆ, ਇੰਗਲੈਂਡ ਦਾ ਜੰਮਿਆ ਉਹ। ਇਹ ਵੀ ਆਪਣੇ ਆਪ 'ਚ ਇੱਕ ਵਧੀਆ ਗੱਲ ਇਹ ਹੈ ਕਿ ਉਹ ਮੇਰੇ ਕੋਲ ਪੜ੍ਹਦਾ ਰਿਹਾ ਉੱਥੇ, ਦੇ ਬਾਅਦ ਦੇ ਵਿੱਚ ਉਹਨੇ ਪੰਜਾਬੀ 'ਚ ਸ਼ਾਇਦ ਮਾਸਟਰਸ ਵੀ ਕੀਤੀ। ਪਰ ਜਿਹੜਾ ਮੈਂ ਮਤਲਬ ਇੱਕ ਤੁਹਾਡੇ ਨਾਲ ਤੱਥ ਸਾਂਝਾ ਕਰਨਾ ਚਾਹੁੰਦਾ ਉਹ ਇਹ ਕਿ ਹਜੇ ਤੱਕ ਵੀ ਨਾਰਥ ਅਮਰੀਕਾ ਦੇ ਵਿੱਚ ਇੱਕ ਵੀ ਯੂਨੀਵਰਸਿਟੀ ਨਹੀਂ ਹੈ ਜਿੱਥੇ ਪੰਜਾਬੀ ਬੋਲੀ ਦੇ BA ਜਾਂ ਤੁਸੀਂ MA ਕਰ ਸਕੋ। MA ਪ੍ਰਾਈਵੇਟਲੀ ਤੁਸੀਂ ਇੱਧਰ ਉੱਧਰ ਕੋਈ ਇੱਕ ਦੀ ਥਾਂ ਕੋਈ ਪੋਸਟ ਦਾ ਪ੍ਰੋਫੈਸਰ ਹੋਵੇ, ਤੁਸੀਂ ਨਾਲ ਰਲ ਕੇ ਕਰ ਸਕਦੇ ਹੋ, ਕਿਸੇ ਵੀ ਸਬਜੈਕਟ ਤੁਸੀਂ ਕਰ ਸਕਦੇ ਆ। ਤੇ ਸੋ ਜਿਹੜੀ UBC ਜਿੱਥੇ ਮੈਂ 20 ਸਾਲ ਪੜ੍ਹਾਉਂਦਾ ਰਿਹਾ, ਉੱਥੇ ਇਹ ਸਾਰਾ ਕੰਮ ਜਿਹੜਾ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਥੱਲੇ ਹੁੰਦਾ ਆ। ਉੱਥੇ ਮਤਲਬ ਹਮੇਸ਼ਾ ਹੀ 22 ਤੋਂ 24-25 ਤੱਕ ਚਾਈਨੀਜ਼ ਪ੍ਰੋਫੈਸਰ ਹੁੰਦੇ ਆ। ਸਾਡਾ 1 ਜਾਂ 1.5 ਹੁੰਦਾ ਆ, 1 ਆ। ਸੋ ਇਹ ਫਰਕ ਆ ਸਾਡੀ ਮਤਲਬ ਬੋਲੀ ਦੇ ਨਾਲ ਜਿਹੜੀ ਕਨੈਕਸ਼ਨ ਦਾ। ਚਾਈਨੀਜ਼ ਕਮਿਊਨਿਟੀ ਆ ਜਿਹੜੀ, ਉਹਨਾਂ ਦਾ ਆਪਣੀ ਬੋਲੀ ਨਾਲ ਸਦਾ, ਦੂਜੀਆਂ ਵੀ ਬੋਲੀਆਂ ਜਿਹੜੀਆਂ ਉਹਨਾਂ ਦੀਆਂ ਵੀ ਇਸੇ ਕਿਸਮ ਦੀਆਂ ਸਥਿਤੀਆਂ ਹੈਗੀਆਂ, ਸਾਰੀਆਂ ਦੇ ਨਹੀਂ, ਪਰ ਉਹਨਾਂ ਦਾ ਕਿਉਂਕਿ ਕਨੈਕਸ਼ਨ ਆ ਔਰ ਪਿੱਛੇ ਉਹਨਾਂ ਦੇ ਬਹੁਤ ਵੱਡੀ ਸਟੇਟ ਆ ਬੋਲੀ ਦੇ ਲਈ, ਔਰ ਜੋ ਵੀ ਕਿਸੇ ਕਿਸਮ ਦੀ ਉਹਨਾਂ ਨੂੰ ਜ਼ਰੂਰਤ ਹੋਵੇ ਤਾਂ ਉਹ ਸਟੇਟ ਜਿਹੜੀ ਉਹ ਪੂਰੀ ਕਰਦੀ ਆ। ਸਾਡੇ ਇਸ ਕਿਸਮ ਦੀ ਕੋਈ ਚੀਜ਼ ਸ਼ੈ ਹੈ ਹੀ ਨਹੀਂ, ਨਾ ਪਾਕਿਸਤਾਨ ਦੇ ਵਿੱਚ ਜਿੱਥੇ 80 ਮਿਲੀਅਨ ਪੰਜਾਬੀ ਵਸਦੇ ਆ, ਨਾ ਇੱਧਰਲੇ ਪੰਜਾਬ ਦੇ ਵਿੱਚ ਜਿਹੜੀ ਸਟੇਟ ਤੋਂ ਅਸੀਂ ਕਿਸੇ ਕਿਸਮ ਦੀ ਕੋਈ ਆਸ ਰੱਖ ਸਕੀਏ ਕਿ ਉਹ ਸਾਡੀ ਸ਼ਾਬਾਸ਼ ਵੀ ਦੇ ਦੇਣਗੇ ਵੀ ਤੁਸੀਂ ਇੱਥੇ ਪੰਜਾਬੀ ਦੇ ਲਈ ਵਧੀਆ ਕੰਮ ਕਰ ਰਹੇ ਆ। ਸੋ ਸਟੇਟ ਦੀ ਕਮੀ ਜਿਹੜੀ ਆ ਉਹ ਬਹੁਤ ਵੱਡੀ ਬਾਹਰ ਆ ਕੇ ਇਸ ਗੱਲ ਦੀ ਮਤਲਬ ਮਹਿਸੂਸ ਹੁੰਦੀ ਆ। ਤੇ ਸੋ ਜਿਹੜੀ ਮਤਲਬ UBC ਜਿੱਥੇ ਗੱਲ 1987 ਸ਼ੁਰੂ ਹੋਈ ਸੀ, ਉੱਥੇ ਹੀ ਖੜੀ ਆ। ਮਤਲਬ ਹੋਰ ਕਿਸੇ ਯੂਨੀਵਰਸਿਟੀ ਸ਼ੁਰੂ ਨਹੀਂ ਹੋ ਸਕੀ, ਕੋਈ ਨਹੀਂ ਸਕਾਈ ਗੱਲ ਨਹੀਂ। ਅਮਰੀਕਾ ਦੇ ਵਿੱਚ ਉੱਥੇ ਸਾਡੇ ਪ੍ਰੋਫੈਸਰ ਸੀਗੇ ਡਾਕਟਰ ਗੁਰਿੰਦਰ ਮਾਨ, ਉਹਨਾਂ ਨੇ ਜਿੰਨਾ ਚਿਰ ਉਹ ਪੜ੍ਹਾਉਂਦੇ ਰਹੇ ਸੈਂਟਾ ਬਾਰਬਰਾ, ਪਹਿਲਾਂ ਕੋਲੰਬੀਆ ਯੂਨੀਵਰਸਿਟੀ ਪੜ੍ਹਾਉਂਦੇ ਸੀ, ਉਹ ਜ਼ਰੂਰ ਪੰਜਾਬੀ ਪੜ੍ਹਾਉਂਦੇ ਰਹੇ। ਤੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਉੱਥੇ ਚੱਲਦੀ ਹੈ ਜਾਂ ਪੰਜਾਬੀ ਨਹੀਂ, ਪਰ ਇੱਕ ਦੋ ਸਹੀ ਹੋਰ ਕੈਲੀਫੋਰਨੀਆ ਦੇ ਵਿੱਚ ਡੈਫੀਨਿਟਲੀ ਇਸ ਕਿਸਮ ਦੀ ਹੈ। ਪਰ ਉਹ ਸਿਰਫ ਉਸ ਪੱਧਰ ਤੇ ਹੀ ਆ, ਜਾਂ ਮਤਲਬ ਸੈਕੰਡਰੀ ਸਕੂਲ ਦੀ ਪੱਧਰ ਤੇ, ਜਾਂ ਯੂਨੀਵਰਸਿਟੀ ਦੇ ਪਹਿਲੇ 1-2 ਸਾਲਾਂ ਦੇ ਵਿੱਚ। ਉਹ ਤੋਂ ਅੱਗੇ ਨਹੀਂ ਕਿਸੇ ਪਾਸੇ ਗੱਲ ਗਈ ਹੈ ਕਿ ਸੋ ਜਿੱਥੇ ਤੱਕ ਦਾ ਪੜ੍ਹਾਈ ਦਾ ਸੰਬੰਧ ਆ, ਉਹ ਅਜੇ ਤੱਕ ਵੀ ਸਾਡਾ ਸਾਰਾ ਕੰਮ ਕਰਨ ਵਾਲਾ ਪਿਆ ਇੱਥੇ ਬਾਹਰ। ਭਾਵੇਂ ਅਸੀਂ ਜਿੰਨੀਆਂ ਮਰਜ਼ੀ ਗੱਪਾਂ ਮਾਰੀ ਜਾਈਏ, ਜਿਹੜੇ ਮਰਜ਼ੀ ਹੈਕ ਚੌੜੀ ਕਰੀਏ ਵੀ ਕੈਨੇਡਾ ਦੇ ਵਿੱਚ ਬਹੁਤ ਵਧੀਆ ਪੰਜਾਬੀ ਦਾ ਇਸ ਕਿਸਮ ਦਾ ਹੈ, ਅਸਲੀਅਤ ਦੇ ਵਿੱਚ ਹਜੇ ਤੱਕ ਵੀ ਕੋਈ ਯੂਨੀਵਰਸਿਟੀ ਨਹੀਂ ਜਿਹੜੀ ਜਿੱਥੇ ਤੁਸੀਂ BA ਵੀ ਕਰ ਸਕੋ ਪੰਜਾਬੀ ਦੇ ਵਿੱਚ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਹਜੇ ਤੱਕ ਨਮੋਸ਼ੀ ਦੀ ਗੱਲ ਹੈਗੀ ਸਾਡੇ ਲਈ। ਦੂਜੀ ਗੱਲ ਮੈਂ ਹੁਣੀ ਇੱਕ ਕਰਦਿਆਂ, ਮੈਨੂੰ ਲੱਗਦਾ ਟਾਈਮ ਵੀ ਮੈਂ ਕਾਫੀ ਲੈ ਰਿਹਾ। ਕੈਨੇਡਾ ਦੇ ਵਿੱਚ ਜਿਹੜੀ ਇਹਨਾਂ ਦੀ ਪਾਲਿਸੀ ਆ ਕੈਨੇਡਾ ਦੇ ਵਿੱਚ, ਕਿਉਂਕਿ ਬ੍ਰਿਟਿਸ਼ ਜਿਹੜੇ ਉਹ ਸੀਗੇ ਤਾਕਤ ਦੇ ਵਿੱਚ ਪਹਿਲਾਂ ਤੋਂ, ਫ੍ਰੈਂਚ ਨੂੰ ਇਹਨਾਂ ਨੇ ਹਰਾ ਦਿੱਤਾ ਸੀਗਾ, ਫ੍ਰੈਂਚ ਵੀ ਬਹੁਤ ਵੱਡੀ ਤਾਕਤ ਸੀ ਇੱਥੇ। ਪਰ ਕੈਨੇਡਾ ਦੇ ਵਿੱਚ ਜਦੋਂ ਮਤਲਬ ਕੈਨੇਡਾ ਬਣਿਆ ਅਮਰੀਕਾ ਨੇ ਰਿਬੈਲ ਕਰ ਦਿੱਤਾ ਬ੍ਰਿਟਨ ਦੇ ਖਿਲਾਫ, ਤੇ ਕੈਨੇਡਾ ਜਿਹੜਾ ਉਹ ਬ੍ਰਿਟਨ ਦੇ ਨਾਲ ਰਿਹਾ, ਬਰਤਾਨੀਆ ਦੇ ਨਾਲ ਰਿਹਾ। ਤੇ ਸੋ ਜਿਹੜੀ ਇੰਗਲਿਸ਼ ਆ ਉਹ ਇੱਥੇ ਬਿਲਕੁਲ ਪਹਿਲਾਂ ਤੋਂ ਭਾਰੂ ਰਹੀ ਆ, ਤੇ ਇਹਨਾਂ ਨੇ ਫ੍ਰੈਂਚ ਨੂੰ ਵੀ ਇੱਥੇ ਬਰਾਬਰ ਤੱਕ ਆਉਣ ਲਈ ਇਹਨਾਂ ਨੂੰ ਫ੍ਰੈਂਚ ਨੂੰ ਕਾਫੀ ਸਟਰਗਲ ਕਰਨੀ ਪਈ। ਸੋ ਇਹਨਾਂ ਨੇ ਪਾਲਿਸੀ ਇਹ ਬਣਾ ਲਈ ਕਿ ਸਿਰਫ 2 ਹੀ ਜਿਹੜੀਆਂ ਭਾਸ਼ਾ ਆ ਕੈਨੇਡਾ ਦੀਆਂ ਅਫੀਸ਼ੀਅਲ ਲੈਂਗੁਏਜ ਆ। ਹੁਣ ਜੇ ਮੈਂ ਮਤਲਬ ਕੋਈ ਬੰਦਾ ਮਤਲਬ 4 ਜਾਂ 5 ਜਾਂ 10 ਵੀ ਜ਼ਬਾਨਾਂ ਬੋਲਦਾ ਆ, ਜੇ ਉਹ 2 ਅੰਗਰੇਜ਼ੀ ਤਾਂ ਫਰਾਂਸੀਸੀ ਨਹੀਂ ਬੋਲਦਾ, ਤਾਂ ਕੈਨੇਡਾ ਦੇ ਵਿੱਚ ਉਹ ਬਾਈਲਿੰਗੁਅਲ ਨਹੀਂ ਹੈ। ਬਾਈਲਿੰਗੁਅਲ ਉਹ ਹੀ ਇਨਸਾਨ ਹੈ ਜਿਹੜਾ ਇਹ 2 ਜ਼ਬਾਨਾਂ ਬੋਲਦਾ ਹੈ, ਕਿਉਂਕਿ ਕੈਨੇਡਾ ਦੀਆਂ ਸਿਰਫ 2 ਜ਼ਬਾਨਾਂ ਹੈਗੀਆਂ। ਕੈਨੇਡਾ 'ਚ ਬਾਕੀ ਸਾਰੀਆਂ ਜ਼ਬਾਨਾਂ ਜਿਹੜੀਆਂ ਆ ਉਹ ਵਿਦੇਸ਼ੀ ਜ਼ਬਾਨਾਂ ਆ, ਉਹਨਾਂ ਦਾ ਕੈਨੇਡਾ ਦੇ ਵਿੱਚ ਕੋਈ ਉਸ ਕਿਸਮ ਦਾ ਥਾਂ ਨਹੀਂ ਹੈ। ਭਾਵੇਂ ਮਤਲਬ ਬਹੁਤ ਕੁਛ ਇੱਥੇ ਪੰਜਾਬੀ ਦੇ ਵਿੱਚ ਹੋ ਰਿਹਾ, ਪਰ ਫੈਡਰਲ ਪੱਧਰ ਦੇ ਉੱਤੇ ਜਿਹੜੀ ਅੰਗਰੇਜ਼ੀ ਤੇ ਫਰਾਂਸੀਸੀ 2 ਅਫੀਸ਼ੀਅਲ ਲੈਂਗੁਏਜ ਹੈਗੀਆਂ। ਅਸੀਂ ਕੈਨੇਡਾ ਦੇ ਵਿੱਚ ਲਿਖਣ ਵਾਲੇ ਪੰਜਾਬੀ ਲੇਖਕ ਹੈ ਜਿਹੜੇ ਅਸੀਂ ਵਿਦੇਸ਼ੀ ਬੋਲੀ 'ਚ ਲਿਖ ਰਹੇ ਹਾਂ, ਅਸੀਂ ਕੈਨੇਡੀਅਨ ਲੇਖਕ ਨਹੀਂ ਹੈ ਅਫੀਸ਼ੀਅਲੀ, ਅਸੀਂ ਵਿਦੇਸ਼ੀ ਬੋਲੀ 'ਚ ਲਿਖਣ ਵਾਲੇ ਵਿਦੇਸ਼ੀ ਲੇਖਕ ਹਾਂ, ਭਾਵੇਂ ਅਸੀਂ ਕੈਨੇਡਾ ਬਾਰੇ ਲਿਖਦੇ ਹਾਂ। ਸੋ ਜਿਹੜੀ ਉਸ ਪੱਧਰ ਦੇ ਉੱਤੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ, ਸਾਡੇ ਆਟਵਾ ਦੇ ਵਿੱਚ ਤਕਰੀਬਨ ਪਿਛਲੇ ਕੁਝ ਸਾਲਾਂ ਤੋਂ 20 ਤੋਂ ਉੱਤੇ ਪੰਜਾਬੀ ਉੱਥੇ ਹੁੰਦੇ ਆ MP। ਉਹਨਾਂ ਨੇ ਅਜੇ ਤੱਕ ਪੰਜਾਬੀ ਦੇ ਲਈ ਇੱਕ ਸ਼ਬਦ ਨਹੀਂ ਬੋਲਿਆ ਹੈ, ਕਿਉਂਕਿ ਕਮਿਊਨਿਟੀ ਦੇ ਵਿੱਚੋਂ ਇਸ ਕਿਸਮ ਦੀ ਉਹਨਾਂ ਨੂੰ ਮੰਗ ਨਹੀਂ ਮਿਲਦੀ ਹੈ। ਕਮਿਊਨਿਟੀ ਵਿੱਚੋਂ ਸਿਰਫ ਧਰਮ ਦੇ ਲਈ ਵੀ ਧਰਮ ਵੱਲ ਧਿਆਨ ਦਿਓ, ਉਹਨਾਂ ਨੂੰ ਮੰਗ ਮਿਲਦੀ ਹੈ। ਧਰਮ ਲਈ ਬਹੁਤ ਕੁਛ ਉੱਥੇ ਕਰਦੇ, ਅਖੰਡ ਪਾਠ ਵੀ ਖਾ ਦਿੰਦੇ ਆਟਵਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਇੱਥੇ ਤੱਕ ਚਲੇ ਜਾਂਦੇ ਆ।
ਪਰ ਪੰਜਾਬੀ ਬੋਲੀ ਲਈ ਉਹਨਾਂ 20 ਦੇ ਵਿੱਚੋਂ ਹੀ ਨਾ ਤਾਂ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦਾ ਪੰਜਾਬੀ ਦੇ ਨਾਲ ਕੋਈ ਸਿੱਧਾ ਸੰਬੰਧ ਆ। ਕੋਈ ਕਿਤਾਬ ਪੜ੍ਹਨ ਵਾਲਾ ਤਾਂ ਕਿਤੇ ਕਿਤੇ ਕੋਈ ਬੰਦਾ ਉਹਨੂੰ ਪੰਜਾਬੀ ਦੇ ਵਿੱਚ ਮਿਲਦਾ, ਉੱਥੇ ਸ਼ਾਇਦ ਹੋਵੇ ਇੱਕ ਦੋ ਰਹੇ ਆ ਵੈਸੇ, ਤੇ ਪਰ ਸੋ ਇਹ ਫੈਕਟ ਵੀ ਆਪਣੇ ਆਪ ਦੇ ਵਿੱਚ ਕਿ 20 ਬੰਦੇ ਤੀਜੇ ਨੰਬਰ ਦੀ ਬੋਲੀ ਪਾਰਲੀਮੈਂਟ ਦੇ ਵਿੱਚ ਪੰਜਾਬੀ ਹੋਵੇ ਔਰ ਕਦੀ ਪੰਜਾਬੀ ਦੀ ਕੋਈ ਉਹ ਗੱਲ ਨਾ ਕਰਨ, ਇਹ ਪੰਜਾਬੀ ਦਾ ਸਾਡੇ ਨਾਲ ਲਿੰਕ ਦਾ ਜਿਹੜਾ ਹੈਗਾ। ਸਾਡੇ ਇੱਥੇ BC ਦੇ ਵਿੱਚ ਵੀ 7 MLA ਆ ਜਿਹੜੇ ਉਹ ਸਾਡੇ ਪੰਜਾਬੀ ਪਿੰਡ ਆ। ਉਹ ਪਰ ਜੇ ਅਸੀਂ ਉਹਨਾਂ ਨੂੰ ਕਹੀਏ ਜਿਹੜੀਆਂ ਕੁਛ ਨਾ ਕਿਤੇ ਉਹ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਉਹਨਾਂ ਨੇ ਵੀ 1994 ਤੋਂ ਬਾਅਦ BC ਦੇ ਵਿੱਚ ਵੀ ਜਿਹੜੀਆਂ ਸਾਨੂੰ ਸਮੱਸਿਆਵਾਂ ਆਉਂਦੀਆਂ ਨੇ ਉਹਦੇ ਵਿੱਚ ਸਰਕਾਰ ਨੇ ਕਿਸੇ ਕਿਸਮ ਦੀ ਕੋਈ ਸਾਡੀ ਐਡੀ ਮਦਦ ਨਹੀਂ ਕੀਤੀ ਹੈ, ਮਤਲਬ ਉਹਨਾਂ ਗੱਲਾਂ ਦੇ ਵਿੱਚ। ਸੋ ਜਿਹੜੀ ਇਹ ਤਾਂ ਹੈ। ਉਹ ਤੋਂ ਬਿਨਾਂ ਡਾਕਟਰ ਸੁਮਿਆਨ ਜੀ ਕਹਿ ਰਹੇ ਸੀ ਕਿ ਮੈਂ ਜਿਹੜੀਆਂ ਦੂਜੀਆਂ ਸਰਗਰਮੀਆਂ ਉਹਨਾਂ ਬਾਰੇ ਵੀ ਥੋੜਾ ਜ਼ਿਕਰ ਕਰਾਂ। ਜਿੱਥੇ ਤੱਕ ਸਾਹਿਤ ਦਾ ਸੰਬੰਧ ਹੈ, ਸਾਡੇ ਪੰਜਾਬੀ ਕੈਨੇਡਾ ਦੇ ਵਿੱਚ ਸਾਹਿਤ ਜਿਹੜਾ ਆ ਉਹ ਬਹੁਤ ਜ਼ਿਆਦਾ ਸਰਗਰਮੀਆਂ ਸਾਡੇ ਇੱਥੇ ਹੁੰਦੀਆਂ ਆ। ਆਹ ਪਿਛਲੇ 2 ਸਾਲ ਜ਼ੂਮ ਦੇ ਹੁੰਦੀਆਂ ਰਹੀਆਂ, ਉੱਦਾਂ ਮਤਲਬ ਲਗਾਤਾਰ ਸਾਡੇ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਪੰਜਾਬ ਤੋਂ ਰਿਟਾਇਰ ਹੋ ਕੇ ਇੱਧਰ ਆਏ ਆ। ਇੱਧਰ ਆ ਕੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਕਈ ਪਹਿਲਾਂ ਲਿਖਦੇ ਸੀਗੇ। ਸੋ ਸਾਡੇ ਕੋਲ ਬਹੁਤ ਵੱਡੀ ਗਿਣਤੀ ਲੇਖਕਾਂ ਦੀ ਹੈਗੀ ਆ ਕੈਨੇਡਾ ਦੇ ਵਿੱਚ। ਮੈਨੂੰ ਅਸਲੀ ਫਿਗਰ ਦਾ ਤਾਂ ਨਹੀਂ ਪਤਾ, ਪਰ ਉਹ 350 ਤੋਂ ਘੱਟ ਨਹੀਂ ਹੋਣ ਲੱਗੀ। ਔਰ ਲਗਾਤਾਰ ਕਿਤਾਬਾਂ ਛਪਦੀਆਂ ਤਾਂ ਪੰਜਾਬ 'ਚ ਹੀ ਆ, ਕਿਉਂਕਿ ਉੱਥੇ ਹੀ ਮਤਲਬ ਮਜ਼ਦੂਰੀ ਸਸਤੀ ਆ ਤੇ ਇੱਧਰ ਤਾਂ ਬਹੁਤ ਮਹਿੰਗੀਆਂ ਪੈਂਦੀਆਂ। ਸੋ ਉੱਥੋਂ ਕਿਤਾਬਾਂ ਛਪ ਰਹੀਆਂ, ਬਹੁਤ ਸਾਰੀ ਗਜ਼ਲ ਲਿਖੀ ਜਾ ਰਹੀ ਆ, ਬਹੁਤ ਸਾਰੀ ਕਵਿਤਾ ਲਿਖੀ ਜਾ ਰਹੀ ਆ। ਸਾਹਿਤਕਾਰ ਜਿਹੜੇ ਆ ਉਹ ਬੜੇ ਸਰਗਰਮ ਆ। ਬਹੁਤ ਸਾਰੀਆਂ ਜਥੇਬੰਦੀਆਂ ਸਾਡੇ BC ਦੇ ਵਿੱਚ ਇੱਥੇ ਜਾਂ ਸਰੀ ਦੇ ਵਿੱਚ ਕਹਿ ਸਕਦੇ ਆ ਕਿ ਅੱਧੀ ਦਰਜਨ ਤੋਂ ਉੱਤੇ ਵੱਖਰੀਆਂ ਜਥੇਬੰਦੀਆਂ ਆ। ਚੰਗੀ ਗੱਲ ਇਹ ਆ ਵੀ ਉਹ ਇੱਕ ਦੂਜੇ ਨਾਲ ਲੜਨ ਝਗੜਨ ਦੇ ਵਿੱਚ ਕੋਈ ਸਮਾਂ ਨਹੀਂ ਲਾਉਂਦੇ ਹੈ। ਬਿਲਕੁਲ ਕੋਈ ਇਸ ਕਿਸਮ ਦੀ ਕੌਨਫਲਿਕਟ ਵਾਲੀ ਗੱਲ ਨਹੀਂ। ਆਪੋ ਆਪਣਾ ਕੰਮ ਕਰਦੇ, ਜਿਹੜੀ ਕਿ ਮੈਂ ਸਮਝਦਾ ਕਿ ਆਪਣੇ ਆਪ ਬਹੁਤ ਵਧੀਆ ਗੱਲ ਹੈ। ਜ਼ਿਆਦਾ ਜਥੇਬੰਦੀਆਂ ਦਾ ਹੋਣਾ ਕੋਈ ਨੁਕਸਾਨ ਵਾਲੀ ਗੱਲ ਨਹੀਂ, ਪਰ ਜੇ ਸਮਾਂ ਇੱਕ ਦੂਜੇ ਨਾਲ ਉਹ ਲੜਨ ਝਗੜਨ ਤੇ ਲਾਉਣ ਤਾਂ ਉਹ ਨੁਕਸਾਨ ਵਾਲੀ ਗੱਲ ਹੋਊਗੀ। ਸੋ ਇਹ ਫਾਇਦੇ ਵਾਲੀ ਗੱਲ ਆ ਕਿ ਸਾਡੇ ਕੋਲ ਵੱਖਰੇ ਵਿਚਾਰਾਂ ਦੇ ਲੋਕ ਇਕੱਠੇ ਹੋ ਕੇ ਬਹਿੰਦੇ ਆ। ਇਹ ਬਹੁਤ ਵਧੀਆ ਗੱਲ ਹੈਗੀ ਆ। ਸੋ ਉਹਦੇ ਨਾਲ ਸਾਹਿਤ ਦੀਆਂ ਵੀ ਵੱਖਰੇ ਪੱਧਰ ਤੇ ਗੱਲਾਂ ਹੁੰਦੀਆਂ। ਸੋ ਜਿੱਥੇ ਤੱਕ ਪੰਜਾਬੀ ਸਾਹਿਤ ਦਾ ਇਸ ਵੇਲੇ ਸੰਬੰਧ ਹੈਗਾ, ਉਹ ਮੈਂ ਸਮਝਦਾ ਕਿ ਉਹ ਬਹੁਤ ਵਧੀਆ ਅਸੀਂ ਸਮੇਂ ਚੋਂ ਲੰਘ ਰਹੇ ਹਾਂ। ਬਹੁਤ ਸਰਗਰਮੀਆਂ ਲਗਾਤਾਰ ਹੁੰਦੀਆਂ ਆ, ਲੇਖਕ ਮਿਲਦੇ ਆ, ਲਿਖ ਰਹੇ ਆ, ਮਤਲਬ ਉਹ ਇੱਕ ਵਿਚਾਰ ਵਟਾਂਦਰਾ ਵੀ ਕਰ ਰਹੇ ਆ। ਤੇ ਇਸੇ ਤਰ੍ਹਾਂ ਜਿਹੜੀ ਦੂਜੀ ਅਸੀਂ ਗੱਲ ਦੇਖ ਸਕਦੇ ਹਾਂ ਕਿ ਖਾਸ ਤੌਰ ਤੇ ਜਿਹੜਾ ਸਾਡੇ ਜੀਵਨ ਦੇ ਉੱਤੇ ਵੀ ਜਾਂ ਪੰਜਾਬੀ ਬੋਲੀ ਦੇ ਉੱਤੇ ਵੀ ਵੱਡਾ ਅਸਰ ਹੈ, ਉਹ ਹੈ ਸਾਡਾ ਮੀਡੀਆ। ਸਾਡਾ ਮੀਡੀਆ ਜਿਹੜਾ ਆ ਉਹ ਪਿਛਲੇ ਤਕਰੀਬਨ ਮਤਲਬ ਮੈਂ ਕਹਿ ਸਕਦਾ 2.5-3 ਦਹਾਕੇ ਤੋਂ ਉਹਦੇ ਵਿੱਚ ਪੰਜਾਬੀ ਦਾ ਜਿਸ ਪੱਧਰ ਤੇ ਪੰਜਾਬੀ ਕੈਨੇਡਾ ਦੇ ਵਿੱਚ ਗਈ ਆ, ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਜਗ੍ਹਾ ਉਸ ਪੱਧਰ ਤੇ ਗਈ ਹੋਵੇ। ਬਹੁਤ ਸਾਡੇ ਮਤਲਬ ਇੱਥੋਂ ਦੇ ਅਖਬਾਰ ਛਪਦੇ ਰਹੇ ਆ ਪੰਜਾਬੀ ਚ। ਹੁਣ ਕੋਵਿਡ ਕਰਕੇ ਉਹਨਾਂ ਇਹ ਸਮੱਸਿਆ ਥੋੜੀ ਜਿਹੀ ਆਈ ਆ ਸਾਨੂੰ ਪਿਛਲੇ 2 ਸਾਲ, ਪਰ ਮਤਲਬ ਸਾਰੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਟੋਰਾਂਟੋ ਤੇ ਵੈਨਕੂਵਰ ਜਾਂ ਸਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਅਖਬਾਰ ਜਿਹੜੇ ਉਹ ਛਪਦੇ ਆ। ਔਰ ਮਤਲਬ ਇਸੇ ਤਰ੍ਹਾਂ ਹੀ ਜਿਹੜਾ ਰੇਡੀਓ ਆ ਹਰ ਜਗ੍ਹਾ ਹੀ, ਮਤਲਬ ਇੱਥੇ ਸਾਡੇ ਵੈਨਕੂਵਰ ਦੇ ਏਰੀਆ ਵਿੱਚ ਤਾਂ ਮੇਰਾ ਖਿਆਲ ਇਸ ਵੇਲੇ ਘੱਟੋ ਘੱਟ 8-10 ਇਸ ਕਿਸਮ ਦੇ ਰੇਡੀਓ ਹੈਗੇ ਸਟੇਸ਼ਨਸ ਜਿੱਥੇ ਪੰਜਾਬੀ 24 ਘੰਟੇ ਬੋਲੀ ਜਾਂਦੀ ਆ ਔਰ ਪੰਜਾਬੀ ਦੇ ਵਿੱਚ ਗੱਲਬਾਤ ਹੁੰਦੀ ਆ, ਮਤਲਬ ਹਰ ਕਿਸਮ ਦੀ। ਇਸੇ ਤਰ੍ਹਾਂ ਹੀ ਮਤਲਬ ਜਿਹੜੀ ਟੈਲੀਵਿਜ਼ਨ ਦੇ ਉੱਤੇ ਵੀ ਮਤਲਬ ਕਿ ਦੇਖ ਸਕਦੇ ਹਾਂ ਬਹੁਤ ਸਾਰੇ ਪ੍ਰੋਗਰਾਮ ਹੈ। ਖਾਸ ਤੌਰ ਤੇ ਅੱਗੇ ਸਨੀਚਰਵਾਰ ਵਾਲੇ ਦਿਨ ਕਾਫੀ ਆਉਂਦੇ ਸੀਗੇ। ਸੋ ਮੀਡੀਆ ਦੇ ਵਿੱਚ ਜਿਹੜੀ ਉਹ ਪੰਜਾਬੀ ਇਸ ਵੇਲੇ ਕਾਫੀ ਮਤਲਬ ਉੱਤੇ ਗਈ ਹੈਗੀ ਆ। ਪਰ ਜਿਵੇਂ ਪਹਿਲਾਂ ਕਿਸੇ ਗੱਲ ਦੇ ਵਿੱਚ ਜ਼ਿਕਰ ਹੋਇਆ ਸੀਗਾ ਕਿ ਇਹ ਜਿਹੜਾ ਉਹਦਾ ਆਧਾਰ ਆ ਉਹ ਇੱਥੋਂ ਸਾਡੇ ਵਪਾਰ ਆ। ਜਦੋਂ ਉਹਨਾਂ ਦੀ ਜਿਹੜੀਆਂ ਚੀਜ਼ਾਂ ਉਹ ਵੇਚਣੀਆਂ ਚਾਹੁੰਦੇ ਆ ਉਹ ਅੰਗਰੇਜ਼ੀ 'ਚ ਵਿਕਣ ਲੱਗ ਪਈਆਂ ਜਾਂ ਪੰਜਾਬੀ ਤੋਂ ਬਿਨਾਂ ਦਾ ਸਰਨ ਲੱਗ ਪਿਆ, ਤਾਂ ਜਿਹੜੀ ਮੀਡੀਆ ਨੂੰ ਮਿਲਦੀ ਇਮਦਾਦ ਆ ਉਹ ਹੋ ਜਾਣੀ ਆ ਬੰਦ। ਹੌਲੀ ਹੌਲੀ ਹੋ ਰਹੀ ਆ। ਸਾਡੇ ਇੱਥੇ ਰੇਡੀਓ ਸਟੇਸ਼ਨਾਂ ਦੇ ਉੱਤੇ ਹੁਣ ਕੁਝ ਪ੍ਰੋਗਰਾਮ ਜਿਹੜੇ ਉਹ ਹਿੰਦੀ 'ਚ ਵੀ ਹੋ ਰਹੇ ਜਿਹੜੇ ਪਹਿਲਾਂ ਨਹੀਂ ਸੀ ਹੁੰਦੇ। ਹੁਣ ਅੰਗਰੇਜ਼ੀ ਦੇ ਵਿੱਚ ਵੀ ਜਿਹੜੀਆਂ ਗਾਹਾਂ ਦੀਆਂ ਸ਼ੁਰੂ ਕਰ ਰਹੀ ਹੈ। ਸੋ ਜਿਹੜਾ ਇਹ ਤਬਦੀਲੀ ਆਉਣੀ ਆ ਉਹ ਹੁਣੀ ਉਹਦੇ ਤੁਸੀਂ ਅਸਾਰ ਦੇਖ ਸਕਦੇ ਆ। ਸੋ ਜਿਹੜੀ ਮੀਡੀਆ ਦੀ ਗੱਲ ਹੈਗੀ ਆ ਉਹਦੇ ਵਿੱਚੋਂ ਮਤਲਬ ਕੁਛ ਤਾਂ ਰਹੂਗਾ, ਕਿਉਂਕਿ ਸਾਡੇ ਲੋਕ ਮਤਲਬ ਇੰਨੀ ਛੇਤੀ ਜਿਹੜੇ ਪੰਜਾਬੀ ਬੋਲਣ ਵਾਲੇ ਆ ਉਹ ਉਹਨਾਂ ਦੀ ਗਿਣਤੀ ਨਹੀਂ ਕੱਟਣ ਲੱਗੀ ਜਾਂ ਮਤਲਬ ਉਹ ਇੰਨਾ ਫਰਕ ਨਹੀਂ ਪੈਣਾ ਸਾਡੇ ਭਾਈਚਾਰੇ ਦੇ ਵਿੱਚ। ਪਰ ਇਹ ਗੱਲ ਜਿੱਥੇ ਹੋਣਿਆ, ਜਿਸ ਪੱਧਰ ਦੇ ਉੱਤੇ ਹੋਣਿਆ ਉਸ ਪੱਧਰ ਤੇ ਨਹੀਂ ਰਹਿਣੀ ਹੈ, ਕਿਉਂਕਿ ਅੰਗਰੇਜ਼ੀ ਜਿਹੜੀ ਗੁਰਮੁਖੀ ਪੜ੍ਹਨ ਵਾਲੇ ਲੋਕ ਘਟੀ ਜਾਣੇ ਆ। ਅਖਬਾਰਾਂ ਦਾ ਵੀ ਉਸ ਕਿਸਮ ਦਾ ਬਿਜ਼ਨਸ ਨਹੀਂ ਰਹਿਣਾ ਹੈ। ਸੋ ਪਹਿਲਾਂ ਜਦੋਂ ਸ਼ੁਰੂ ਦੇ ਵਿੱਚ 60-70s ਦੇ ਵਿੱਚ ਜਿਹੜੇ ਇੱਥੇ ਰੇਡੀਓ ਪ੍ਰੋਗਰਾਮ ਵਗੈਰਾ ਚੱਲਦੇ ਸੀਗੇ ਜਾਂ ਟੀਵੀ, ਉਹ ਹੁੰਦੇ ਸੀ ਵੋਲੰਟੀਅਰ, ਸ਼ੌਕ ਨਾਲ ਕਰਦੇ। ਉਸ ਤੋਂ ਬਾਅਦ 90s ਤੋਂ ਲੈ ਕੇ ਤਕਰੀਬਨ ਮਿਡ 90s ਲੈ ਕੇ ਇਹ ਮਤਲਬ ਬਿਲਕੁਲ ਇੱਕ ਰੋਜ਼ਗਾਰ ਦਾ ਜ਼ਰੀਆ ਹੈਗਾ। ਮੀਡੀਆ ਜਿਹੜਾ ਬਹੁਤ ਵਧੀਆ ਗੱਲ ਆ, ਆਪਣੇ ਆਪ 'ਚ
ਜਿਹੜੀ ਪੰਜਾਬੀ ਦੇ ਵਿੱਚੋਂ ਤੁਹਾਨੂੰ ਰੋਟੀ ਮਿਲੇ, ਇਹ ਇੱਕ ਮਤਲਬ ਹਰ ਜਗ੍ਹਾ ਇਹ ਗੱਲ ਹੋਣੀ ਚਾਹੀਦੀ ਆ। ਸਾਡੇ ਇੱਥੇ ਪਿਛਲੇ 2.5-3 ਦਹਾਕਿਆਂ ਤੋਂ ਹੋ ਰਹੀ ਆ, ਪਰ ਇਸ ਦਾ ਜਿਹੜਾ ਭਵਿੱਖ ਆ ਉਹ ਇਸ ਤਰੀਕੇ ਨਾਲ ਨਹੀਂ ਰਹਿਣਾ, ਕਿਉਂਕਿ ਤਬਦੀਲੀ ਆਉਣੀ ਹੈ। ਸੋ ਜਿਹੜੀ ਅੱਗੇ ਹੁੰਦਾ ਸੀਗਾ ਕਿ ਮਤਲਬ ਤੀਜੀ ਪੀੜ੍ਹੀ ਤੱਕ ਜਿਹੜੀ ਉਹ ਬੋਲੀ ਆ ਜਿਹੜੀ ਉਹ ਖਤਮ ਹੋ ਜਾਂਦੀ ਸੀ। ਹੁਣ ਇਸ ਗੱਲ ਦੇ ਤਾਂ ਚਾਂਸ ਨਹੀਂ ਹੈ। ਜੇ ਉਹ ਪਾਕਿਸਤਾਨ 'ਚ ਨਹੀਂ ਖਤਮ ਹੁੰਦੀ, ਭਾਰਤੀ ਪੰਜਾਬ 'ਚ ਨਹੀਂ ਖਤਮ ਹੁੰਦੀ, ਤਾਂ ਇੱਥੋਂ ਵੀ ਖਤਮ ਨਹੀਂ ਹੋਣੀ, ਕਿਉਂਕਿ ਸਾਡੇ ਲਿੰਕ ਜਿਹੜੇ ਆ ਉਹ ਪਹਿਲਾਂ ਵਾਲੇ ਨਹੀਂ ਹੈ। ਪਹਿਲਾਂ ਤਾਂ ਇਹ ਐਸੀ ਬੰਦਾ ਇੱਧਰ ਆ ਗਿਆ, ਉਹਨੂੰ 15-20 ਸਾਲ ਲੱਗ ਜਾਂਦੇ ਸੀ ਮੁੜ ਕੇ ਜਾਣ ਲਈ, ਮਤਲਬ ਇੱਥੇ ਆਪਣੇ ਆਪ ਸਥਾਪਿਤ ਕਰਨ ਲਈ ਜਾਂ ਕਿਰਾਇਆ ਬਣਾਉਣ ਦੇ ਲਈ। ਹੁਣ ਇਹ ਗੱਲ ਨਹੀਂ ਹੈ। ਹੁਣ ਤਾਂ ਅਸੀਂ ਮਤਲਬ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਮਤਲਬ ਇਸੇ ਤਰ੍ਹਾਂ ਦੀਆਂ ਹੋਰ ਵੀ ਮੇਰਾ ਖਿਆਲ ਸੈਂਕੜੇ ਇਸ ਕਿਸਮ ਦੀਆਂ ਜਿਹੜੀਆਂ ਉਹ ਮਤਲਬ ਗੱਲਾਂ ਬਾਤਾਂ ਹੋ ਰਹੀਆਂ ਹੋਣਗੀਆਂ ਇਸ ਵੀਕਐਂਡ ਦੇ ਉੱਤੇ, ਜਿਹੜੇ ਮਤਲਬ ਇੱਥੇ ਬੈਠੇ ਲੋਕ ਪੰਜਾਬ ਦੇ ਨਾਲ ਜੁੜੇ ਹੋ, ਪਾਕਿਸਤਾਨ ਨਾਲ ਜੁੜੇ ਹੋ। ਸੋ ਜਿਹੜਾ ਉਹ ਲਿੰਕ ਆ ਉਹ ਹੁਣ ਉਸ ਤਰੀਕੇ ਨਾਲ ਟੁੱਟਦਾ ਨਹੀਂ ਹੈ। ਸੋ ਇਦਾਂ ਤਾਂ ਨਹੀਂ ਹੈ ਵੀ ਤੀਜੀ ਪੀੜ੍ਹੀਆਂ ਖਤਮ ਹੋ ਜਾਊਗੀ, ਪਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਗਾਹਾਂ ਦੀਆਂ ਜਨਰੇਸ਼ਨਸ ਹੈ ਜਿਹੜੀਆਂ, ਉਹਨਾਂ ਨੂੰ ਸੌਖ ਹੈਗੀ ਆ ਅੰਗਰੇਜ਼ੀ 'ਚ ਗੱਲਬਾਤ ਕਰਨ ਦੀ। ਉਹ ਸੌਖ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਵੀ ਕੋਸ਼ਿਸ਼ ਕਰਦੇ। ਉਹਨਾਂ 'ਚੋਂ ਬਹੁਤ ਸਾਰੇ ਮਾਪੇ ਜਿਹੜੇ ਥੋੜ੍ਹੇ ਜਿਹੇ ਚੇਤਨ ਇਸ ਪੱਖੋਂ ਵੀ ਉਹ ਪੰਜਾਬੀ 'ਚ ਗੱਲ ਕਰਨ, ਪਰ ਸੌਖ ਵਜੋਂ ਅੰਗਰੇਜ਼ੀ ਗੱਲਬਾਤ ਚੱਲ ਪੈਂਦੀ ਆ। ਸੋ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜਿੰਨਾ ਚਿਰ ਜਿਹੜੀ ਮਤਲਬ ਸਾਡੇ ਮਨਾਂ ਦੇ ਵਿੱਚ ਜਿਹੜੀ ਪੰਜਾਬੀ ਮਾਂ ਬੋਲੀ ਦੀ ਉਹ ਜਿਹੜਾ ਥਾਂ ਨਹੀਂ ਬਣਦਾ, ਅਸੀਂ ਇੱਕ ਗੱਲ ਹਮੇਸ਼ਾ ਇਹ ਕਹਿੰਦੇ ਆ ਵੀ ਅਸੀਂ ਜੇ ਪੰਜਾਬੀ ਦੀ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ, ਨਾ ਤਾਂ ਅਸੀਂ ਅੰਗਰੇਜ਼ੀ ਦੇ ਖਿਲਾਫ ਕੋਈ ਵੀ ਇੱਕ ਵੀ ਸ਼ਬਦ ਕਹਿੰਦੇ ਆ ਜਾਂ ਸਾਡੇ ਮਨ ਦੇ ਵਿੱਚ ਆ, ਨਾ ਹੀ ਫ੍ਰੈਂਚ ਦੇ ਖਿਲਾਫ ਆ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਬੋਲੀਆਂ, ਕਿਉਂਕਿ ਅਸੀਂ ਜੇ ਕਹੀਏ ਵੀ ਤੁਸੀਂ ਕੈਨੇਡਾ 'ਚ ਜਾ ਕੇ ਅੰਗਰੇਜ਼ੀ ਨਾ ਸਿੱਖੋ ਤਾਂ ਉਹ ਬੜੀ ਪਾਗਲਪਨ ਵਾਲੀ ਗੱਲ ਹੋਊਗੀ, ਕਿਉਂਕਿ ਇਸ ਮੁਲਕ ਦੀ ਜਿਹੜੀ ਜ਼ੁਬਾਨ ਆ ਉਹ ਅੰਗਰੇਜ਼ੀ ਆ। ਅੰਗਰੇਜ਼ੀ ਬਿਨਾਂ ਅਸੀਂ ਮਤਲਬ ਇੱਥੋਂ ਘਰੋਂ ਬਾਹਰ ਨਹੀਂ ਨਿਕਲ ਸਕਦੇ। ਉਹਦੀ ਲੋੜ ਆ, ਹਰ ਜਗ੍ਹਾ ਉਹਦੀ ਲੋੜ ਆ। ਸੋ ਅਸੀਂ ਜਿਹੜੀ ਸਾਡੀ ਪਲੀ ਆ ਉਹਦੇ ਵੱਲੋਂ ਹਮੇਸ਼ਾ ਇਹ ਕਹਿੰਦੇ ਆ ਕਿ ਛੋਟੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਸਾਨੂੰ ਸਾਰਿਆਂ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਆ। ਪਰ ਕੈਨੇਡਾ ਵਿੱਚ ਰਹਿੰਦਿਆਂ ਸਾਡਾ ਇਹ ਹੱਕ ਵੀ ਆ ਔਰ ਅਸੀਂ ਇਹ ਕਰ ਸਕਦੇ ਹਾਂ ਕਿ ਨਾਲੇ ਸਾਨੂੰ ਆਪਣੀ ਮਾਂ ਬੋਲੀ ਵੀ ਆਉਣੀ ਚਾਹੀਦੀ ਆ, ਜਿਹਦੇ ਨਾਲ ਅਸੀਂ ਇੱਕ ਵਧੀਆ ਜਿਹੜਾ ਉਹ ਕੈਨੇਡੀਅਨ ਬਣ ਸਕਦੇ ਹਾਂ ਨਾਗਰਿਕ, ਬਜਾਏ ਇਸੇ ਕਿ ਇੱਕੋ ਹੀ ਬੋਲੀ ਬੋਲਣ ਵਾਲਾ। ਜਿਹੜੇ ਲੋਕੀ ਇੱਕੋ ਹੀ ਬੋਲੀ ਬੋਲਦੇ ਆ ਉਹਨਾਂ ਦੇ ਨਾਲ ਤੁਸੀਂ ਗੱਲ ਕਰਕੇ ਦੇਖੋ ਜੀ। ਤੁਹਾਨੂੰ ਅੱਜ ਕੱਲ੍ਹ ਮੈਂ ਜਦੋਂ ਵੀ ਮੇਰਾ ਮੌਕਾ ਮਿਲਦਾ, ਮੈਂ ਬਾਹਰ ਕੰਮ ਕਰਦਾ ਰਿਹਾ ਜ਼ਿਆਦਾ ਗੈਰ ਪੰਜਾਬੀਆਂ ਦੇ ਵਿੱਚ, ਤੇ ਜਦੋਂ ਉਹਨੂੰ ਮੈਂ ਦੱਸਦਾ ਸੀ ਕਿ ਮੈਂ 4 ਜ਼ਬਾਨਾਂ ਜਿਹੜੀਆਂ 4 ਲਿਪੀਆਂ ਪੜ੍ਹ ਲੈਣਾ ਵੱਖਰੀਆਂ, ਮੈਂ ਉਰਦੂ ਵੀ ਪੜ੍ਹ ਲੈਣਾ ਆ, ਹਿੰਦੀ ਵੀ ਪੜ੍ਹਦਾ ਆ, ਦੇਵਨਾਗਰੀ ਵੀ, ਗੁਰਮੁਖੀ ਵੀ ਤੇ ਅੰਗਰੇਜ਼ੀ ਵੀ, ਤੇ ਮੈਂ ਬੋਲ ਲੈਣਾ 4 ਬੋਲੀਆਂ। ਤਾਂ ਬੜੇ ਹੈਰਾਨ ਹੁੰਦੇ ਸੀਗੇ, ਉਹਨਾਂ ਨੂੰ ਤਾਂ ਇਕੱਲੀ ਅੰਗਰੇਜ਼ੀ ਆਉਂਦੀ ਸੀਗੀ। ਸੋ ਮੈਨੂੰ ਮਤਲਬ ਆਟੋਮੈਟਿਕਲੀ ਥੋੜਾ ਜਿਹਾ ਆਪਣੇ ਨਾਲੋਂ ਬਿਹਤਰ ਸਮਝਦੇ ਵੀ ਤੂੰ। ਸੋ ਜਿਹੜੀਆਂ ਬੋਲੀਆਂ ਆ ਯੂਰਪ ਦੇ ਵਿੱਚ, ਨਿੱਕੀਆਂ ਬੋਲੀਆਂ, ਉਹ ਨਹੀਂ ਸੋਚਦੇ ਵੀ ਅਸੀਂ ਆਪਣੀ ਬੋਲੀ ਛੱਡ ਦੇਣੀ ਆ। ਉਹ ਦੂਜੀਆਂ ਵੀ ਸਿੱਖਦੇ ਆ ਨਾਲ। ਕੱਲਾ ਜਿਹੜਾ ਯੂਰਪੀਅਨ ਆ ਉਹ 3-3 4-4 ਬੋਲੀਆਂ ਬੋਲਦਾ ਆ। ਇਸ ਹੁਣ ਜਿਸ ਸਮੇਂ 'ਚ ਅਸੀਂ ਜੀ ਰਹੇ ਹਾਂ, ਉਸ ਸਮੇਂ ਦੀ ਲੋੜ ਆ ਕਿ ਅਸੀਂ ਮਤਲਬ ਆਪਣੀ ਮਾਂ ਬੋਲੀ ਵੀ ਕਾਇਮ ਰੱਖੀਏ, ਦੂਜੀਆਂ ਜ਼ਬਾਨਾਂ ਵੀ ਸਿੱਖੀਏ। ਪਰ ਜੇ ਸਿਰਫ ਅਸੀਂ ਨੌਕਰੀ ਨੂੰ ਹੀ ਮੂਹਰੇ ਰੱਖ ਕੇ ਦੂਜੀਆਂ ਜ਼ਬਾਨਾਂ ਹੀ ਸਿੱਖਾਂਗੇ, ਅੰਗਰੇਜ਼ੀ ਸਿੱਖਾਂਗੇ, ਤਾਂ ਅਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ, ਜਿਹੜਾ ਕਿ ਹੋ ਰਿਹਾ ਆ। ਜੇ ਅਸੀਂ ਇਹਨੂੰ ਨਾ ਰੋਕਿਆ ਤੇ ਉਹ ਮੁੜ ਕੇ ਕਦੀ ਠੀਕ ਨਹੀਂ ਕਰ ਸਕਾਂਗੇ। ਸੋ ਜਿਹੜੀ ਮਤਲਬ ਮੈਨੂੰ ਤਾਂ ਮਤਲਬ ਇਹ ਲੱਗਦਾ ਕਿ ਅਸਲੀ ਗੱਲ ਤਾਂ ਪੰਜਾਬ 'ਚ ਹੋਣੀ ਹੈ ਜਾਂ ਪਾਕਿਸਤਾਨ 'ਚ ਹੋਣੀ ਆ। ਉਧਰ ਤਾਂ ਅਜੇ ਕੋਈ ਦੀ ਆਸ ਨਹੀਂ ਲੱਗਦੀ ਹੈ, ਮਤਲਬ ਕਿਉਂਕਿ ਮੈਜੋਰਿਟੀ ਜਿਹੜੇ ਆ ਉਹਨਾਂ ਲੋਕਾਂ ਨੇ ਦੇ ਗਿਵਨ ਅਪ ਔਨ ਪੰਜਾਬੀ। ਜਿਹੜੀ ਕੁਛ ਲੋਕ ਚੇਤਨ ਹੈਗੇ ਆ ਉਹ ਗੱਲਬਾਤ ਕਰਦੇ ਆ। ਤੇ ਹੁਣ ਤਾਂ ਮਤਲਬ ਇੱਕ ਪਿੱਛੇ ਜਿਹਾ ਮੈਂ ਕਵੀ, ਪਾਕਿਸਤਾਨ ਦਾ ਬਹੁਤ ਵੱਡਾ ਕਵੀ ਟੈਲੀਵਿਜ਼ਨ ਉੱਤੇ ਗੱਲਬਾਤ ਕਰਦਾ ਸੁਣਿਆ। ਉਹ ਕਹਿ ਰਿਹਾ ਸੀ ਕਿ ਮੇਰੀ ਮਾਤਰ ਜ਼ਬਾਨ ਜਿਹੜੀ ਆ ਉਹ ਪੰਜਾਬੀ ਸੀਗੀ, ਮੇਰੇ ਬੱਚਿਆਂ ਦੀ ਜਿਹੜੀ ਮਾਤਰ ਜ਼ਬਾਨ ਆ ਉਹ ਉਰਦੂ ਆ। ਸੋ ਇਹ ਉਹ ਮੰਨ ਕੇ ਬੈਠੇ ਆ ਕਿ ਉਹਨਾਂ ਨੇ ਦੇ ਗਿਵਨ ਅਪ ਔਨ ਪੰਜਾਬੀ। ਕੁਛ ਲੋਕ ਚੇਤਨ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਸਾਨੂੰ ਵੀ ਇੱਧਰ ਮਿਲਦੇ ਵੀ ਆ, ਉਹਨਾਂ ਦੇ ਨਾਲ ਕਮਿਊਨੀਕੇਸ਼ਨ ਵੀ ਆ, ਪਰ ਉਹ ਬਹੁਤ ਥੋੜੀ ਗਿਣਤੀ ਆ। ਲਾਹੌਰ ਦੇ ਵਿੱਚ ਆ ਜਾਂ ਇੱਧਰ ਉੱਧਰ ਹੋ ਰਿਹਾ, ਉਹਨਾਂ ਤੋਂ ਬਿਨਾਂ ਦੂਜੇ ਲੋਕ ਜਿਹੜੇ ਆ ਉਹ ਪੰਜਾਬੀ ਦੇ ਲਈ ਉਨੇ ਚੇਤਨ ਨਹੀਂ ਹੈ, ਨਾ ਹੀ ਕੋਈ ਇਸ ਕਿਸਮ ਦੀ ਵੱਡੀ ਪੱਧਰ ਦੇ ਉੱਤੇ ਕੋਸ਼ਿਸ਼ ਹੋ ਰਹੀ ਆ। ਇੱਧਰਲੇ ਪੰਜਾਬ ਦੇ ਵਿੱਚ ਗੱਲਬਾਤ ਤਾਂ ਬਹੁਤ ਚੱਲਦੀ ਹੈਗੀ ਆ, ਪਰ ਪ੍ਰੈਕਟੀਕਲ ਪੱਧਰ ਦੇ ਉੱਤੇ ਕਈ ਵਾਰੀ ਜੋ ਕੁਝ ਦੇਖਣ ਸੁਣਨ ਨੂੰ ਮਿਲਦਾ, ਜਾਂ ਜਿਹੜੇ ਇੱਥੇ ਸਾਡੇ ਵਿਦਿਆਰਥੀ ਆਏ ਹੈਗੇ ਆ ਉਹਨਾਂ ਦਾ ਲਿੰਕ ਪੰਜਾਬੀ ਦੇ ਨਾਲ ਜਿਹੜੀ ਗਾਹਾਂ ਦੀ ਜਿਹੜੀ ਹੈਗੀ ਸਾਡਾ ਭਾਈਚਾਰਾ, ਉਹ ਨਿਰਾਸ਼ਾ ਕਰਨ ਵਾਲੀ ਗੱਲਾਂ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਨਿਰਾਸ਼ ਹੋ ਕੇ ਬੈਠ ਜਾਈਏ। ਇਹਦਾ ਮਤਲਬ ਇਹ ਹੈ ਕਿ ਅਸੀਂ ਹੋਰ ਸ਼ਿੱਦਤ ਦੇ ਨਾਲ, ਹੋਰ ਆਪਣੀ ਮਤਲਬ ਐਨਰਜੀ ਲੈ ਕੇ, ਲੋਕਾਂ ਨੂੰ ਨਾਲ ਜੋੜ ਕੇ ਇਸ ਗੱਲ ਵੱਲ ਨੂੰ ਵਧੀਏ ਕਿ ਜਿਹੜੀ ਸਾਡੀ ਮਾਂ ਬੋਲੀ ਆ, ਜਿਵੇਂ ਤੁਸੀਂ ਸ਼ੁਰੂ ਜ਼ਿਕਰ ਕੀਤਾ ਸੀ ਕਿ ਦੁਨੀਆ 'ਚ 9ਵੇਂ ਥਾਂ ਦੇ ਉੱਤੇ ਆਉਂਦੀ ਹੈ, 9ਵੇਂ ਥਾਂ ਦੇ ਉੱਤੇ, ਜਿਹੜੀ ਮਤਲਬ 6000 ਬੋਲੀਆਂ ਦੁਨੀਆ ਦੀਆਂ ਇਸ ਵੇਲੇ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਕੈਨੇਡਾ ਦੇ ਵਿੱਚ ਜੇ ਤੀਜੇ ਨੰਬਰ ਤੇ ਹੁੰਦੀ, ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਪਰ ਅਸੀਂ ਇਸ ਤੱਥ ਨੂੰ
ਇਹਨੂੰ ਮਤਲਬ ਲੈ ਕੇ ਉਸ ਤਰੀਕੇ ਨਾਲ ਅਸੀਂ ਤੁਰਦੇ ਨਹੀਂ ਹੈ ਵੀ ਸਾਡੀ ਬੋਲੀ ਜਿਹੜੀ ਆ। ਔਰ ਦੂਜੀ ਗੱਲ ਇਹ ਵੀ ਆਪਾਂ ਸਾਰੇ ਜਾਣਦੇ ਆ ਪੰਜਾਬੀ ਜਿਹੜੀ ਆ ਇਹ ਬਹੁਤ ਪੁਰਾਣੀ ਔਰ ਬਹੁਤ ਇੱਕ ਵੱਖਰੀ ਕਿਸਮ ਦੀ ਬੋਲੀ ਆ ਜਿਹਦੀਆਂ ਜੜ੍ਹਾਂ ਬਹੁਤ ਡੂੰਘੀਆਂ। ਇਹ ਐਵੇਂ ਹੀ ਨਹੀਂ ਮਤਲਬ ਹਿੰਦੀ ਦੀਆਂ ਫਿਲਮਾਂ ਜਿਹੜੀਆਂ ਆ ਉਹ ਪੰਜਾਬੀ ਦਾ ਇੱਕ ਅੱਧਾ ਲੋਕ ਗੀਤ ਵਿੱਚ ਲੈ ਆਉਂਦੀਆਂ ਕਿਸੇ ਨਾ ਕਿਸੇ ਤਰੀਕੇ ਨਾਲ। ਸਾਡੇ ਜਿਹੜੇ ਲੋਕ ਗੀਤ ਆ ਉਹਨਾਂ ਦੇ ਵਿੱਚ ਜਿਹੜੀ ਯੂਨੀਵਰਸਲ ਵੈਲਿਊਜ਼ ਆ ਉਹ ਸਾਨੂੰ ਹਰੇਕ ਨੂੰ ਪ੍ਰਭਾਵਿਤ ਕਰਦੀ ਆ। ਸਾਡੀ ਪੰਜਾਬੀ ਬੋਲੀ ਦੀਆਂ ਇਹ ਸਿਫਤਾਂ ਆ ਜਿਹੜੀਆਂ ਅਸੀਂ ਖੁਦ ਉਸ ਤਰੀਕੇ ਨਾਲ ਮਹਿਸੂਸ ਨਹੀਂ ਕਰਦੇ, ਯਾਦ ਨਹੀਂ ਰੱਖਦੇ ਆ। ਸੋ ਮੈਂ ਸਮਝਦਾ ਕਿ ਸਾਡੇ ਸਾਰਿਆਂ ਦੀਆਂ ਸਾਂਝੀਆਂ ਇਹ ਸਮੱਸਿਆਵਾਂ ਹੈਗੀਆਂ ਤੇ ਅਸੀਂ ਮਤਲਬ ਸਾਰੀਆਂ ਗੱਲਾਂ ਦੇ ਬਾਵਜੂਦ ਫਿਰ ਵੀ ਇੰਨਾ ਕਹਿ ਸਕਦੇ ਹਾਂ ਕਿ ਮੁਕਾਬਲਤਨ ਦੂਜੀਆਂ ਥਾਵਾਂ ਨਾਲੋਂ ਸਾਡੀ ਇੱਥੇ ਪੰਜਾਬੀ ਜਿਹੜੀ ਸਥਿਤੀ ਆ ਉਹ ਇੰਨੀ ਮਾੜੀ ਨਹੀਂ ਹੈ। ਇਹਨੂੰ ਬਹੁਤ ਵਧੀਆ ਹੋ ਸਕਦੀ ਆ ਜੇ ਅਸੀਂ ਸਾਰੇ ਇਹਦੇ ਬਾਰੇ ਸੋਚੀਏ ਜਾਂ ਸਾਡੇ ਮਨਾਂ ਦੇ ਵਿੱਚ ਉਸ ਕਿਸਮ ਦਾ ਰਿਸ਼ਤਾ ਹੋਵੇ। ਪਰ ਫਿਰ ਵੀ ਅਸੀਂ ਜਿੱਥੇ ਹੈਗੇ ਆ ਉਹ ਸਾਡੇ ਲਈ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੈ, ਮਾਣ ਵਾਲੀ ਗੱਲ ਆ। ਅਸੀਂ ਮਤਲਬ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ, ਤੁਸੀਂ ਵੀ ਰੱਖੋ। ਤੇ ਮੈਂ ਸਮਝਦਾ ਕਿ ਇੱਥੇ ਪੰਜਾਬੀ ਬੋਲਣ ਜੇ 9ਵੇਂ ਨੰਬਰ ਤੇ ਹੈ ਤਾਂ 9ਵੇਂ ਨੰਬਰ ਤੇ ਅਸੀਂ ਇਹਨੂੰ ਦੁਨੀਆ ਦੇ ਵਿੱਚ ਹਰ ਪੱਖੋਂ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸੋ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਮੈਂ ਆਪਣੀ ਗੱਲ ਖਤਮ ਕਰਦਾ, ਮੈਂ ਥੋੜਾ ਜ਼ਿਆਦਾ ਟਾਈਮ ਲੈ ਗਿਆ ਮੇਰਾ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਾਧੂ ਸਿੰਘ ਜੀ ਨੇ ਬਹੁਤ ਹੀ ਵਿਸਥਾਰ ਦੇ ਵਿੱਚ ਤੇ ਬੜੇ ਖੁੱਲੇ ਮਨ ਦੇ ਨਾਲ ਮੈਂ ਸਮਝਦਾ ਕਿ ਕੈਨੇਡਾ ਦੇ ਵਿੱਚ ਜੋ ਪੰਜਾਬੀ ਭਾਸ਼ਾ ਦੀ ਸਥਿਤੀ ਹੈ ਤੇ ਸੰਭਾਵਨਾਵਾਂ ਨੇ ਦੋਵਾਂ ਦੇ ਬਾਰੇ ਹੀ ਬੜੇ ਚੇਚੇ ਢੰਗ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ। ਤੇ ਜਿਵੇਂ ਸਾਡੇ ਅੱਜ ਦੇ ਵਿਦਵਾਨ ਬਿਲਿੰਗ ਜੀ ਨੇ ਦੱਸਿਆ ਕਿ ਭਾਸ਼ਾ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਭਾਸ਼ਾ ਦਾ ਮਤਲਬ ਇਕੱਲੀ ਵਿਚਾਰਾਂ ਨੂੰ ਆਦਾਨ ਪ੍ਰਦਾਨ ਕਰਨਾ ਨਹੀਂ ਤੇ ਉਹ ਆਪਣੇ ਨਾਲ ਇਤਿਹਾਸ, ਵਿਰਸਾ ਤੇ ਸੰਬੰਧਿਤ ਸਮਾਜ ਨੂੰ ਵੀ ਨਾਲ ਹੀ ਲਈ ਬੈਠਾ। ਤੇ ਅੱਜ ਦੀ ਜਿਹੜੀ ਲੋੜ ਹੈ, ਅੱਜ ਸਾਡੇ ਕੋਲ ਬਹੁਤ ਸਾਰੀ ਟੈਕਨੋਲੋਜੀ ਹੈ। ਜਿਵੇਂ ਸਾਡੇ ਨਾਲ ਡਾਕਟਰ ਸੀਪੀ ਕੰਬੋਜ ਜੀ ਵੀ ਜੁੜੇ ਨੇ ਜਿਹੜੇ ਲਗਾਤਾਰ ਕੰਪਿਊਟਰ ਦੇ ਮਾਧਿਅਮ ਨਾਲ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਦੇ ਨਾਲ ਜੁੜੇ ਹੋਏ ਨੇ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਵੇਂ ਕੈਨੇਡਾ ਦੇ ਵਿੱਚ ਜਿਵੇਂ ਸਾਡੇ ਨਾਲ ਜੁੜੇ ਹੋਏ ਮਹਿਮਾਨ ਨੇ ਬਿਨਿੰਗ ਜੀ, ਉਹਨਾਂ ਨੇ ਆਪਣੇ ਵੱਲੋਂ ਲੰਮੀ ਘਾਲਣਾ ਕੀਤੀ ਆ ਤੇ ਹੋਰ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ, ਸਾਡੇ ਲੇਖਕ ਸਾਹਿਬਾਨ ਰਹੇ ਨੇ, ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੀ ਹੈ ਘਾਲਣਾ ਘਾਲੀ ਹੈ। ਤੇ ਇਸ ਤਰ੍ਹਾਂ ਮੁੱਖ ਰੂਪ ਦੇ ਵਿੱਚ ਜਦੋਂ ਤੱਕ ਰਾਜਨੀਤਿਕ ਤੇ ਆਰਥਿਕ ਖੇਤਰ ਦੇ ਵਿੱਚ ਭਾਸ਼ਾ ਨੂੰ ਖੁੱਲੇ ਮਨ ਦੇ ਵਿੱਚ ਅਸੀਂ ਲਾਗੂ ਨਹੀਂ ਕਰਦੇ ਹੈਗੇ, ਉਦੋਂ ਤੱਕ ਭਾਵੇਂ ਅਸੀਂ ਸਾਹਿਤ, ਸੱਭਿਆਚਾਰ ਦੇ ਉੱਤੇ, ਕਿਉਂਕਿ ਉਸ ਦਾ ਵੀ ਯੋਗਦਾਨ ਬਹੁਤ ਵੱਡਾ ਹੈ, ਉਸ ਨੂੰ ਅਸੀਂ ਇਸ ਤਰ੍ਹਾਂ ਨਹੀਂ ਚੱਕ ਸਕਦੇ, ਪਰ ਆਰਥਿਕ ਤੇ ਰਾਜਨੀਤਿਕ ਖੇਤਰ ਦੀ ਜਿਹੜੀ ਸਹਾਇਤਾ ਬਹੁਤ ਵੱਡੇ ਪੱਧਰ ਤੇ ਲੋੜ ਹੁੰਦੀ ਹੈ। ਤੇ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਕਿਉਂਕਿ ਸਾਡੇ ਨਾਲ ਬਹੁਤ ਜਿਹੜੇ ਨੇ ਵਿਦਵਾਨ ਸੱਜਣ ਸਾਡੇ ਨਾਲ ਜੁੜੇ ਨੇ। ਡਾਕਟਰ ਜੋਗਾ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਕਮਲਜੀਤ ਕੌਰ ਜੀ, ਡਾਕਟਰ ਸੁੱਚਾ ਸਿੰਘ ਗਿੱਲ ਜੀ ਦੀ ਪਤਨੀ ਨੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਵੱਖ-ਵੱਖ ਵਿਚਾਰ ਮੰਚ ਹੈ ਜਿਵੇਂ ਉਹ ਸਾਡੇ ਨਾਲ ਜੁੜੇ ਨੇ। ਡਾਕਟਰ ਹਰਕੀਰਤ ਸਿੰਘ ਪਬਲਿਕ ਕਾਲਜ ਸਮਾਣਾ ਤੋਂ ਸਾਡੇ ਨਾਲ ਜੁੜੇ ਨੇ ਤੇ ਸਟੇਟ ਕਾਲਜ ਪਟਿਆਲਾ ਤੋਂ ਸਾਡੇ ਨਾਲ ਡਾਕਟਰ ਕਨਵਰ ਜਸਵਿੰਦਰ ਜੀ ਜੁੜੇ ਹੋਏ ਹਨ। ਤੇ ਮੈਂ ਸਾਰੇ ਵਿਦਵਾਨ ਸੱਜਣਾਂ ਨੂੰ ਕਹਾਂਗਾ ਕਿ ਸੰਖੇਪ ਦੇ ਵਿੱਚ ਜ਼ਰੂਰ ਸਾਡੇ ਨਾਲ ਤੁਸੀਂ ਵਿਚਾਰ ਆਪਣੇ ਵੀ ਸਾਂਝੇ ਕਰੋ ਤੇ ਸਾਡੇ ਅੱਜ ਦੇ ਜਿਹੜੇ ਮਹਿਮਾਨ ਨੇ, ਸਾਡੇ ਵਿਸ਼ੇਸ਼ ਵਕਤਾ ਨੇ, ਜੇਕਰ ਉਹਨਾਂ ਨਾਲ ਸੰਬੰਧਿਤ ਕੋਈ ਤੁਹਾਨੂੰ ਪ੍ਰਸ਼ਨ ਹੈ ਤਾਂ ਜ਼ਰੂਰ ਤੁਸੀਂ ਪੁੱਛੋ। ਮੈਂ ਹਾਂਜੀ ਵਿਚਾਰ ਮੰਚ ਕੁਝ ਗੱਲ ਕਰਨਾ ਚਾਹੁੰਦੇ ਸੀ, ਮੈਂ ਉਹਨਾਂ ਨੂੰ ਸੱਦਾ ਦੇਵਾਂਗਾ। ਪਹਿਲਾਂ ਪਲੀਜ਼ ਸੰਖੇਪ ਦੇ ਵਿੱਚ ਜ਼ਰੂਰ, ਕਿਉਂਕਿ ਸਮੇਂ ਦਾ ਧਿਆਨ ਰੱਖਦੇ ਹੋਏ ਸਾਨੂੰ ਇਹ ਰੱਖਣਾ ਪੈਣਾ। ਹਾਂਜੀ ਜ਼ਰੂਰ। ਅਨਮਿਊਟ ਕਰ ਲਓ, ਤੁਹਾਡਾ ਨਾ ਅਨਮਿਊਟ ਨਹੀਂ ਹੈ, ਅਨਮਿਊਟ ਕਰ ਲਓ ਪਹਿਲਾਂ ਤੁਸੀਂ। ਓਕੇ ਸਰ ਜੀ। ਤੇ ਬੇਨਤੀ ਮੇਰੀ ਇਹ ਨਹੀਂ ਸੀ ਸਾਧੂ ਸਿੰਘ ਜੀ ਨੂੰ, ਬਿਨਿੰਗ ਜੀ ਨੂੰ, ਵੀ ਜਿਹੜੇ ਪੰਜਾਬੀ ਕੈਨੇਡਾ ਦੇ ਵਿੱਚ ਪੰਜਾਬੀ ਅਖਬਾਰ ਕਹਿ ਲਈਏ ਵੀ ਉਹਦੀ ਕੀ ਸਥਿਤੀ ਹੈ, ਛਪਦਾ ਹੈ ਪੰਜਾਬੀ ਟ੍ਰਿਬਿਊਨ, ਉਹਦੀ ਕੀ ਸਥਿਤੀ ਹੈ, ਇਹਦੇ ਬਾਰੇ ਵੀ ਜੇਕਰ ਚਾਨਣਾ ਪਾ ਦਿੰਦੇ ਤਾਂ ਜਾਣਕਾਰੀ ਦੇ ਲਈ ਵਾਧਾ ਹੋ ਜਾਂਦਾ। ਉਹ ਉਹਨਾਂ ਨੇ ਲੱਗਦਾ ਹੈ ਕੁਝ ਛੱਡ ਦਿੱਤਾ, ਥੋੜਾ ਜਿਹਾ ਮਿਸ ਸੀਗਾ। ਵੈਸੇ ਉਹਦਾ ਵੀ ਯੋਗਦਾਨ ਹੁੰਦਾ ਅਖਬਾਰ ਦਾ। ਕੀ ਉੱਥੇ ਦੀ ਸਥਿਤੀ ਹੈ ਉਸ ਬਾਰੇ ਜਾਣਨਾ ਚਾਹਾਂਗਾ ਜੀ। ਧੰਨਵਾਦ। ਜੀ ਬਹੁਤ ਵਧੀਆ ਤੁਹਾਡਾ ਸਵਾਲ ਹੈ। ਮੈਂ ਥੋੜਾ ਜ਼ਿਕਰ ਤਾਂ ਕੀਤਾ ਸੀ, ਪਿਛਲੇ 2 ਸਾਲ ਦੇ ਵਿੱਚ ਕੋਵਿਡ ਦੇ ਕਰਕੇ ਨਾ ਜਿਹੜੀ ਇਹ ਸਰਗਰਮੀ ਉਹ ਘਟੀ ਹੈਗੀ ਆ ਕਾਫੀ। ਉਹ ਤੋਂ ਪਹਿਲਾਂ ਸਾਡੇ ਨਾ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ, ਟੋਰਾਂਟੋ ਖਾਸ ਤੌਰ ਤੇ ਵੈਨਕੂਵਰ, ਕਿਉਂਕਿ ਵੱਡੇ ਸੈਂਟਰ ਹੈਗੇ ਆ,
ਇਹਨਾਂ ਦੋਵਾਂ ਥਾਵਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਅਖਬਾਰ ਛਪਦੇ ਸੀਗੇ। ਬਹੁਤੇ ਅਖਬਾਰ ਜਿਹੜੇ ਆ ਉਹ ਹਫ਼ਤਾਵਾਰੀ ਆ। ਰੋਜ਼ਾਨਾ ਅਖਬਾਰ ਇੱਕ ਟੋਰਾਂਟੋ ਦੇ ਵਿੱਚ ਜ਼ਰੂਰ ਨਿਕਲਦਾ ਸੀਗਾ, ਸ਼ਾਇਦ ਅਜੇ ਵੀ ਉਹ ਛਪ ਰਿਹਾ ਪਰ ਸਾਡੇ ਇੱਥੇ ਸਰੀ ਤੋਂ ਰੋਜ਼ਾਨਾ ਨਹੀਂ ਕੋਈ ਸ਼ੁਰੂ ਹੋਇਆ ਹੋਈਆਂ, ਪਰ ਹਫ਼ਤਾਵਾਰੀ ਅਖਬਾਰ ਜਿਹੜੇ ਆ ਉਹ ਤਕਰੀਬਨ ਮੇਰਾ ਖਿਆਲ ਆ ਕਿ 1.5 ਲੱਖ ਤੱਕ ਜਿਹੜੇ ਅਖਬਾਰ ਉਹ ਵੱਖਰੇ ਕੁਛ ਕਾਫੀ ਲੰਮੀ ਸਮਝ ਨਿਕਲੇ, ਜਿਵੇਂ ਇੰਡੋ ਕੈਨੇਡੀਅਨ ਹੈ ਜਾਂ ਜਿਹੜੇ ਨਵੀਂ ਆਵਾਜ਼ ਜਾਂ ਕੁਛ ਇਸ ਕਿਸਮ ਦੀ ਕਾਫੀ ਜਿਹੜੇ ਅਖਬਾਰ ਉਹ ਪੁਰਾਣੇ ਵੀ ਨਿਕਲ ਰਹੇ ਆ, ਨਵੇਂ ਵੀ ਸ਼ੁਰੂ ਹੁੰਦੇ ਆ, ਕੁਝ ਥੋੜ੍ਹੀ ਦੇਰ ਚੱਲਦੇ ਹੈਗੇ ਆ। ਪਰ ਜਿਹੜੀ ਅਖਬਾਰਾਂ ਦੇ ਵਿੱਚ ਸਰਗਰਮੀ ਆ ਉਹ ਬਹੁਤ ਜ਼ਿਆਦਾ ਰਹੀ ਹੈਗੀ ਆ ਕੋਵਿਡ ਤੋਂ ਪਹਿਲਾਂ ਤਕਰੀਬਨ ਸਾਰੇ ਸੈਂਟਰਾਂ ਦੇ ਵਿੱਚ। ਤੇ ਉਹਨਾਂ ਦਾ ਮੁੱਖ ਕਾਰਨ ਜਿਹੜਾ ਆ ਉਹ ਬੇਸਿਕਲੀ ਐਡਵਰਟਾਈਜ਼ਮੈਂਟ ਜਿਹੜੀ ਉਹ ਉਹਨਾਂ ਨੂੰ ਜਿਹੜੀ ਸਪੋਰਟ ਕਰਦੀ ਸੀ, ਉਹ ਉਹਨਾਂ ਦੇ ਵਿੱਚ ਬਹੁਤੇ ਜਿਹੜੀ ਸਮੱਗਰੀ ਹੁੰਦੀ ਆ ਉਹ ਧਾਰਮਿਕ ਹੁੰਦੀ ਆ। ਤਕਰੀਬਨ ਜਿਹੜੀਆਂ ਮੁੱਖ ਅਖਬਾਰਾਂ ਉਹਨਾਂ ਦੇ ਵਿੱਚ ਦੂਜੀਆਂ ਖਬਰਾਂ ਵੀ, ਪੰਜਾਬ ਦੀਆਂ ਵੀ ਤੇ ਦੁਨੀਆ ਦੇ ਹੋਰ ਹਿੱਸੇ ਦੀਆਂ ਵੀ, ਇੱਥੋਂ ਦੀਆਂ ਵੀ ਦੂਜੀਆਂ ਅਖਬਾਰਾਂ ਆਵਾਂਗੇ। ਪਰ ਜਿਹੜੀਆਂ ਬਹੁਤੀਆਂ ਅਖਬਾਰਾਂ ਉਹਨਾਂ ਦੇ ਵਿੱਚ ਜੇ ਕੋਈ ਲੇਖ ਵਗੈਰਾ ਜ਼ਿਆਦਾ ਛਪਦੇ ਹੈਗੇ ਆ ਉਹ ਥੋੜ੍ਹੇ ਜਿਹੇ ਧਾਰਮਿਕ ਜਾਂ ਫਿਲਮਾਂ ਬਾਰੇ। ਸੋ ਜਿਹੜੀ ਕੋਈ ਉਸ ਕਿਸਮ ਦੇ ਜਿਹੜੀ ਮਤਲਬ ਚੇਤਨ ਵਧਾਉਣ ਵਾਲੇ ਲੇਖ ਉਹਨਾਂ ਦੇ ਵਿੱਚ ਉਹ ਬਹੁਤ ਘੱਟ ਸਰਗਰਮੀ ਹੁੰਦੀ ਆ। ਪਰ ਜਿੱਥੇ ਤੱਕ ਅਖਬਾਰਾਂ ਦਾ ਸੰਬੰਧ ਹੈ, ਅਖਬਾਰ ਜਿਹੜੀ ਆ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਸਾਡੇ ਇੱਥੇ ਛਪ ਰਹੀਆਂ ਸੀਗੀਆਂ। ਹੁਣ ਆ ਕੋਵਿਡ ਤੋਂ ਬਾਅਦ ਦੇਖਦੇ ਹਾਂ ਕਿ ਉਹ ਕਿਸ ਕਿਸਮ ਦੀ ਦੁਬਾਰਾ ਸ਼ੁਰੂ। ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਡਾਕਟਰ ਜੋਗਾ ਸਿੰਘ ਜੀ ਜੁੜੇ ਨੇ। ਮੈਂ ਉਹਨਾਂ ਨੂੰ ਕਹਾਂਗਾ 2 ਮਿੰਟ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਤੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਉਹ ਆਪਣੇ ਵੱਲੋਂ ਵਿਅਕਤੀਗਤ ਪੱਧਰ ਦੇ ਉੱਤੇ ਵੀ ਸੰਸਥਾ ਦੇ ਪੱਧਰ ਦੇ ਉੱਤੇ ਯੋਗਦਾਨ ਕਰ ਰਹੇ ਨੇ। ਹਾਂਜੀ ਡਾਕਟਰ ਜੋਗਾ ਸਿੰਘ ਜੀ। ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮਾਫ ਕਰਨਾ, ਮੈਂ ਨਾ ਸਫਰ ਚ ਤੇ ਮੈਂ ਤੁਹਾਡਾ ਸਾਰਾ ਭਾਸ਼ਣ ਨਹੀਂ ਸੁਣ ਸਕਿਆ, ਪਰ ਕੋਈ ਅੱਧਾ ਹਿੱਸਾ ਸੁਣਿਆ। ਬਹੁਤ ਧੰਨਵਾਦ, ਚੰਗਾ ਲੱਗਾ, ਬਹੁਤ ਗੱਲਾਂ ਦਾ ਪਤਾ ਲੱਗਾ। ਇੱਕ ਗੱਲ ਤੇ ਇਹ ਕਿ ਮੈਂ ਕੁਝ ਚਿਰ ਪਹਿਲਾਂ ਪੜ੍ਹਿਆ ਸੀ ਕਿ ਕੈਨੇਡਾ ਵਿੱਚ ਯੂਨੀਵਰਸਿਟੀ ਨੇ ਕੋਈ ਖੋਜ ਕੀਤੀ ਹੈ ਕਿ ਕੈਨੇਡਾ ਵਿੱਚ ਜਿਹੜੇ ਬੱਚੇ ਘਰ ਵਿੱਚ ਮਾਂ ਬੋਲੀ ਬੋਲਦੇ ਨੇ ਉਹਨਾਂ ਦੀ ਅੰਗਰੇਜ਼ੀ ਤੇ ਮੁਹਾਰਤ ਜਿਹੜੀ ਹੈ ਉਹਨਾਂ ਬੱਚਿਆਂ ਨੂੰ ਬਿਹਤਰ ਹੁੰਦੀ ਹੈ ਜਿਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਨਾਲ ਮਾਂ ਬੋਲੀ ਦੇ। ਕੀ ਇਹ ਗੱਲ ਮਤਲਬ ਜਾਣਦੇ ਨੇ ਲੋਕ? ਕਿਉਂਕਿ ਯੂਨੀਵਰਸਿਟੀ ਦੀ ਖੋਜ ਹੈ ਕਿ ਹੋ ਨਹੀਂ ਸਕਦਾ ਕਿ ਉਹ ਐਵੇਂ ਹੀ ਹੋਵੇ, ਪਰ ਹੋ ਸਕਦਾ ਪੂਰਾ ਤੁਹਾਨੂੰ ਪਤਾ ਹੀ ਹੈ ਕਿ ਖਾਲੀ ਕੰਮ ਹੁੰਦਾ। ਦੂਜੀ ਗੱਲ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ ਸਾਰੇ ਭਰਾਵਾਂ ਨਾਲ ਇਹ ਵੀ ਕਿ ਜਿਹੜਾ ਸਾਡੀ ਬੋਲੀ ਬਾਰੇ ਜ਼ਿਆਦਾ ਰਹੀ ਹੈ ਗੱਲਬਾਤ ਜਾਂ ਸਰਗਰਮੀ ਰਹੀ ਹੈ, ਉਹ ਜ਼ਿਆਦਾ ਭਾਵਨਾ ਦੀ ਪੱਧਰ ਤੇ ਰਹੀ ਹੈ ਔਰ ਹਾਲੇ ਵੀ ਬਹੁਤੀ ਭਾਵਨਾ ਦੀ ਪੱਧਰ ਤੇ ਰਹੀ। ਸਾਰੀ ਜਿਹੜਾ ਪੰਜਾਬੀ ਦੇ ਪ੍ਰਤੀ ਉਹਦੇ ਮਨ ਦੇ ਵਿੱਚ ਡੂੰਘਾ ਦਰਦ ਹੈ, ਉਹ ਡੂੰਘਾ ਉਹਦੇ ਨਾਲ ਸੋਚਦਾ, ਪਰ ਉਹਨੂੰ ਪਤਾ ਨਹੀਂ ਹਾਲੇ ਕਿ ਇਹਦਾ ਮਾਮਲਾ ਜਿਹੜਾ ਹੈ ਕਿ ਉਹ ਬੋਲੀ ਬਾਰੇ ਪੜ੍ਹਦਾ ਨਹੀਂ ਬਹੁਤਾ ਕਿ ਬੋਲੀਆਂ ਜਿਹੜੀਆਂ ਨੇ ਕਿਵੇਂ ਮਰਦੀਆਂ ਨੇ ਤੇ ਕਿਵੇਂ ਦੀ ਪੰਜਾਬੀ ਦੇ ਉੱਤੇ ਦਾ ਖਤਰਾ ਕਿੰਨਾ ਕੋਈ, ਉਹਦੇ ਬਾਰੇ ਜਾਣਕਾਰੀ ਵੀ ਲੋਕ ਬਹੁਤ ਘੱਟ। ਮੈਂ ਸਮਝਦਾ ਕਿ ਜਿਹੜੀ ਲੋੜ ਹੈ ਉਹ ਨਾ ਤਾਂ ਅੰਗਰੇਜ਼ੀ ਦੇ ਖਿਲਾਫ ਬੋਲਣ ਦੀ ਹੈ, ਨਾ ਕਿਸੇ ਹੋਰ ਭਾਸ਼ਾ ਦੇ ਖਿਲਾਫ ਬੋਲਣ ਦੀ ਬਹੁਤੀ ਲੋੜ ਹੈ ਕਿ ਪੰਜਾਬੀ ਆਪਣੀ ਮਾਂ ਬੋਲੀਆਂ ਨੂੰ ਛੱਡ ਕੇ ਖਾਸ ਤੌਰ ਤੇ ਜਿਹੜੇ ਪਹਿਲੀਆਂ ਬਸਤੀਆਂ ਨੇ ਉਹਨਾਂ ਦਾ ਨੁਕਸਾਨ ਕਿੰਨਾ ਹੁੰਦਾ ਪਿਆ। ਨੁਕਸਾਨ ਦਾ ਮੇਰਾ ਮਤਲਬ ਸਿਰਫ ਸੱਭਿਆਚਾਰਕ ਜਾਂ ਭਾਵਨਾ ਦੀ ਪੱਧਰ ਤੇ ਜਿਹੜਾ ਉਹ ਬਾਤੀ ਨੁਕਸਾਨ ਨਹੀਂ ਹੈ, ਸੱਭਿਆਚਾਰ ਦਾ ਨੁਕਸਾਨ ਨਹੀਂ, ਉਹਨਾਂ ਦੇ ਅਰਥਚਾਰੇ ਦਾ ਨੁਕਸਾਨ, ਉਹਨਾਂ ਦੇ ਵਿਗਿਆਨ ਤਕਨੀਕ ਦਾ, ਉਹਨਾਂ ਦੇ ਵਪਾਰ ਦਾ ਨੁਕਸਾਨ। ਤਾਂ ਇਹ ਗੱਲਾਂ ਜਿਹੜੀਆਂ ਨੇ ਇਹ ਸਾਂਝੀਆਂ ਕਰਨ ਦੀ ਬੜੀ ਲੋੜ ਹੈ ਕਿ ਜਿਹੜਾ ਬੋਲੀ ਦਾ ਔਰ ਫਿਰ ਜਿਹੜੀ ਬੋਲੀ ਤਾਕਤ ਦਾ ਬਹੁਤ ਵੱਡਾ ਸੰਦ ਹੈ, ਤਾਕਤ ਦੀ ਵੰਡ ਦਾ। ਕਿਸੇ ਭਾਸ਼ਾ ਨੂੰ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਵੀ ਰੋਕਿਆ ਜਾ ਸਕਦਾ ਹੈ। ਤਾਂ ਵੀ ਉਹਨਾਂ ਦੇ ਅੰਗਰੇਜ਼ੀ ਚਲਾਓਗੇ ਇਹਦਾ ਮਤਲਬ ਗਰੀਬਾਂ ਨੂੰ ਜਾਣ ਤੋਂ ਸਾਥ ਬਾਹਰ ਰੱਖਿਆ ਜਾ ਰਿਹਾ। ਉਸ ਅੰਗਰੇਜ਼ੀ ਨੂੰ ਚਲਾਉਣ ਵਾਸਤੇ ਮਾਧਿਅਮ ਜਿਹੜਾ ਚਾਹੀਦਾ ਉਹਨਾਂ ਕੋਲ ਹੈ, ਇਸ ਕਰਕੇ ਉਹਨਾਂ ਨੂੰ ਪੰਜਾਬੀ ਫਿਰ ਕੋਈ ਸਮਝ ਨਹੀਂ ਮੇਰੇ ਮਾੜਾ ਮੋਟਾ ਪਤਾ ਲੈਣਾ। ਇਹ ਬਹੁਤ ਵੱਡਾ ਸੰਦ ਹੈ ਜਿਹੜਾ ਤਾਕਤ ਦੀ ਵੰਡ ਦਾ, ਧੌਂਸ ਦਾ, ਹਰ ਤਰ੍ਹਾਂ ਦੀ ਧੌਂਸ ਦਾ। ਤਾਂ ਮੈਂ ਸਮਝਦਾ ਕਿ ਇਸ ਲਈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ, ਉਹਦੇ ਬਾਰੇ ਜਾਣਕਾਰੀ ਚਾਹਾਂਗਾ ਕਿ ਜਿਹੜੇ ਬੱਚੇ ਘਰ ਬੋਲਦੇ ਨੇ ਮਾਂ ਬੋਲੀ ਹੈ ਉਹਨਾਂ ਦੀ ਜਿਹੜੀ ਦੇ ਬਾਅਦ ਬਿਹਤਰ ਹੁੰਦੀ ਹੈ। ਜਿਹੜੀ ਕੈਨੇਡਾ ਤੋਂ ਹੀ ਖੋਜ ਮੈਂ ਪੜ੍ਹੀ 2 ਸਾਲ ਪਹਿਲਾਂ, ਮੈਂ ਹੁਣ ਇਸ ਵਾਲਾ ਪਰ ਸਹੀ
ਦੂਜੀ ਗੱਲ ਹੈ ਕਿ ਜਿਹੜਾ ਮੇਰਾ ਇੱਕ ਬੇਨਤੀ ਹੈ ਕਿ ਸਾਨੂੰ ਮਾਂ ਬੋਲੀ ਛੱਡਣ ਦੇ ਕਾਰਨ ਜਿਹੜੇ ਵੱਡੇ ਨੁਕਸਾਨ ਹੋ ਰਹੇ ਨੇ ਬਹੁਤ ਭਾਰੀ ਹਰ ਤਰ੍ਹਾਂ ਦੇ ਵਿਚਾਰੇ ਜਾਨ ਸਿੱਖਿਆ ਸਾਰੇ ਕਰ ਰਹੇ ਉਹਨਾਂ ਨੂੰ ਪ੍ਰਚਾਰ ਕਰਨ ਦੀ ਲੋੜ ਹੈ। ਉਹਦੇ ਬਾਰੇ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ ਸਹਿਤ ਮਿਲਦਾ ਹੈ, ਬਹੁਤ ਕੰਮ ਹੋਇਆ, ਯੂਨੈਸਕੋ ਦੀ ਅਜਿਹੀ ਬਹੁਤ ਕੰਮ ਕੀਤਾ। ਤਾਂ ਹੁਣ ਤੇ ਵਿਸ਼ਵ ਬੈਂਕ ਨੇ ਪਹਿਲੀ ਵਾਰ ਕਿਹਾ ਇਹ ਗੱਲ ਹੈ 14 ਜੁਲਾਈ 2021 ਨੂੰ ਵਿਸ਼ਵ ਬੈਂਕ ਦਾ ਟਰਸਟ ਆਇਆ ਜਿਹਦੇ ਵਿੱਚ ਆਪਣੇ ਰਿਪੋਰਟ ਬਾਰੇ ਉਹਨਾਂ ਗੱਲ ਕੀਤੀ ਹੈ ਕਿ ਮਾਂ ਬੋਲੀ ਵਿੱਚ ਪੜਾਓ, ਦੂਜੀਆਂ ਬੋਲੀਆਂ ਬਿਹਤਰ ਹੋਣਗੀਆਂ। ਪਰ ਉਹਦੇ ਜਿਹੜੀ ਉਹ ਰਿਪੋਰਟ 109 ਪੰਨਿਆਂ ਦੀ ਉਹਦਾ 7-8 ਪੰਨਿਆਂ ਦਾ ਸਾਰ ਹੈ, ਉਹਨੂੰ ਪੰਜਾਬੀ 'ਚ ਅਨੁਵਾਦ ਕਰਕੇ ਉਹ ਪਾਇਆ ਵੀ ਹੋਇਆ ਆਪਣੇ ਵੈਬਸਾਈਟ 'ਤੇ ਵੀ, ਔਰ ਜਿਹੜਾ ਪ੍ਰੈਸ ਬਿਆਨ ਸੀ ਉਹ ਚਲੋ ਪੰਜਾਬੀਆਂ ਦੁਆਰਾ ਕਿਸ ਪੜਿਆ ਤੇ ਵਿਸ਼ਵ ਬੈਂਕ ਦੀ ਇਹ ਗੱਲ ਕਰੀ ਇਹਨਾਂ ਗੱਲਾਂ ਦਾ ਪ੍ਰਚਾਰ ਕਰਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਮੈਂ ਜੋ ਜਿਹੜਾ ਮੈਂ ਗੱਲ ਤੁਹਾਡਾ ਕੀਤੀ ਉਹਦੇ ਬਾਰੇ ਬਹੁਤ ਬਹੁਤ ਸ਼ੁਕਰੀਆ। ਮੈਨੂੰ ਬਹੁਤ ਖੁਸ਼ੀ ਹੋਈ ਡਾਕਟਰ ਜੋਗਾ ਸਿੰਘ ਨੂੰ ਦੇਖ ਕੇ, ਮੇਰੇ ਲਈ ਬਹੁਤ ਮਾਣ ਦੀ ਗੱਲ ਹੈ। ਮੈਂ ਇਹਨਾਂ ਦੇ ਕੋਲੋਂ ਬਹੁਤ ਕੁਝ ਸਿੱਖ ਰਹੇ ਹਾਂ ਅਸੀਂ, ਇਹਨਾਂ ਦੀਆਂ ਲਿਖਤਾਂ ਤੋਂ, ਇਹਨਾਂ ਦੀਆਂ ਗੱਲਾਂ ਬਾਤਾਂ ਤੋਂ, ਔਰ ਇਹਨਾਂ ਦੀ ਇਸ ਸ਼ਿੱਦਤ ਦੇ ਨਾਲ ਇਹ ਪੰਜਾਬੀ ਦੇ ਲਈ ਕੰਮ ਕਰਦੇ ਆ। ਮੈਨੂੰ ਉਹਦੇ ਤੋਂ ਬਹੁਤ ਸੇਧ ਮਿਲਦੀ ਆ ਤੇ ਬਹੁਤ ਮਤਲਬ ਮੈਂ ਸਿੱਖਦਾ ਹਾਂ ਤੇ ਮੈਨੂੰ ਵੀ ਆਪਣੇ ਤੁਸੀਂ ਸੱਚੀ ਮੇਰਾ ਇੱਕ ਮਤਲਬ ਹੈ ਜਿਹੜੇ ਲੋਕ ਮੈਨੂੰ ਪ੍ਰਭਾਵਿਤ ਕਰਦੇ ਆ ਕਿ ਪੰਜਾਬੀ ਲਈ ਕੰਮ ਕਰਨਾ ਚਾਹੀਦਾ। ਸੋ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਤੁਹਾਡੀ ਗੱਲਾਂ ਸੁਣ ਕੇ। ਤੁਹਾਡੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ ਜਿਹੜੀਆਂ ਤੁਸੀਂ ਕੀਤੀਆਂ। ਜਿਹੜੀ ਤੁਸੀਂ ਇਹ ਗੱਲ ਕੀਤੀ ਹੈਗੀ ਆ, ਮਤਲਬ ਸਾਡੇ ਲੋਕ ਵੱਡੀ ਪੱਧਰ ਤੇ ਇਹ ਗੱਲ ਨਹੀਂ ਸਮਝਦੇ ਕਿ ਜਿਹੜੀ ਮਾਂ ਬੋਲੀ ਆ ਉਹ ਮਤਲਬ ਜਿਹੜੀ ਦੂਜੀਆਂ ਬੋਲੀਆਂ ਸਿੱਖਣ ਦੇ ਵਿੱਚ ਸਹਾਈ ਹੁੰਦੀ ਹੈ। ਜੇ ਸਾਡਾ ਮਤਲਬ ਕੋਈ ਵੀ ਹੁੰਦਾ, ਸਾਡਾ ਹੀ ਨਹੀਂ, ਕੋਈ ਵੀ ਜਿਹੜਾ ਬੱਚਾ ਆ ਉਹ ਜੇ ਆਪਣੀ ਮਾਂ ਬੋਲੀ ਉਹ ਚੰਗੀ ਤਰ੍ਹਾਂ ਜਾਣਦਾ ਆ ਤੇ ਉਹਨੂੰ ਕੋਈ ਵੀ ਹੋਰ ਜਿਹੜੀ ਬੋਲੀ ਦੂਜੀ ਸਿੱਖਣੀ ਹੈ। ਬਿਲਕੁਲ ਜਿਹੜੀ ਤੁਹਾਡੀ ਗੱਲ ਸਹੀ ਹੈ। ਇਸ ਕਿਸਮ ਦੀਆਂ ਖੋਜ ਮਤਲਬ ਆਲੇ ਦੁਆਲੇ ਤੁਸੀਂ ਵੀ ਬਹੁਤ ਵਾਰੀ ਇਹਦਾ ਜ਼ਿਕਰ ਕੀਤਾ। ਮੈਂ ਵੀ ਆਪਣੀ ਮੇਰੀ ਕਿਤਾਬ ਜਿਹੜੀ ਛਪੀ ਸੀ ਉਹਦੇ ਵਿੱਚ ਵੀ ਮੈਂ ਕੀਤਾ ਹੈ ਕਿ ਜੇ ਤੁਹਾਡੇ ਕੋਲ ਪਹਿਲਾਂ ਆਪਣੀ ਮਾਂ ਬੋਲੀ ਹੈਗੀ ਆ, ਉਹਦੇ ਨਾਲ ਤੁਹਾਨੂੰ ਆਲੇ ਦੁਆਲੇ ਚੀਜ਼ਾਂ ਦੀ ਪਹਿਲਾਂ ਹੀ ਇੱਕ ਪਛਾਣ ਹੈਗੀ ਆ ਤੇ ਤੁਸੀਂ ਰੈਫਰੈਂਸ ਦੇ ਤੌਰ ਤੇ ਦੂਜੀ ਬੋਲੀ ਉਹਦੇ ਨਾਲ ਜੋੜਨੀ ਹੈਗੀ ਆ। ਸੋ ਬੜੀ ਸੁਖਾਲੀ ਹੋ ਜਾਂਦੀ ਗੱਲ। ਸੋ ਇਹ ਗੱਲ ਤੁਹਾਡੀ ਬਿਲਕੁਲ ਸਹੀ। ਪਰ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਸਾਡੇ ਮਾਪੇ ਇਹ ਗੱਲ ਸਮਝਦੇ ਆ, ਨਹੀਂ, ਮਾਪੇ ਪੰਜਾਬ ਤੋਂ ਹੀ ਆਉਂਦੇ ਆ। ਜੇ ਪੰਜਾਬ 'ਚੋਂ ਗੱਲ ਸਮਝਦੇ ਹੋਣ ਤਾਂ ਇੱਥੇ ਵੀ ਸਮਝਣ ਤੇ ਇੱਥੇ ਵੀ ਉਹਨੂੰ ਸਮਝਦੇ। ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਮੈਂ ਤੇ ਮੇਰੇ ਨਾਲ ਦੇ ਜਿਹੜੇ ਕੁਝ ਲੋਕ ਹੈ, ਕਾਫੀ ਲੋਕ ਸਰਕਾਰ ਨੇ ਆ, ਮੈਂ ਇਕੱਲਾ ਹੀ ਨਹੀਂ ਹੈ। ਸਾਡੇ ਬਲਵੰਤ ਸਿੰਘ ਸੰਘੇੜਾ ਜੀ ਆ, ਉਹ ਸਾਡੀ ਜਿਹੜੀ ਪਲੀ ਆ ਉਹਦੇ ਪ੍ਰਧਾਨ ਹੈਗੇ ਆ, ਔਰ ਬੜੀ ਉਹ ਲਗਾਤਾਰ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਆ। ਹੋਰ ਲੋਕ ਵੀ ਮਤਲਬ ਜਿਵੇਂ ਡਾਕਟਰ ਜੋਗਾ ਸਿੰਘ ਨੇ ਕਿਹਾ ਕਿ ਅਸੀਂ ਇੱਕ ਪੱਧਰ ਦੇ ਉੱਤੇ ਪੰਜਾਬੀ ਦੇ ਨਾਲ ਬਹੁਤ ਮੁਹੱਬਤ ਕਰਦੇ। ਕੋਈ ਇਨਸਾਨ ਨਹੀਂ ਮਿਲਦਾ ਜਿਹੜਾ ਪੰਜਾਬੀ ਦੇ ਖਿਲਾਫ ਕੋਈ ਗੱਲ ਕਰੇ। ਤੁਸੀਂ ਰੇਡੀਓ ਤੋਂ ਸੁਣ ਲਓ, ਹਰ ਬੰਦਾ ਪੰਜਾਬੀ ਨਾਲ ਪਿਆਰ ਦੀਆਂ ਗੱਲਾਂ ਕਰਦਾ ਹੈਗਾ, ਪਰ ਉਹਨੂੰ ਪ੍ਰੈਕਟੀਕਲੀ ਮਤਲਬ ਉਹਦੇ ਚੋਂ ਕੀ ਕੱਢਿਆ ਜਾ ਸਕਦਾ, ਕੀ ਕੀਤਾ, ਉਹ ਤੋਂ ਗਾਹਾਂ ਜਾ ਕੇ ਜੀ ਉਹਨਾਂ ਨਾਲ ਤੁਸੀਂ ਥੋੜੀ ਲੰਮੀ ਗੱਲਬਾਤ ਕਰੋ ਤਾਂ ਉਹ ਇੱਥੇ ਪਹੁੰਚ ਜਾਂਦੇ ਵੀ ਨਹੀਂ ਜੀ ਦੱਸੋ ਪੰਜਾਬੀ ਬੋਲਣ ਤੱਕ ਠੀਕ ਹੈ ਜੀ, ਅਸੀਂ ਇਹ ਚੋਂ ਕੀ ਲੈਣਾ ਆ, ਸਾਨੂੰ ਨੌਕਰੀ ਤਾਂ ਅੰਗਰੇਜ਼ੀ ਨਾਲ ਨਹੀਂ ਮਿਲਣੀ ਹੈ ਦੂਜੀ। ਸੋ ਜਿਹੜੀਆਂ ਸਮੱਸਿਆਵਾਂ ਆ, ਇਹੀ ਸਮੱਸਿਆਵਾਂ ਜਿਹਦੇ ਨਾਲ ਆਪਾਂ ਨੂੰ ਮਤਲਬ ਗੱਲਬਾਤ ਕਰਦੇ ਰਹਿਣਾ ਚਾਹੀਦਾ। ਸੋ ਮੈਨੂੰ ਬਹੁਤ ਵਧੀਆ ਲੱਗਾ ਡਾਕਟਰ ਜੋਗਾ ਸਿੰਘ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਭਾਸ਼ਾ ਵਿਭਾਗ ਪੰਜਾਬ ਤੋਂ ਸਰਦਾਰ ਤੇਜਿੰਦਰ ਸਿੰਘ ਜੀ ਜੋ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਨੇ, ਉਹ ਜੁੜੇ ਨੇ। ਅਸੀਂ ਪੰਜਾਬੀ ਪ੍ਰਸਾਰ ਮੰਚ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਜਾਬੀ ਭਾਸ਼ਾ ਵਿਭਾਗ ਪੰਜਾਬ ਤੋਂ ਸਰਦਾਰ ਪਰਵਿੰਦਰ ਸਿੰਘ ਜੀ ਵੀ ਜੁੜੇ ਨੇ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਮੈਂ ਅਗਲਾ ਸੱਦਾ ਡਾਕਟਰ ਕਮਲਜੀਤ ਕੌਰ ਗਿੱਲ ਜੀ ਨੂੰ ਦੇਣਾ ਚਾਹੁੰਦਾ ਕਿ ਉਹ ਜ਼ਰੂਰ 2 ਮਿੰਟ ਲਈ ਸਾਡੇ ਨਾਲ ਵਿਚਾਰ ਸਾਂਝੇ ਕਰਨ। ਡਾਕਟਰ ਕਮਲਜੀਤ ਕੌਰ। ਮੇਰੀ ਆਵਾਜ਼ ਆਉਂਦੀ ਹੈ ਤੁਹਾਨੂੰ? ਹਾਂਜੀ। ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇਸ ਵੇਲੇ ਬਾਈ ਚਾਂਸ ਕੈਨੇਡਾ ਦੇ ਵਿੱਚ ਹੀ ਹਾਂ ਤੇ ਹਾਂਜੀ, ਤੇ ਸਭ ਮੈਂ ਸੁਣ ਕੇ ਸਾਰਾ ਲੈਕਚਰ ਮੈਂ ਸੁਣਿਆ, ਬੜੇ ਬਹੁਤ ਵਧੀਆ ਲੱਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਰੇ ਜਣੇ ਪੰਜਾਬੀ ਭਾਸ਼ਾ ਦੇ ਲਈ ਇੰਨਾ ਕੰਮ ਕਰ ਰਹੇ ਹੋ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੂੰਗੀ, ਜਿਹੜੇ ਅਸੀਂ ਪੰਜਾਬੀ ਆ ਨਾ, ਉਹੀ ਪੰਜਾਬੀ ਦੇ ਨਾਲ ਬਹੁਤਾ ਅਸੀਂ ਠੀਕ ਤਰ੍ਹਾਂ ਵਰਤਾਓ ਨਹੀਂ ਕਰਦੇ। ਇਨ ਦਾ ਸੈਂਸ ਕਿ ਜਦੋਂ ਅਸੀਂ ਕੋਈ ਹੋਰ, ਜਿਵੇਂ ਮੇਰਾ ਜਿਹੜਾ ਸਬਜੈਕਟ ਹੈ ਉਹ ਇਕਨੋਮਿਕਸ ਦਾ, ਤੇ ਆਮ ਤੌਰ ਤੇ ਸਾਨੂੰ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਜਿਹੜੇ ਟੈਕਨੀਕਲ ਸਬਜੈਕਟ ਨੇ ਉਹ ਪੰਜਾਬੀ ਦੇ ਵਿੱਚ ਨਹੀਂ ਪੜ੍ਹਾਏ ਜਾ ਸਕਦੇ। ਤੇ ਲੇਕਿਨ ਮੈਂ ਜਿਸ ਵਿਭਾਗ ਦੇ ਵਿੱਚ ਕੰਮ ਕੀਤਾ ਹੈ
ਉਸ ਦੇ ਲਈ ਮੈਂ ਜਿੰਨਾ ਲੈਸਨ ਮਟੀਰੀਅਲ ਤਿਆਰ ਕੀਤਾ ਸੀ ਉਹ ਮੈਂ ਪੰਜਾਬੀ ਦੇ ਵਿੱਚ ਕੀਤਾ ਸੀ। ਤੇ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਸਮਾਜਿਕ ਗਿਆਨ ਪੱਤਰਿਕਾ ਇੱਕ ਜਰਨਲ ਨਿਕਲਦਾ ਹੁੰਦਾ ਸੀ, ਤੇ ਉਹਦੇ ਵਿੱਚ ਵੀ ਮੈਂ ਪੰਜਾਬੀ ਦੇ ਵਿੱਚ ਕਾਫੀ ਕੰਟਰੀਬਿਊਸ਼ਨ ਕੀਤੀ ਹੈ। ਤੇ ਦੂਸਰੀ ਗੱਲ ਮੈਂ ਇੱਥੇ ਕਹਿਣੀ ਚਾਹੂੰਗੀ ਕਿ ਜਿਹੜੇ ਬਾਹਰ ਆ ਜਾਂਦੇ ਨੇ ਸਾਡੇ ਬੱਚੇ, ਹੁਣ ਇਸ ਵੇਲੇ ਜਿਹੜੇ ਆ ਰਹੇ ਨੇ ਜਾਂ ਪਹਿਲਾਂ ਸਾਡੇ ਤੋਂ ਆ ਚੁੱਕੇ ਨੇ, ਉਹ ਆਪਣੇ ਬੱਚਿਆਂ ਦੇ ਨਾਲ ਉਂਝ ਕਹਿੰਦੇ ਤਾਂ ਹੈਗੇ ਨੇ ਕਿ ਹਾਂਜੀ ਅਸੀਂ ਪੰਜਾਬੀ ਹਾਂ ਤੇ ਪੰਜਾਬੀ 'ਚ ਅਸੀਂ ਗੱਲ ਕਰਦੇ ਹਾਂ, ਪੰਜਾਬੀ 'ਚ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਹੈ, ਲੇਕਿਨ ਉਹ ਆਪ ਆਪਣੇ ਬੱਚਿਆਂ ਦੇ ਨਾਲ ਜਾਂ ਤਾਂ ਉਹਨਾਂ ਨੂੰ ਕੋਈ ਕੰਪਲੈਕਸ ਹੈ ਜਾਂ ਕੁਛ, ਉਹ ਪੰਜਾਬੀ 'ਚ ਗੱਲਬਾਤ ਨਹੀਂ ਕਰਦੇ। ਮੈਂ ਤੁਹਾਨੂੰ ਕੰਕਰੀਟ ਐਗਜ਼ਾਮਪਲ ਦਿੰਦੀ ਹਾਂ ਕਿ ਜਿੱਥੇ ਇਸ ਵੇਲੇ ਅਸੀਂ ਰਹਿ ਰਹੇ ਹਾਂ, ਉਹ ਇੱਥੇ ਆਸੇ-ਪਾਸੇ ਥੋੜ੍ਹੇ ਪੰਜਾਬੀ ਫੈਮਿਲੀਜ਼ ਹੈਗੀਆਂ ਨੇ, ਲੇਕਿਨ ਉਹ ਜਦੋਂ ਆਪਸ ਵਿੱਚ ਗੱਲ ਕਰਦੇ ਨੇ, ਬੱਚੇ ਆਪਸ ਵਿੱਚ ਗੱਲ ਕਰਦੇ ਨੇ, ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਗੱਲ ਕਰਦੇ ਨੇ, ਤਾਂ ਉਹ ਉਹਨਾਂ ਦੇ ਨਾਲ ਅੰਗਰੇਜ਼ੀ 'ਚ ਹੀ ਗੱਲ ਕਰਦੇ ਨੇ। ਐਕਸੈਂਟ ਵੀ ਉਹਨਾਂ ਦਾ ਅੰਗਰੇਜ਼ੀ 'ਚ ਹੀ ਬਣਿਆ ਹੋਇਆ, ਤੇ ਸਾਨੂੰ ਕਹਿੰਦੇ ਨੇ ਕਿ ਨਹੀਂ ਤੁਸੀਂ ਨਾਨੀ ਦਾਦੀ ਜਿਹੜੇ ਹੋ ਉਹ ਤੁਸੀਂ ਇਹਨਾਂ ਬੱਚਿਆਂ ਨੂੰ ਸਾਨੂੰ ਅੰਗਰੇਜ਼ੀ ਤਾਂ ਇਹਨਾਂ ਨੂੰ ਆਜੂ, ਪੰਜਾਬੀ 'ਚ ਗੱਲ ਕਰੋ। ਉਹ ਬੱਚੇ ਇਸ ਵੇਲੇ ਜਿਹੜੀ ਪ੍ਰੋਬਲਮ ਇਸ ਵੇਲੇ ਆ ਰਹੀ ਹੈ ਨਾ, ਉਹ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ। ਮੈਂ ਜਿਹੜੀ ਗੱਲ ਫੀਲ ਕਰ ਰਹੀ ਹਾਂ ਇੱਥੇ, ਅਸੀਂ ਐਜ਼ ਨਾਨੀ ਜਾਂ ਦਾਦੀ, ਮੈਂ ਆਪਣੀ ਗੱਲ 'ਚ ਕਰਾਂ ਤਾਂ ਮੈਂ ਪੰਜਾਬੀ 'ਚ ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਤਾਂ ਬੱਚੇ ਕਹਿੰਦੇ ਇਹ ਕੀ ਹੁੰਦਾ ਹੈ, ਕਿ ਉਹਨਾਂ ਨੂੰ ਫੈਮਿਲੀ, ਟੱਬਰ ਦਾ, ਪਰਿਵਾਰ ਦਾ ਕਈ ਲਫ਼ਜ਼ ਇਸ ਤਰ੍ਹਾਂ ਦੇ ਨੇ ਜਦੋਂ ਉਹਨਾਂ ਨੂੰ ਪਤਾ ਨਹੀਂ ਹੈ। ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ, ਉਹ ਫਿਰ ਅਸੀਂ ਕਨਫਿਊਜ਼ ਕਈ ਵਾਰੀ ਹੋ ਜਾਂਦੇ ਨੇ ਕਿ ਕਿਹੜੀ ਗੱਲ ਅਸੀਂ ਕਰੀਏ। ਮੰਮੀ ਨਾਲ ਜਦੋਂ ਗੱਲ ਕਰ ਰਹੇ ਨੇ ਉਦੋਂ ਅੰਗਰੇਜ਼ੀ 'ਚ ਉਸੇ ਵੇਲੇ ਸ਼ਿਫਟ ਹੋ ਜਾਂਦੇ ਨੇ, ਨਾਨੀ ਨਾਲ ਦਾਦੀ ਨਾਲ ਗੱਲ ਕਰਨੀ ਆ ਪੰਜਾਬੀ ਸ਼ਿਫਟ ਹੋ ਜਾਂਦੇ ਆ। ਤੇ ਇਹ ਫਿਰ ਇਹ ਨੁਕਸਾਨ ਇਹਦਾ ਕਿਹਨੂੰ ਹੋ ਰਿਹਾ? ਅਸੀਂ ਕਹੀ ਜਾਂਦੇ ਆ ਕਿ ਪੰਜਾਬੀ ਭਾਸ਼ਾ ਨੂੰ ਗੱਲ ਕਰੋ। ਅਸੀਂ ਠੀਕ ਹਾਂ, ਸਾਡੀ ਜਨਰੇਸ਼ਨ ਠੀਕ ਹੈ ਕਿ ਅਸੀਂ ਪੰਜਾਬੀ ਭਾਸ਼ਾ ਦੇ ਲਈ ਕਰਨਾ ਹੈ, ਸਾਡੀ ਮਾਤ ਬੋਲੀ ਹੈ। ਲੇਕਿਨ ਹੁਣ ਜਦੋਂ ਪੰਜਾਬੀ ਇੱਥੇ ਸ਼ਿਫਟ ਕਰ ਗਏ ਹੋਏ ਨੇ, ਤੁਸੀਂ ਇਹ ਵਿਚਾਰ ਦੇ ਰਹੇ ਹੋ ਕਿ ਪੰਜਾਬੀ ਨੂੰ ਕੈਰੀ ਆਨ ਕਰੋ, ਲੇਕਿਨ ਔਰ ਇਹਦੇ ਨਾਲ ਜੇ ਤੁਸੀਂ ਡਬਲ ਲੈਂਗੁਏਜ, 3-4 ਲੈਂਗੁਏਜ ਸਿੱਖ ਲੈਂਦੇ ਹੋ, ਤੁਹਾਨੂੰ ਅੱਗੇ ਐਮਪਲੋਇਮੈਂਟ ਦੇ ਵਿੱਚ ਵੀ ਤੁਹਾਨੂੰ ਫਾਇਦਾ ਹੋਏਗਾ। ਇਹ ਗੱਲ ਬਹੁਤ ਵਧੀਆ ਹੈ। ਲੇਕਿਨ ਜਦੋਂ ਅਸੀਂ ਆਪ ਹੀ ਉਹ ਕੋਸ਼ਿਸ਼ ਤਾਂ ਕਰਦੇ ਨਹੀਂ ਆ, ਅਸੀਂ, ਮੈਨੂੰ ਲੱਗਦਾ ਕਿ ਕਹਿਣੀ ਤੇ ਕਥਨੀ ਦੇ ਵਿੱਚ ਥੋੜਾ ਜਿਹਾ ਇੱਥੇ ਫਰਕ ਆ ਜਾਂਦਾ ਹੈ। ਮੈਂ ਇਸ ਵੇਲੇ ਆਫਟਰ ਰਿਟਾਇਰਮੈਂਟ ਵੀ ਲਿਖਣਾ ਜਿਹੜਾ ਸ਼ੁਰੂ ਕੀਤਾ, ਤੁਹਾਨੂੰ ਪਤਾ ਹੋਊਗਾ ਕਿ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਕੰਟਰੀਬਿਊਟ ਇਸ ਵੇਲੇ ਕਰ ਰਹੀ ਹਾਂ। ਪੰਜਾਬੀ ਟ੍ਰਿਬਿਊਨ ਦੇ ਵਿੱਚ ਕਦੇ-ਕਦੇ ਮੇਰਾ ਲੇਖ ਛਪ ਜਾਂਦਾ ਹੈ। ਸੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਸਾਨੂੰ ਇਹ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਆਪਣੇ ਬੱਚਿਆਂ ਦੇ ਵਿੱਚ, ਉਹਨਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਜੇ ਪੰਜਾਬੀ ਉਹਨਾਂ ਨਾਲ ਬੋਲਦੇ ਆ, ਉਹਨਾਂ ਨੂੰ ਇਨਕਰੇਜ ਕਰਦੇ ਆ, ਫਿਰ ਹੀ ਕੁਛ ਕਰ ਸਕਦੇ ਹਾਂ। ਬਾਕੀ ਤੁਹਾਡਾ ਆਰਗੇਨਾਈਜ਼ਰਸ ਦਾ ਬਹੁਤ ਵਧੀਆ ਐਫਰਟ ਹੋ ਰਿਹਾ ਹੈ, ਤੁਸੀਂ ਯਤਨ ਜਾਰੀ ਰੱਖੋ। ਬਹੁਤ ਬਹੁਤ ਵਧਾਈਆਂ, ਤੁਸੀਂ ਮੈਨੂੰ ਟਾਈਮ ਦਿੱਤਾ। ਮੈਂ ਭਾਵੇਂ ਪੰਜਾਬੀ ਦਾ ਨਹੀਂ ਹਾਂ, ਲੇਕਿਨ ਮੈਨੂੰ ਪੰਜਾਬੀ ਦੇ ਨਾਲ ਬਹੁਤ ਪਿਆਰ ਹੈ ਤੇ ਮੈਂ ਪੰਜਾਬੀ ਦੇ ਵਿੱਚ ਲਿਖਦੀ ਤੇ ਪੜ੍ਹਦੀ ਰਹਿੰਦੀ ਹਾਂ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਬਿਲਕੁਲ ਸਹੀ ਕੀਤੀਆਂ, ਤੇ ਆਪਾਂ ਸਾਰੇ ਇੱਥੇ ਇਹੀ ਮਤਲਬ ਤਕਰੀਬਨ ਮਹਿਸੂਸ ਕਰਦੇ ਹਾਂ ਕਿ ਅਸੀਂ ਗੱਲਾਂ ਥੋੜ੍ਹੀਆਂ ਜ਼ਿਆਦਾ ਕਰਦੇ ਹਾਂ, ਪਰ ਪ੍ਰੈਕਟੀਕਲੀ ਅਸੀਂ ਉਨੇ ਕਾਮਯਾਬ ਨਹੀਂ ਹੈ। ਬਿਲਕੁਲ ਮੈਂ ਤੁਹਾਡੇ ਨਾਲ ਸਾਰੀ ਗੱਲ ਨਾਲ ਸਹਿਮਤ ਹਾਂ। ਬਹੁਤ ਬਹੁਤ ਸ਼ੁਕਰੀਆ ਮੈਡਮ ਜੀ। ਹਾਂਜੀ, ਮੈਂ ਅਗਲਾ ਸੱਦਾ ਡਾਕਟਰ ਸੀਪੀ ਕੰਬੋਜ ਜੀ ਨੂੰ ਦੇਣਾ ਚਾਹੁੰਦਾ ਕਿ ਗਰੋਥ ਕੰਪਿਊਟਰ ਦੇ ਹਵਾਲੇ ਨਾਲ ਕੁਝ 2 ਮਿੰਟ ਲਈ ਸਾਡੇ ਨਾਲ ਵਿਚਾਰ ਸਾਂਝੇ ਕਰਨ। ਬਹੁਤ ਮਿਹਰਬਾਨੀ ਜੀ, ਤੁਸੀਂ ਸਮਾਂ ਦਿੱਤਾ ਸਾਧੂ ਬਨਿੰਗ ਜੀ। ਬਹੁਤ ਖੂਬਸੂਰਤ ਜਾਣਕਾਰੀ ਉਸ ਮੁਲਕ ਦੇ ਬਾਰੇ ਤੁਸੀਂ ਦਿੱਤੀ ਜਿੱਥੇ ਰਹਿੰਦੇ ਹੋ। ਮੈਡਮ ਕਮਲਜੀਤ ਗਿੱਲ ਹੋਰਾਂ ਦੇ ਲੇਖ ਅਕਸਰ ਪੜ੍ਹਦੇ ਰਹਿੰਦੇ ਆ, ਪੰਜਾਬੀ ਵਿੱਚ ਵੀ ਉਹ ਲਿਖਦੇ ਨੇ। ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਵਿਗਿਆਨ ਟੈਕਨੋਲੋਜੀ ਦੇ ਵਿੱਚ ਆਪਾਂ ਅਕਸਰ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਕੰਮ ਨਹੀਂ ਹੋ ਰਿਹਾ। ਵਾਕਈ ਉਹ ਬਹੁਤ ਵੱਡੀ ਲੋੜ ਹੈ ਤੇ ਸ਼ਬਦਾਵਲੀ ਜਿਹੜੀ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਵਿਗਿਆਨ ਦੀ, ਟੈਕਨੋਲੋਜੀ ਦੀ ਉਹ ਘੜਨ ਦੀ ਲੋੜ ਹੈ। ਮੈਂ ਸਿਰਫ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਕਿ ਪਿਛਲੇ 10-12 ਸਾਲਾਂ ਤੋਂ ਜਦੋਂ ਦਾ ਪੰਜਾਬੀ ਯੂਨੀਵਰਸਿਟੀ ਦੇ ਨਾਲ ਜੁੜਿਆ ਤਾਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਚਲਾ ਰਿਹਾ। ਇੱਥੇ ਸਾਰੀ ਜਿਹੜੀ ਸਿੱਖਿਆ ਦਾ ਜਿਹੜਾ ਮਾਧਿਅਮ ਹੈ ਉਹ ਪੰਜਾਬੀ ਹੈ। ਮਤਲਬ ਪੰਜਾਬੀ ਮਾਧਿਅਮ ਦੇ ਵਿੱਚ ਰਿਸਰਚ ਸਕਾਲਰ ਅਤੇ ਅਧਿਆਪਕਾਂ ਨੂੰ ਕੰਪਿਊਟਰ ਦਾ ਵਿਸ਼ਾ ਮੈਂ ਪੜ੍ਹਾ ਰਿਹਾ। ਅਤੇ ਕਹਿਣ ਤੋਂ ਭਾਵ ਕੀ ਹੈ ਕਿ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਕੁਝ ਸ਼ਬਦਾਵਲੀ ਵੀ ਅਸੀਂ ਵਿਕਸਿਤ ਕਰ ਸਕਦੇ ਹਾਂ ਅਤੇ ਘੱਟੋ ਘੱਟ ਮਾਧਿਅਮ ਦੀ ਪੰਜਾਬੀ ਦੀ ਵਰਤੋਂ ਕਰਕੇ ਅਸੀਂ ਉਹ ਲੋਕ, ਉਹ ਵਿਦਿਆਰਥੀ ਜਿਹੜੇ ਅੰਗਰੇਜ਼ੀ ਦੇ ਵਿੱਚ ਕਮਜ਼ੋਰ ਨੇ,
ਉਹਨਾਂ ਨੂੰ ਤਕਨਾਲੋਜੀ ਦੀ ਗੱਲਾਂ ਅਸੀਂ ਸਮਝਾ ਸਕਦੇ ਹਾਂ। ਦੋ ਕੁ ਮੇਰੇ ਜਿਹੜੇ ਸੁਝਾਅ ਸੀਗੇ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੇ ਪੰਜਾਬੀ ਬੈਠੇ ਨੇ, ਅਧਿਆਪਕਾਂ ਦੀ ਬਹੁਤ ਵੱਡੀ ਕਮੀ ਹੈ, ਜਿਵੇਂ ਆਪ ਜੀ ਨੇ ਵੀ ਦੱਸਿਆ। ਉੱਥੇ ਪੰਜਾਬੀ ਯੂਨੀਵਰਸਿਟੀ ਦੀ ਇੱਕ ਵੈਬਸਾਈਟ ਹੈ, ਮੈਂ ਚੈਟ ਬਾਕਸ ਦੇ ਵਿੱਚ ਵੀ ਸਾਂਝੀ ਕੀਤੀ ਹੈ, elearnpunjabi.com। ਅੰਗਰੇਜ਼ੀ ਮਾਧਿਅਮ ਦੇ ਰਾਹੀਂ ਬਹੁਤ ਸਹਿਜ ਤਰੀਕੇ ਦੇ ਨਾਲ ਪੰਜਾਬੀ ਬੱਚੇ ਜਿਹੜੇ ਨੇ ਘਰੇ ਬੈਠੇ ਉਹ ਪੰਜਾਬੀ ਦੀ ਤਾਲੀਮ ਜਿਹੜੀ ਹੈ ਉਹ ਹਾਸਲ ਕਰ ਸਕਦੇ ਨੇ। ਅਤੇ ਦੂਜੀ ਗੱਲ ਇਹ ਹੈ ਕਿ ਇੱਕ ਲਾਲਚ ਸਾਨੂੰ ਬੱਚਿਆਂ ਨੂੰ ਜੇ ਦੇਣਾ ਹੋਵੇ ਕਿ ਪੰਜਾਬੀ ਕਿਉਂ ਸਿੱਖੀਏ, ਕਿਉਂਕਿ ਰੁਜ਼ਗਾਰ ਅਤੇ ਜਿਹੜਾ ਹੈ ਬਾਜ਼ਾਰ ਦੀ ਭਾਸ਼ਾ ਜਿਹੜੀ ਉਹ ਬਣਾਉਣੀ ਸਾਨੂੰ ਜ਼ਰੂਰੀ ਹੈ। ਉਹਦੇ ਲਈ ਮੈਂ ਇਹੀ ਕਹਾਂਗਾ ਕਿ ਕੰਪਿਊਟਰ ਦੇ ਰਾਹੀਂ ਕੰਪਿਊਟਰ ਨੂੰ ਇੱਕ ਜ਼ਰੀਆ ਬਣਾ ਲਈਏ ਤਾਂ ਇਹ ਲਗਨ ਜਿਹੜੀ ਹੈ ਪੰਜਾਬੀ ਸਿੱਖਣ ਦੀ ਉਹ ਪੈਦਾ ਕੀਤੀ ਜਾ ਸਕਦੀ, ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਸਾਰੇ ਸੌਫਟਵੇਅਰ ਪ੍ਰੂਫ ਰੀਡਿੰਗ ਦੇ ਹੋਣ ਚਾਹੇ ਅਨੁਵਾਦ ਦੇ ਹੋਣ, ਬਹੁਤ ਸਾਰੇ ਸੌਫਟਵੇਅਰ ਨੇ ਜਿਹੜੇ ਸਾਡੇ ਅਨੁਵਾਦ ਦੇ ਕੰਮ ਦੇ ਵਿੱਚ ਜਾਂ ਸਾਡੀ ਨੌਕਰੀ ਦੇ ਵਿੱਚ ਸਾਡੀ ਮਦਦ ਕਰ ਸਕਦੇ ਨੇ। ਸੋ ਇਸ ਤਰ੍ਹਾਂ ਦੇ ਮੇਰੇ ਵਿਚਾਰ ਸੀ ਅਤੇ ਬਹੁਤ ਵਿਦਿਆਰਥੀਆਂ ਦੇ ਉੱਤੇ ਇੱਦਾਂ ਦੇ ਇੱਥੇ ਤਜਰਬੇ ਕੀਤੇ ਨੇ ਅਤੇ ਉਹਦੇ ਵਿੱਚ ਅਸੀਂ ਕਾਮਯਾਬ ਵੀ ਹੋ ਰਹੇ ਹਾਂ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਤੁਸੀਂ ਵਧੀਆ ਜਾਣਕਾਰੀ ਦਿੱਤੀ ਹੈ। ਔਰ ਕੁਝ ਲੋਕ ਮੈਨੂੰ ਲੱਗਦਾ ਇੱਧਰ ਉਹ ਵਰਤ ਵੀ ਰਹੇ ਆ, ਕੋਸ਼ਿਸ਼ ਕਰ ਰਹੇ ਆ, ਅਤੇ ਜ਼ਰੂਰ ਅਸੀਂ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਤੁਹਾਡੀ ਤੁਸੀਂ ਜਾਣਕਾਰੀ ਦਿੱਤੀ ਆ ਉਹਦਾ ਜ਼ਿਕਰ ਵੀ ਹੁਣ ਨਾਲ ਨਾਲ ਕਰਿਆ ਕਰਾਂਗੇ, ਕਿਉਂਕਿ ਇਹ ਕਿਉਂਕਿ ਅਸੀਂ ਸਾਰੇ ਲੋਕ ਜਿਹੜੇ ਬਾਹਰ ਖਾਸ ਤੌਰ 'ਤੇ ਸਾਰੇ ਕੰਪਿਊਟਰ ਵਰਤਦੇ ਹੈਗੇ ਆ ਤਕਰੀਬਨ ਲਗਾਤਾਰ, ਚਾਹੇ ਉਹ ਆਪਣੇ ਫੋਨ ਰਾਹੀਂ ਜਾਂ ਕੰਪਿਊਟਰ ਰਾਹੀਂ। ਸੋ ਇਹ ਜਾਣਕਾਰੀ ਤੁਸੀਂ ਬਹੁਤ ਵਧੀਆ ਦਿੱਤੀ ਆ ਔਰ ਮੈਨੂੰ ਲੱਗਦਾ ਕਿ ਇਹਦਾ ਕੁਝ ਲੋਕ ਫਾਇਦਾ ਲੈ ਰਹੇ ਆ, ਦੂਜੇ ਲੋਕ ਵੀ ਲੈਣਗੇ। ਅਸੀਂ ਜ਼ਰੂਰ ਇਹਦੇ ਬਾਰੇ ਗੱਲਬਾਤ ਕਰਾਂਗੇ। ਸ਼ੁਕਰੀਆ। ਸ਼ੁਕਰੀਆ ਡਾਕਟਰ ਸੀ ਪੀ ਕੰਬੋਜ ਜੀ। ਸਾਡੇ ਨਾਲ ਪੰਜਾਬੀ ਪ੍ਰਸਾਰ ਮੰਚ ਦੇ ਮਾਰਗਦਰਸ਼ਕ ਸਾਡੇ ਅਮਰਜੀਤ ਕਸਕ ਜੀ ਵੀ ਜੁੜੇ ਨੇ। ਮੈਂ ਉਹਨੂੰ ਸੱਦਾ ਦੇਵਾਂਗੇ ਕਿ ਉਹ ਵੀ 2 ਮਿੰਟ ਲਈ ਆਪਣੇ ਵਿਚਾਰ ਜੇ ਸਾਡੇ ਨਾਲ ਸਾਂਝੇ ਕਰਨ। ਅਮਰਜੀਤ ਕਸਕ ਜੀ। ਸ਼ਾਇਦ ਉਹ ਡਿਸਕਨੈਕਟ ਹੋ ਚੁੱਕੇ ਨੇ। ਚਲੋ ਅੱਛਾ ਜੀ, ਸਾਡੇ ਨਾਲ ਬਵਨੀਤ ਕੌਰ ਜੀ, ਮੇਰੇ ਖਿਆਲ ਦੇ ਵਿੱਚ ਕੋਈ ਪ੍ਰਸ਼ਨ ਜੇਕਰ ਉਹਨਾਂ ਪੁੱਛਣਾ ਚਾਹੁੰਦੇ ਨੇ ਤਾਂ ਜ਼ਰੂਰ ਪੁੱਛਣ। ਬਹੁਤ ਬਹੁਤ ਧੰਨਵਾਦ ਸਤਵੰਤ ਜੀ। ਮੇਰੇ ਮਨ ਦੇ ਵਿੱਚ ਕਈ ਪ੍ਰਸ਼ਨ ਸੀ, ਪਰ ਸਾਧੂ ਬਨਿੰਗ ਜੀ ਨੂੰ ਸੁਣਦੇ ਹੋ ਸਾਰੇ ਪ੍ਰਸ਼ਨ ਨਾਲ ਹੀ ਜਿਹੜੇ ਨੇ ਉਹ ਉਹਨਾਂ ਦੇ ਜਵਾਬ ਮੈਨੂੰ ਮਿਲਦੇ ਗਏ। ਪਹਿਲੀ ਗੱਲ ਤਾਂ ਮੈਂ ਸਰ ਨੂੰ ਇਸ ਗੱਲ ਦੀ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਅਤੇ ਬਹੁਤ ਹੀ ਇਸ ਗੱਲ ਦੀ ਤਾਰੀਫ ਕਰਦੀ ਹਾਂ ਵੀ ਸਰ ਨੇ ਜਿਹੜੀ ਗੱਲ ਨਾਲ ਸਾਂਝੀ ਕੀਤੀ ਵੀ ਮੈਂ 20 ਸਾਲ ਬਤੌਰ ਮੈਂ ਹੀ ਸੋਚਦੀ ਸੀ, ਮੈਂ ਪਹਿਲਾਂ ਵੀ ਸਰ ਨੂੰ ਜਾਣਿਆ, ਸਰ ਦੀ ਕਿਤਾਬਾਂ ਪੜ੍ਹ ਚੁੱਕੀ ਹਾਂ ਅਤੇ ਮੈਨੂੰ ਐਂ ਲੱਗਦਾ ਸੀ ਵੀ ਸਰ ਸ਼ਾਇਦ ਸੋਸ਼ੋਲੋਜੀ ਦੇ ਜਾਂ ਸੋਸ਼ਲ ਸਾਇੰਸਿਸ ਦੇ ਪ੍ਰੋਫੈਸਰ ਰਹੇ ਹੋਣੇ ਅਤੇ ਪੰਜਾਬੀ ਦੇ ਨਾਲ ਉਹਨਾਂ ਦਾ ਨਾਲ ਰਾਬਤਾ ਚੱਲਦਾ ਰਿਹਾ ਅਤੇ ਇਸ ਤਰ੍ਹਾਂ ਉਹ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਰਹੇ। ਪਰ ਇਹ ਬਹੁਤ ਹੀ ਵੱਡੀ ਗੱਲ ਹੈ ਕਿ ਜਿੱਦਾਂ ਸਰ ਨੇ ਦੱਸਿਆ ਕਿ ਮੈਂ ਲਗਾਤਾਰ 20 ਸਾਲ ਜਿਹੜਾ ਹੈਗਾ ਉਹ ਵੋਲੰਟੀਅਰ ਅਤੇ ਟੈਂਪਰੇਰਲੀ ਬੇਸਿਸ 'ਤੇ ਜਿੱਦਾਂ ਸਰ ਦੱਸ ਰਹੇ ਸੀਗੇ ਇਹ ਕੰਮ ਕੀਤਾ। ਇਹ ਬਹੁਤ ਵੱਡਾ ਕੰਮ ਹੈ, ਖਾਸ ਕਰਕੇ ਕੈਨੇਡਾ 'ਚ ਨਹੀਂ ਹੈ। ਅਤੇ ਇਹਦੇ ਲਈ ਸਰ ਤੁਹਾਨੂੰ ਬਹੁਤ ਬਹੁਤ ਵਧਾਈ। ਅਤੇ ਮੈਂ ਇੱਥੇ ਜਿਹੜੀ ਗੱਲ ਕਰਨਾ ਚਾਹਾਂਗੀ, ਮੈਨੂੰ ਜਿੱਦਾਂ ਸਰ ਤੁਸੀਂ ਸਾਰੇ ਆਪਣੇ ਵਿਚਾਰ ਸਾਂਝੇ ਕੀਤੇ, ਇਹੋ ਜਿਹੇ ਹੀ ਹਾਲਾਤ ਜਿਹੜੇ ਨੇ ਉਹ ਵਿਨੀਪੈਗ 'ਚ ਅਤੇ ਬਤੌਰ ਟੀਚਰ ਕੰਮ ਕਰਦੇ ਹਾਂ ਮੈਨੂੰ ਇਹੀ ਮਹਿਸੂਸ ਹੁੰਦਾ ਵੀ ਇੱਥੇ BC ਤੋਂ ਵੀ ਹਾਲਾਤ ਜਿਹੜੇ ਜੇ ਮੈਂ ਕਹਾਂ ਤਾਂ ਵੀ ਉਹ ਹਾਲਾਤ ਮਾੜੇ ਨੇ ਕਿ ਸਕੂਲਸ ਜਿਹੜੇ ਨੇ ਉਹਨਾਂ ਦੇ ਵਿੱਚ ਪੰਜਾਬੀ ਕਿਤੇ ਵੀ ਨਹੀਂ ਹੈ। ਸਿਰਫ ਇੱਕ ਸਕੂਲ ਹੈ ਪੂਰੇ ਵਿਨੀਪੈਗ ਦੇ ਵਿੱਚ ਜਿਹਦੇ ਵਿੱਚ ਜਿਹੜਾ ਪ੍ਰਾਈਵੇਟ ਸਕੂਲ ਹੈ ਅਤੇ ਜਿੱਥੇ ਪੰਜਾਬੀ ਜਿਹੜੀ ਹੈ ਉਹਦੀ ਭਾਸ਼ਾ ਦਾ ਗਿਆਨ ਦਿੱਤਾ ਜਾਂਦਾ ਹੈ। ਉਹ ਪਰ ਫਿਰ ਇੰਡੀਪੈਂਡੈਂਟ ਸਕੂਲ ਹੈ ਅਤੇ ਉਹਦੇ ਲਈ ਮਾਪੇ ਜਿਹੜੇ ਨੇ ਉਹਨਾਂ ਨੂੰ ਉਹਦੇ ਲਈ ਫੀਸ ਦੇਣੀ ਪੈਂਦੀ ਹੈ। ਪਰ ਪਬਲਿਕ ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ ਇਹੋ ਜਿਹੀ ਕੋਈ ਸੁਵਿਧਾ ਜਿਹੜੀ ਹੈ ਪੰਜਾਬੀ ਲਈ ਉਪਲਬਧ ਨਹੀਂ ਹੈ। ਪਿਛਲੇ ਦੌਰ 'ਚ ਮੈਂ ਥੋੜ੍ਹੀ ਜਿਹੀ ਰਿਸਰਚ ਕੀਤੀ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਪੂਰੇ ਵਿਨੀਪੈਗ ਦੇ ਵਿੱਚ ਸਿਰਫ ਇੱਕ ਸਕੂਲ ਡਿਵੀਜ਼ਨ ਹੈ ਜਿਹਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਸ਼ਾਮ ਨੂੰ 4 ਤੋਂ 5 ਲਵਾਉਣ ਲਈ ਮਾਪਿਆਂ ਨੇ 20 ਪਰਿਵਾਰਾਂ ਨੇ ਜਿਹੜੇ ਨੇ ਆਪਣੀ ਸ਼ੋਅ ਕੀਤੀ, ਆਪਣਾ ਇੰਟਰਸਟ ਸ਼ੋਅ ਕੀਤਾ। ਉਹਨਾਂ ਨੇ ਉਹ ਕੋਰਸ ਜਿਹੜਾ ਸ਼ੁਰੂ ਕੀਤਾ ਗਿਆ, ਪਰ ਹੌਲੀ ਹੌਲੀ ਉਹਦੇ ਵਿੱਚੋਂ ਬੱਚੇ ਜਿਹੜੇ ਨੇ ਉਹ ਸਟੈਪ ਆਊਟ ਕਰ ਗਏ। ਇਹੋ ਜਿਹੇ ਹਾਲਾਤ ਸਾਨੂੰ ਇੱਥੇ ਦੇਖਣ ਨੂੰ ਮਿਲਦੇ ਨੇ ਅਤੇ ਇੱਦਾਂ ਹੀ ਲੱਗਦਾ ਹੈ। ਬਤੌਰ ਟੀਚਰ ਮੈਂ ਹੁਣ ਇਸ ਟਾਈਮ ਇੱਕ ਫਰੈਂਚ ਸਕੂਲ 'ਚ ਪੜ੍ਹਾ ਰਹੀ ਹਾਂ ਅਤੇ ਮੈਂ ਇੱਥੇ ਇਹ ਗੱਲ ਸਾਂਝੀ ਕਰਨਾ ਚਾਹਾਂਗੀ ਵੀ ਫਰੈਂਚ ਲਈ ਤਾਂ ਇੱਥੇ ਫਰੈਂਚ ਇਮਰਸ਼ਨ ਸਕੂਲ ਵੀ ਨੇ। ਜਿੱਦਾਂ ਸਰ ਨੇ ਗੱਲ ਕੀਤੀ ਵੀ ਇਹਨਾਂ ਨੂੰ ਵੀ ਬਹੁਤ ਕੰਮ ਕਰਨਾ ਪਿਆ ਆਪਣੀ ਫਰੈਂਚ ਲਈ, ਤਾਂ ਫਰੈਂਚ ਇਮਰਸ਼ਨ ਸਕੂਲਸ ਦੇ ਵਿੱਚ ਵੀ ਪੜ੍ਹਾਉਣ ਲਈ ਅਤੇ ਪੜ੍ਹਨ ਲਈ ਮੈਂ ਹੁਣ ਸਕੂਲ ਦੇ ਵਿੱਚ ਹੀ ਨੋਟਿਸ ਕਰਦੀ ਹਾਂ ਕਿ ਕਈ ਬੱਚੇ ਪੰਜਾਬੀ ਪਰਿਵਾਰਾਂ ਦੇ ਵੀ ਨੇ ਜਿਹੜੇ ਫਰੈਂਚ ਇਮਰਸ਼ਨ ਸਕੂਲ 'ਚ ਵੀ ਜਾਣ ਨੂੰ ਤਰਜੀਹ ਦੇ ਰਹੇ ਨੇ ਕਿ ਬੱਚੇ ਦਾ ਭਾਸ਼ਾ ਦਾ ਮਾਧਿਅਮ ਜਿਹੜਾ ਉਹ ਫਰੈਂਚ ਹੋਵੇ। ਅਤੇ ਮੈਨੂੰ ਉੱਥੇ ਦੇਖ ਕੇ ਲੱਗਦਾ ਕਈ ਵਾਰ
ਕਿ ਕਿੱਥੇ ਤਾਂ ਅਸੀਂ 5ਵੀਂ ਤੋਂ 8ਵੀਂ ਤੱਕ ਵੀ ਪੰਜਾਬੀ ਨੂੰ ਐਜ਼ ਅ ਸੈਕੰਡ ਲੈਂਗੁਏਜ ਲੈਣ ਲਈ ਰਾਜੀ ਨਹੀਂ ਹੈਗੇ, ਤੇ ਕਿੱਥੇ ਕਈ ਪਰਿਵਾਰ ਤੋਂ ਜਿਹੜੀ ਗੱਲ ਸਰ ਨੇ ਕਹੀ ਹੈ ਉਹ ਬਿਲਕੁਲ ਸਹੀ ਹੈ ਕਿ ਮਾਪਿਆਂ ਦਾ ਜਿਹੜਾ ਰੁਝਾਨ ਹੈ ਉਹ ਰੁਜ਼ਗਾਰ ਦੇ ਸਾਧਨ ਜਿਹੜੇ ਵੱਧ ਦੇਖਦਿਆਂ ਹੋਇਆਂ ਫ੍ਰੈਂਚ ਵਾਲੇ ਪਾਸੇ ਵੱਧ ਹੈਗਾ। ਤੇ ਬਸ ਮੈਂ ਇੱਥੇ ਆਪਣੀ ਗੱਲ ਸਮਾਪਤ ਕਰਾਂਗੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੱਡਮੁੱਲੇ ਵਿਚਾਰ ਸਾਂਝੇ ਕਰਨ ਲਈ। ਬਹੁਤ ਧੰਨਵਾਦ ਸਰ। ਸ਼ੁਕਰੀਆ ਜੀ ਬਬਲੀਕ ਜੀ। ਪਿਛਲੀ ਵਾਰੀ ਜਿਹੜੀ ਮੈਂ ਫਰਵਰੀ 'ਚ ਅਸੀਂ ਮੀਟਿੰਗ ਕੀਤੀ ਹੈ, ਮੈਂ ਮਤਲਬ ਮੇਰੇ ਕੋਲ ਨੰਬਰ ਨਹੀਂ ਸੀ ਤੁਹਾਡਾ, ਨਹੀਂ ਤਾਂ ਉਦੋਂ ਮਿਸ ਹੋ ਗਈ ਓਪਰਚੁਨਿਟੀ ਆਪਣੀ। ਇਹ ਆ ਗੱਲਾਂ ਬਾਤਾਂ ਉਦੋਂ ਹੋ ਸਕਦੀਆਂ ਸੀ, ਪਰ ਫਿਰ ਵੀ ਆਪਾਂ ਵਿਲ ਗੈਟ ਇਨ ਟੱਚ ਤੇ ਇਹਦੇ ਬਾਰੇ ਬਾਤ ਕਰ ਜੀ ਜੀ। ਬਹੁਤ ਬਹੁਤ ਸ਼ੁਕਰੀਆ ਜੀ ਬਬਲੀਕ ਜੀ। ਸਾਡੇ ਨਾਲ ਡਾਕਟਰ ਕਾਮਾ ਜਸਵਿੰਦਰ ਸਿੰਘ ਜੀ ਵੀ ਜੁੜੇ ਹੋਏ ਨੇ, ਜੇਕਰ ਉਹ ਆਪਣੇ ਸਾਡੇ ਨਾਲ ਕੁਝ ਆਪਣੇ ਵਿਚਾਰ ਸਾਂਝੇ ਕਰਨ ਸੰਖੇਪ ਦੇ ਵਿੱਚ। ਭਾਸ਼ਾ ਵਿਭਾਗ ਪੰਜਾਬ ਤੋਂ ਡਾਕਟਰ ਤੇਜਿੰਦਰ ਸਿੰਘ ਜੀ ਜੁੜੇ ਹੋਏ ਨੇ। ਜੀ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੈ, ਜ਼ਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਮੈਨੂੰ ਚੰਗਾ ਲੱਗਿਆ ਕਿ ਇਹ ਸਾਰਾ ਜਿਹੜਾ ਤੁਹਾਡਾ ਪ੍ਰੋਗਰਾਮ ਸੀ ਬਹੁਤ ਅੱਛਾ ਲੱਗਿਆ, ਤੇ ਖਾਸ ਕਰ ਜੋ ਬਿਨਿੰਗ ਸਾਹਿਬ ਦੇ ਵਿਚਾਰ ਸੀਗੇ, ਡਾਕਟਰ ਜੋਗਾ ਸਿੰਘ ਦੇ ਸੀਗੇ, ਤਾਂ ਉਹ ਇਸ ਤਰ੍ਹਾਂ ਹੈਗਾ ਕਿ ਬਹੁਤ ਵਧੀਆ ਇਹਨਾਂ ਨੇ ਵਿਚਾਰ ਰੱਖੇ, ਬਹੁਤ ਵਧੀਆ ਪਰਿਸਥਿਤੀ ਬਾਰੇ ਇਹਨਾਂ ਨੇ ਦੱਸਿਆ ਕੈਨੇਡਾ ਦੇ ਵਿੱਚ ਬਿਨਿੰਗ ਸਾਹਿਬ ਨੇ, ਡਾਕਟਰ ਸਾਧੂ ਬਿਨਿੰਗ ਨੇ ਜੀ। ਮੈਂ ਬਸ ਗੱਲ ਇੰਨੀ ਕਰਨਾ ਚਾਹਾਂਗਾ ਕਿ ਜਿਹੜੀ ਬਿਲਕੁਲ ਜਿਵੇਂ ਇਹ ਦੱਸਦੇ ਨੇ ਕਿ ਜਦੋਂ ਬੰਦਾ ਜਾਂਦਾ ਹੈ ਜਾਂ ਪਹਿਲੀ ਪੀੜ੍ਹੀ ਜਾਂਦੀ ਆ ਉਹ ਠੀਕ ਹੈ ਪੰਜਾਬੀ ਨੂੰ ਥੋੜ੍ਹੀ ਬਹੁਤ ਤਰਜੀਹ ਦਿੰਦੀ ਹੈ, ਪਰ ਜਦੋਂ ਉਹਨਾਂ ਦੀ ਅਗਲੀ ਪੀੜ੍ਹੀ ਹੁੰਦੀ ਹੈ ਉਹਨਾਂ ਨਾਲ ਅੰਗਰੇਜ਼ੀ ਬੋਲਦੀ ਹੈ ਤੇ ਉਸ ਤੋਂ ਅਗਲੀ ਪੀੜ੍ਹੀ ਬਿਲਕੁਲ ਹੀ ਆਪਣੀ ਜੜ੍ਹਾਂ ਗਵਾ ਬਹਿੰਦੀ ਹੈ। ਤੇ ਇਸ ਕਰਕੇ ਇਹ ਸਾਡੇ ਲਈ ਬਹੁਤ ਵੱਡਾ ਮਸਲਾ ਹੈ। ਜਿਵੇਂ ਬਬਨੀਤ ਤੋਂ ਉਹਨਾਂ ਨੇ ਦੱਸਿਆ ਕਿ ਵਿਨੀਪੈਗ ਦੇ ਵਿੱਚ ਸਿਰਫ ਇੱਕ ਸਕੂਲ ਹੀ ਚੱਲ ਰਿਹਾ ਹੈ, ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਨੇ। ਪਰ ਇਹ ਮੈਂ ਭਾਸ਼ਾ ਵਿਭਾਗ ਦੇ ਵਿੱਚ ਹੋਣ ਦੇ ਨਾਤੇ ਮੈਂ ਗਰੰਟੀ ਨਾਲ ਕਹਿ ਸਕਦਾ, ਸ਼ਰਤੀਆ ਕਹਿ ਸਕਦਾ ਕਿ ਜਿਹੜਾ ਬੰਦਾ ਆਪਦੀ ਮਾਤ ਭਾਸ਼ਾ 'ਚ ਪੂਰਾ ਹੋਊਗਾ ਉਹਨੂੰ ਕੋਈ ਵੀ ਭਾਸ਼ਾ ਦੁਨੀਆ ਦੀ ਸਿੱਖਣੀ ਸੌਖੀ ਹੋਏਗੀ। ਸਗੋਂ ਮੈਂ ਸਪੈਨਿਸ਼ ਸਿੱਖ ਰਿਹਾ, ਤਾਂ ਇਸ ਕਰਕੇ ਮਤਲਬ ਮੈਨੂੰ ਚੰਗਾ ਲੱਗਦਾ। ਪਰ ਮੈਂ ਕਿਉਂਕਿ ਆਪਣੀ ਮਾਤ ਭਾਸ਼ਾ ਨਾਲ ਸ਼ੁਰੂ ਤੋਂ ਜੁੜਿਆ ਹੋਇਆ, ਤਾਂ ਮੈਂ ਇੰਨੀਓ ਗੱਲ ਕਹੂੰਗਾ ਡਾਕਟਰ ਸਾਧੂ ਬਿਨਿੰਗ ਜੀ ਨੂੰ ਕਿ ਜੇ ਤੁਸੀਂ ਬਹੁਤ ਚੰਗਾ ਕੰਮ ਕਰਿਆ, ਤੇ ਪਰ ਇਹੀ ਜਿਹੜੀ ਦੂਜੀ ਜਾਂ ਤੀਜੀ ਪੀੜ੍ਹੀ ਦਾ ਦੁਖਾਂਤ ਹੈ ਜਿਹੜਾ ਡਾਇਸਪੋਰਾ ਦਾ ਆਪਾਂ ਨੂੰ ਇਹ ਬਹੁਤ ਸਮੱਸਿਆ ਦੇ ਰਿਹਾ ਹੈ। ਮੈਂ ਇੱਥੇ ਗੱਲ ਸਮਾਪਤ ਕਰਦਾ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਇਹਨਾਂ ਦੀ ਬਹੁਤ ਵਧੀਆ ਗੱਲਬਾਤ ਸੀ, ਸੰਖੇਪ ਪਰ ਇਹਨਾਂ ਦਾ ਸੁਨੇਹਾ ਬਹੁਤ ਵਧੀਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੇਜਿੰਦਰ ਜੀ। ਕਿਸੇ ਹੋਰ ਵਿਦਵਾਨ ਸੱਜਣ ਜੀ ਨੇ, ਕਿਸੇ ਵਿਦਿਆਰਥੀ ਨੇ ਜੇਕਰ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਸਾਡੇ ਨਾਲ ਜਾਂ ਕੋਈ ਪ੍ਰਸ਼ਨ ਸਾਧੂ ਬਿਨਿੰਗ ਜੀ ਨੂੰ ਹੈ ਤਾਂ ਉਹ ਕਰ ਸਕਦਾ ਹੈ। ਅਸੀਂ ਅੱਜ ਦੀ ਜਿਹੜੀ ਗੱਲਬਾਤ ਹੈ ਸਾਡੀ ਵਿਚਾਰ ਚਰਚਾ ਅਸੀਂ ਸਮਾਪਤ ਕਰਨ ਵੱਲ ਜਾਈਏ। ਡਾਕਟਰ ਜੀ ਪੁਰਾ ਨੇ ਬਹੁਤ ਹੀ ਵੱਡਾ ਸਵਾਲ ਉਠਾਇਆ ਹੈ। ਸ਼ੁਕਰੀਆ ਜੀ ਸਾਰੇ ਹੀ ਵਿਦਵਾਨ ਸੱਜਣਾ ਦਾ, ਵਿਦਿਆਰਥੀਆਂ ਦਾ। ਮੈਂ ਸਾਡੇ ਪੰਜਾਬੀ ਪ੍ਰਸਾਰ ਮੰਚ ਦੇ ਪ੍ਰੇਮ ਜੀ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਉਹ ਸਾਡੇ ਅੱਜ ਦੇ ਵਿਦਵਾਨ, ਸਾਡੇ ਮੁੱਖ ਮਹਿਮਾਨ, ਸਾਡੇ ਵਕਤਾ ਸਾਧੂ ਬਿਨਿੰਗ ਜੀ ਦਾ ਰਸਮੀ ਧੰਨਵਾਦ ਕਰਨ। ਪ੍ਰੇਮ ਅਨਮਿਊਟ ਕਰ ਲਓ ਤੁਸੀਂ ਆਪਣੇ ਆਪ ਨੂੰ, ਤੁਹਾਡੀ ਆਵਾਜ਼ ਨਹੀਂ ਕੱਟ ਰਹੀ। ਹਾਂਜੀ ਸਰਪੰਚ ਜੀ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਬਹੁਤ ਹੀ ਆਪਾਂ ਕਹਿ ਦਈਏ ਅੱਜ ਸਾਨੂੰ ਜਾਣਕਾਰੀ ਵਿੱਚ ਵਾਧਾ ਹੋਇਆ ਕਿ ਕੈਨੇਡਾ ਦੇ ਵਿੱਚ ਸਾਡੀ ਪੰਜਾਬੀ ਦੇ ਕੀ ਹਾਲਾਤ ਨੇ। ਡਾਕਟਰ ਸਾਧੂ ਬਿਨਿੰਗ ਔਰ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਹੈ। ਬੜੇ ਸੁੰਦਰ ਤਰੀਕੇ ਨਾਲ ਉਹਨਾਂ ਨੇ ਸਾਨੂੰ ਇਸ ਸਥਿਤੀ ਨੂੰ ਸਮਝਾਇਆ। ਸ਼ੁਰੂ ਦੱਸੇ ਤਾਂ ਅਸੀਂ ਵੀਆਂ ਨੇ ਪੇਰੈਂਟ ਜਿਹੜੇ ਬਾਕੀ ਜਿਹੜੇ ਨੇ ਉਹ ਇਹਨੇ ਸਥਿਤੀ ਨੂੰ ਸਮਝਦੇ, ਇੱਕ ਤਾਂ ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਸੀ ਉਹਦੇ ਤੇ ਉਹਨਾਂ ਨੂੰ ਵਰਕ ਕਰਨਾ ਚਾਹੀਦਾ ਸੀ। ਪਰ ਨਵੇਂ ਜਿਹੜੇ ਇੱਥੋਂ ਜਾਂਦੇ ਆ ਉਹਨਾਂ ਨੂੰ ਨਹੀਂ ਪਤਾ ਉਹ ਪੰਜਾਬੀ ਦੀ ਸਮੇਂ ਵਿੱਚ
ਜਾਣਦੇ ਤੇ ਬਾਅਦ ਵਿੱਚ ਜਦੋਂ ਇਹ ਸਮਾਂ ਬੀਤਦਾ ਫਿਰ ਉਦੋਂ ਪਤਾ ਲੱਗਦਾ ਹੈ ਕਿ ਅਸੀਂ ਗਵਾ ਰਹੇ ਹਾਂ। ਸੋ ਇਹੀ ਹਾਲਾਤ ਜਿਹੜੇ ਇੱਥੇ ਆਪਣੇ ਇੱਧਰ ਦੇ ਪੰਜਾਬ ਦੇ ਵੀ ਹਾਲਾਤ ਇਹੋ ਜਿਹੇ ਨੇ ਕਿ ਸਾਡੇ ਪੰਜਾਬੀ ਇੱਥੇ ਜਿਹੜੇ ਇੰਡੀਆ ਦੇ ਪੰਜਾਬੀ ਨੇ ਉਹਨਾਂ ਦੇ ਸਾਡੇ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਨੇ ਕਿ ਸਾਡੇ ਇੰਗਲਿਸ਼ ਵੱਲ ਜ਼ਿਆਦਾ ਵੱਧ ਰਹੇ ਨੇ ਲੋਕ, ਪੰਜਾਬੀ ਜਿਹੜੀ ਹੈ ਸਾਡੀ ਇੱਥੋਂ ਹੀ ਵਿਸਰੀ ਜਾ ਰਹੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੀਪੀ ਕੰਬੋਜ ਦਾ, ਡਾਕਟਰ ਜੋਗਾ ਸਿੰਘ, ਡਾਕਟਰ ਕਵਲਜੀਤ ਜੀ, ਅਮਰਜੀਤ ਕੱਕ ਜੀ, ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ, ਤਾਂ ਬੜਾ ਹੀ ਜਾਣਕਾਰੀ ਵਾਧਾ ਕੀਤਾ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਫਿਰ ਪੰਜਾਬੀ ਪ੍ਰਸਾਰ ਮੰਚ ਵੱਲੋਂ ਰਸਮੀ ਤੌਰ ਦੇ ਉੱਤੇ ਜੋ ਧੰਨਵਾਦ ਹੋ ਚੁੱਕਿਆ ਵੈਸੇ, ਤੇ ਸਾਰੇ ਹੀ ਵਿਦਵਾਨ ਸੱਜਣਾ ਦਾ ਸਾਡੇ ਨਾਲ ਜੁੜੇ ਨੇ, ਆਪਣਾ ਸਮਾਂ ਕੱਢ ਕੇ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਰਹੇ। ਡਾਕਟਰ ਜੋਗਾ ਜੀ, ਡਾਕਟਰ ਕਮਲਜੀਤ ਔਰ ਗਿੱਲ ਜੀ, ਡਾਕਟਰ ਸੀਪੀ ਕੰਬੋਜ ਜੀ ਤੇ ਹੋਰ ਸਾਰੇ ਵਿਦਵਾਨ ਸੱਜਣ ਜਿਨ੍ਹਾਂ ਨੇ ਆਪਣੇ ਮੁੱਲਵਾਨ ਸੁਝਾਅ ਤੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਮੈਂ ਬਹੁਤ ਹੀ ਧੰਨਵਾਦ ਹਾਂ ਸਾਧੂ ਬਿਨਿੰਗ ਜੀ ਦਾ, ਤੇ ਅਸੀਂ ਅੱਗੇ ਤੋਂ ਵੀ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਉਣ ਵਾਲੇ ਜਿਹੜੇ ਸਾਡੇ ਪ੍ਰੋਗਰਾਮ ਹੋਣਗੇ ਤਾਂ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਾਡੇ ਨਾਲ ਜੁੜਨ ਤੇ ਸਾਨੂੰ ਮਾਰਗਦਰਸ਼ਨ ਕਰਦੇ ਰਹਿਣ। ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਵਿਦਵਾਨ ਸੱਜਣਾ ਦਾ, ਵਿਦਿਆਰਥੀਆਂ ਦਾ, ਵਿਦਿਆਰਥੀ ਦਾ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਮੈਨੂੰ ਬਹੁਤ ਵਧੀਆ ਲੱਗਾ।